ਜਿੱਥੇ 3 ਦਿਨ ਸ਼ੁੱਕਰ, ਸ਼ਨੀ ਅਤੇ ਐਤਵਾਰ ਭਾਈ ਸਾਹਿਬ ਭਾਈ ਨਛੱਤਰ ਸਿੰਘ ਜੀ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਉਂਦੇ ਨੇ, ਅਤੇ ਉੱਥੇ ਹੀ ਆਪਾਂ ਸੋਮਵਾਰ ਦੇ ਦਿਨ ਜਿਹੜੇ ਵੀਰਾਂ ਦੇ ਵੱਲੋਂ ਸਵਾਲ ਪੁੱਛੇ ਹੁੰਦੇ ਨੇ, ਉਹਨਾਂ ਸਵਾਲਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ। ਸੋ ਅੱਜ ਤੀਸਰਾ ਦਿਨ ਹੈ, ਅਤੇ ਜਿਸ ਵੀ ਵੀਰ ਭਾਈ ਦੇ ਕੋਈ ਸਵਾਲ ਹੋਣ ਤੇ ਨੀਚੇ ਦਿੱਤੇ ਹੋਏ ਨੰਬਰ ਦੇ ਉੱਤੇ ਤੁਸੀਂ ਆਪਣੇ ਸਵਾਲ ਜ਼ਰੂਰ ਭੇਜ ਸਕਦੇ ਹੋ। ਤੇ ਆਓ ਭਾਈ ਸਾਹਿਬ ਜੀ ਨੂੰ ਜੀ ਆਇਆਂ ਕਹਿੰਦੇ ਹਾਂ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਵਾਲ ਆਏ ਸੀ ਉਹਨਾਂ ਦੇ ਵਿੱਚੋਂ 2 ਸਵਾਲ ਰਹਿ ਗਏ ਸੀਗੇ ਜੀ। ਉਹ ਸਵਾਲ ਆਪਾਂ ਵਿਚਾਰ ਲਈਏ, ਤੇ ਉਸ ਤੋਂ ਬਾਅਦ ਵਿੱਚ ਜਿਹੜੇ ਤੁਸੀਂ ਪਿਛਲੇ 3 ਦਿਨਾਂ ਦੇ ਵਿੱਚ ਸ਼ਬਦ ਵਿਚਾਰੇ ਨੇ, ਉਹਨਾਂ ਨਾਲ ਜਿਹੜੇ ਸਵਾਲ ਨੇ ਆਪਾਂ ਫਿਰ ਬਾਅਦ ਵਿੱਚ ਉਹਨਾਂ ਦੇ ਵਿੱਚੋਂ ਵਿਚਾਰਨ ਦਾ ਯਤਨ ਕਰਾਂਗੇ। ਪਿਛਲੇ ਦਿਨਾਂ ਦੇ ਵਿੱਚ ਇੱਕ ਸਵਾਲ ਆਇਆ ਸੀਗਾ ਕਿ ਰਾਜ ਸ੍ਰਿਸ਼ਟ ਕਾ ਲੇਖ ਕੀ ਹੈ ਤੇ ਕਿਵੇਂ ਇਸ ਰਾਜ ਨੂੰ ਪ੍ਰਾਪਤ ਕੀਤਾ ਜਾ ਸਕਦਾ ਆ। ਤੇ ਇਹ ਸਾਰੇ ਕਨਸੈਪਟ ਅਸੀਂ ਸਿੱਖ ਨੇ, ਬਾਣੀ ਪੜ੍ਹਨ ਵਾਲੇ ਸਿੱਖ ਨੇ, ਜਾਂ ਗੁਰੂ ਨਾਨਕ ਸਾਹਿਬ ਜੀ ਦੇ ਉਸ ਸਿੱਖ ਨੇ ਕਿਵੇਂ ਵੇਖਣਾ ਆ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਆ ਤੇ ਸਭੈ ਸਾਂਝੀਵਾਲ ਸਦਾਇਨ ਦੀ ਗੱਲ ਕਰਦਾ ਹੈ। ਓਕੇ, ਬੜੀ ਪਿਆਰੀ ਬਾਤ ਹੈ ਜੀ। ਆਓ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰਦੇ ਹਾਂ। ਬੜਾ ਸੌਖਾ ਹੋ ਗਿਆ ਅੱਜ ਬਾਬੇ ਨਾਨਕ ਦੀ ਸਿੱਖੀ ਦਾ ਸੁਨੇਹਾ ਘਰ ਘਰ ਪਹੁੰਚਾਉਣਾ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਕਹੀ ਸੀ ਵੀ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਆ, ਤੇ ਉਸ ਵੇਲੇ ਜਦੋਂ ਅਸੀਂ ਇਹਨਾਂ ਅੱਜ ਦੇ ਸਾਧਨਾਂ ਦੀ ਗੱਲ ਕਰਦੇ ਹਾਂ ਜਾਂ ਅੱਜ ਕੱਲ੍ਹ ਦੇ ਇਸ ਇਲੈਕਟ੍ਰੋਨਿਕ ਯੁੱਗ ਦੀ ਗੱਲ ਕਰਦੇ ਹਾਂ ਜਾਂ ਅਸੀਂ ਆਧੁਨਿਕ ਯੁੱਗ ਦੀ ਗੱਲ ਕਰਦੇ ਹਾਂ, ਤੇ ਸੌਖੇ ਸਾਧਨ ਨੇ। ਸੋ ਆਓ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਇਸ ਵਿਚਾਰ ਨੂੰ ਆਪਾਂ ਬਾਣੀ ਦੀ ਰੌਸ਼ਨੀ ਵਿੱਚੋਂ ਸਮਝੀਏ। ਮਲਕੀਤ ਸਿੰਘ ਦੀ ਗੱਲ ਇੱਦਾਂ ਆ ਵੀ ਬਾਣੀ 'ਚ ਜੇ ਬਹੁਤ ਸ਼ਬਦ ਇੱਦਾਂ ਦੇ ਆ ਜਿਨ੍ਹਾਂ ਦੇ ਅੱਖਰੀ ਅਰਥ ਕਰਕੇ ਸਾਡੇ ਬੰਦਿਆਂ ਨੇ ਅਰਥਾਂ ਦਾ ਅਨਰਥ ਬਹੁਤ ਕੀਤਾ ਆ। ਜਿਵੇਂ ਅੱਜ ਕੱਲ੍ਹ ਇੱਦਾਂ ਹੋ ਜਾਊਗਾ ਵੀ ਜੇ ਕਿਸੇ ਬੰਦੇ ਨੇ ਰਾਜਨੀਤੀ ਵਿੱਚ ਆਉਣਾ ਤੇ ਉਹ ਬੰਦਾ ਗੁਰਦੁਆਰੇ ਅਰਦਾਸ ਕਰਾ ਕੇ ਕਹਿ ਰਿਹਾ ਵੀ ਮਹਾਰਾਜ ਮੇਰੇ ਬਾਰੇ ਕਹਿੰਦੇ ਆ ਵੀ ਸਭ ਰਾਜ ਸ੍ਰਿਸ਼ਟ ਕਾ ਲੇਖ, ਹੈ ਨਾ। ਹਾਂਜੀ। ਹਾਲਾਂਕਿ ਕਿਸੇ ਜ਼ਮੀਨੀ ਟੁਕੜੇ ਦੀ ਜਾਂ ਕਿਸੇ ਖਾਸ ਕਿੱਤੇ ਦੀ ਗੱਲ ਕਰਕੇ ਅਸੀਂ ਬਾਣੀ ਦਾ ਦਾਇਰਾ ਛੋਟਾ ਕਰ ਦਿੰਦੇ ਹਾਂ। ਬਾਣੀ ਬੜੇ ਵੱਡੇ ਦਾਇਰੇ ਦੀ ਗੱਲ ਹੈ। ਤੇ ਜਿਹੜਾ ਇਹ ਪੱਖ ਜਦੋਂ ਬਾਣੀ ਵਿੱਚ ਆਉਂਦਾ ਹੈ ਨਾ, ਜਿੱਥੇ ਕਿਤੇ ਇਸ ਤਰ੍ਹਾਂ ਦਾ ਪੱਖ ਬਾਣੀ 'ਚ ਅਸੀਂ ਪੜ੍ਹਦੇ ਸੁਣਦੇ ਹਾਂ, ਉਹਦਾ ਜਿਹੜਾ ਸਿੱਧਾ ਸਿੱਧਾ ਅਰਥ ਇਹ ਹੈ ਵੀ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਿਰਜਣਾ ਚਾਹੁੰਦੇ ਸੀ ਨਾ, ਵੀ ਜਿਹੜਾ ਸਿੱਖ ਹੈ ਉਹ ਖੁਦ ਮੁਖਤਿਆਰ ਹੋਵੇ, ਮਤਲਬ ਉਹ ਡਿਸੀਜਨ ਮੇਕਰ ਬਣੇ, ਉਹ ਫੈਸਲੇ ਲੈਣ ਦੀ ਹਿੰਮਤ ਰੱਖਦਾ ਹੋਵੇ। ਬਿਲਕੁਲ ਹਰ ਇੱਕ ਚੀਜ਼ ਦਾ ਫੈਸਲਾ ਉਹ ਬਾਣੀ ਦੀ ਰੌਸ਼ਨੀ ਵਿੱਚ ਖੁਦ ਕਰ ਸਕਦਾ ਹੋਵੇ, ਕਿਉਂਕਿ ਲੰਮੇ ਸਮੇਂ ਤੋਂ ਸਾਡੇ ਫੈਸਲੇ ਈਵਨ ਇੱਥੋਂ ਤੱਕ ਵੀ ਅਸੀਂ ਕੀ ਖਾਣਾ ਆ, ਕੀ ਪਹਿਨਣਾ ਆ, ਅਸੀਂ ਕਿਹੜੇ ਧਰਮ ਨੂੰ ਮੰਨਣਾ ਆ, ਕਿਹੋ ਜਿਹੇ ਕੱਪੜੇ ਪਾਉਣੇ ਆ, ਇਹ ਸਾਰੀਆਂ ਗੱਲਾਂ ਸਾਡੇ ਤੇ ਜਿਹੜੀਆਂ ਆ ਉਹ ਥੋਪੀਆਂ ਜਾਂਦੀਆਂ ਸਨ। ਕਿਹਦੇ ਮੁਤਾਬਕ ਚੱਲਣਾ ਆ, ਕਿਹਦੀ ਗੱਲ ਕਿਹਦੇ ਮੁਤਾਬਕ ਤੁਸੀਂ ਚੱਲਣਾ। ਤੇ ਜਦੋਂ 9 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਦੀ ਜਨੇਊ ਵਾਲੀ ਗੱਲ ਕਰਦੇ ਆ, ਤੇ ਉਹ ਸ਼ੁਰੂਆਤ ਹੀ ਇੱਥੋਂ ਹੁੰਦੀ ਆ ਵੀ ਖੁਦ ਮੁਖਤਿਆਰੀ ਗੁਰੂ ਸਾਹਿਬ ਜੀ ਨੇ ਸਾਨੂੰ ਲੈ ਕੇ ਦਿੱਤੀ। ਹਾਂਜੀ। ਉਹੀ ਹੈ ਵੀ ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇਖ। ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਨਾਲ ਆਪਣੇ ਆਪ ਨੂੰ ਸਮਰਪਿਤ ਕਰਕੇ ਤੇਰੀ ਜਿਹੜੀ ਫੀਲਿੰਗ ਹੈ ਨਾ, ਜਿਹੜਾ ਤੇਰਾ ਸੁਭਾਅ ਆ, ਜਿਹੜਾ ਤੇਰਾ ਨੇਚਰ ਹੈ, ਉਹ ਰਾਜਿਆਂ ਵਰਗਾ ਹੋਵੇ। ਹੁਣ ਜ਼ਰੂਰੀ ਨਹੀਂ ਹੈ ਵੀ ਸਾਨੂੰ ਸਾਰਿਆਂ ਨੂੰ ਸ੍ਰਿਸ਼ਟੀ ਦਾ ਰਾਜ ਮਿਲ ਜਾਏ, ਜਾਂ ਮੈਂ ਕਹਾਂ ਮੈਨੂੰ ਸ੍ਰਿਸ਼ਟੀ ਦਾ ਰਾਜ ਮਿਲ ਜਾਏ, ਪਰ ਜੇ ਗੁਰੂ ਸਾਹਿਬ ਜੀ ਤੋਂ ਅਸੀਂ ਅਕਲ ਲੈ ਲਈਏ ਨਾ, ਅਸੀਂ ਜ਼ਿੰਦਗੀ ਰਾਜਿਆਂ ਵਾਲੀ ਜੀ ਸਕਦੇ ਹਾਂ। ਜਿਵੇਂ ਤੁਸੀਂ ਵੇਖੋਗੇ, ਬਸਤਾ ਟੂਟੀ ਝੋਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਰਦਿਆਨ ਪਰ ਮਿੰਨਾ। ਉੱਥੇ ਗੁਰੂ ਅਰਜਨ ਸਾਹਿਬ ਜੀ ਗੱਲ ਕਰਨਗੇ ਰਾਜਾ ਸਗਲੀ ਸ੍ਰਿਸ਼ਟ ਕਾ, ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਬਿਲਕੁਲ। ਕੌਣ? ਕਿਉਂਕਿ ਸਾਡਾ ਸੰਬੰਧ ਉਹਦੇ ਨਾਲ ਜੁੜ ਗਿਆ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਤੇ ਬਾਣੀ 'ਚ ਜਦੋਂ ਇਸ ਤਰ੍ਹਾਂ ਦਾ ਪੱਖ ਆਉਂਦਾ ਹੈ, ਉਹਨੂੰ ਅਸੀਂ ਇਸ ਲਹਿਜੇ ਨਾਲ ਜਾਂ ਇਸ ਨਜ਼ਰੀਏ ਨਾਲ, ਇਸ ਪੁਆਇੰਟ ਆਫ ਵਿਊ ਤੋਂ ਵੇਖੀਏ ਵੀ ਜਦੋਂ ਤੁਸੀਂ ਬਾਣੀ ਦੇ ਅਕੋਰਡਿੰਗ ਜ਼ਿੰਦਗੀ ਜੀਨੇ ਆ ਤੇ ਰਾਜਿਆਂ ਵਾਲੀ ਫੀਲਿੰਗ ਹੁੰਦੀ ਹੈ, ਬੇਸ਼ਰਤੇ ਤੁਹਾਡੇ ਸਿਰ ਤੇ ਛੱਤ ਕਾਨਿਆਂ ਦੀ ਕਿਉਂ ਨਾ ਹੋ, ਭਾਵੇਂ ਮਾਮੂਲੀ ਜੀ ਜ਼ਿੰਦਗੀ ਵੀ ਤੁਸੀਂ ਜਿੰਦੇ ਹੋ। ਜਿਵੇਂ ਤੁਸੀਂ ਜੇ ਹਿਸਟਰੀ 'ਚ ਵੇਖਣਾ ਹੋਵੇ ਵੀ ਘਾਹ ਦੀ ਪੰਡ ਲੈ ਕੇ ਘਾਈ ਆਇਆ,
ਉਹਨੂੰ ਭੁਲੇਖਾ ਲੱਗਾ ਵੀ ਬਾਦਸ਼ਾਹ ਨੂੰ ਮਿਲਣਾ ਹੈ। ਹਾਂ, ਤੇ ਉਹ ਜਹਾਂਗੀਰ ਦੇ ਵਿੱਚ ਚਲਾ ਗਿਆ। ਹਾਂ, ਚਲਾ। ਤੁਸੀਂ ਵੇਖੋ ਕਿੰਨੀ ਇੰਟਰਸਟਿਡ ਬਾਤ ਹੈ ਵੀ ਉਹਨੇ ਗੁਰੂ ਸਾਹਿਬ ਨੂੰ ਵੇਖਿਆ ਹੀ ਨਹੀਂ, ਵੀ ਸਰੀਰ ਕਰਕੇ ਉਹਨੇ ਨਹੀਂ ਵੇਖਿਆ, ਪਰ ਆਪਣੇ ਗੁਰੂ ਨੂੰ ਜਾਣਦਾ ਕਿੰਨਾ ਹੋਣਾ, ਜਾਣਦਾ ਹੋਣਾ ਵਿਚਾਰਾਂ ਰਾਹੀਂ। ਬਿਲਕੁਲ, ਹਨਾ। ਸਰੀਰ ਤਾਂ ਗੁਰੂ ਸਾਹਿਬ ਦਾ ਵੇਖਿਆ ਨਹੀਂ ਉਹਨੇ। ਭੁਲੇਖੇ ਨਾਲ ਬਾਦਸ਼ਾਹ ਦੇ ਤੰਬੂ ਵਿੱਚ ਚਲਾ ਗਿਆ। ਜਦੋਂ ਬਾਦਸ਼ਾਹ ਦੇ ਤੰਬੂ ਵਿੱਚ ਗਿਆ ਤੇ ਉਹਨੇ ਘਾਹ ਦੀ ਪੰਡ ਰੱਖੀ। ਹੁਣ ਜਿਹੜਾ ਘਾਹ ਦੀ ਪੰਡ ਲੈ ਕੇ ਆਇਆ, ਇਹ ਵੀ ਸਮਝ ਲੱਗਦੀ ਵੀ ਗਰੀਬ ਬਹੁਤ ਹੋਣਾ ਹੈ। ਹਾਂ, ਬਿਲਕੁਲ, ਹਨਾ। ਵੀ ਜੇ ਕੋਈ ਅਮੀਰ ਹੁੰਦਾ ਤਾਂ ਤੋਹਫਾ ਹੁੰਦਾ, ਕਿਉਂਕਿ ਕਈ ਵਾਰ ਤੁਸੀਂ ਤੋਹਫਿਆਂ ਤੋਂ ਵੀ ਜੱਜ ਕਰ ਲੈਂਦੇ ਆ। ਹਾਲਾਂਕਿ ਤੁਸੀਂ ਕਿਸੇ ਦੇ ਅੰਦਰ ਦੀ ਅਮੀਰੀ ਤੇ ਗਰੀਬੀ ਪੈਸਿਆਂ ਨਾਲ ਜੱਜ ਨਹੀਂ ਕਰ ਸਕਦੇ, ਪਰ ਤੋਹਫਾ ਦੱਸ ਦਿੰਦਾ ਵੀ ਬੰਦਾ ਜਿਹੜਾ ਵਾ ਮਾਇਕ ਤੌਰ ਤੇ ਕਿੱਥੇ ਖੜਾ ਹੈ। ਹੁਣ ਉਹਨੇ ਜਦੋਂ ਘਾਹ ਦੀ ਪੰਡ ਰੱਖੀ ਤੇ ਜਹਾਂਗੀਰ ਨੂੰ ਕਹਿੰਦਾ ਵੀ ਜਨਮ ਮਰਨ ਕੱਟ ਦਿਓ ਮੇਰਾ, ਤੇ ਜਹਾਂਗੀਰ ਸਮਝ ਗਿਆ ਵੀ ਇਹ ਆਇਆ ਅਸਲ 'ਚ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਿਲਣ ਹੀ ਗਲਤ ਥਾਂ ਤੇ ਆ ਗਿਆ, ਗਲਤ ਥਾਂ ਤੇ ਆ ਗਿਆ। ਉਹ ਕਹਿੰਦਾ ਵੀ ਜਿਹੜਾ ਮੇਰਾ ਨਹੀਂ ਕੱਟਿਆ ਗਿਆ, ਮੈਂ ਤੇਰਾ ਕਿੱਥੋਂ ਕੱਟਦਾ। ਉਹ ਕਹਿੰਦਾ ਵੀ ਫਿਰ ਤਾਂ ਮੈਂ ਵਾਪਸ ਜਾਣਾ। ਇਹ ਵੀ ਕਿੱਡੀ ਵੱਡੀ ਗੱਲ ਹੈ ਕਿ ਉਹ ਉਸੇ ਵੇਲੇ ਜੱਜ ਕਰ ਗਿਆ। ਹਾਂ, ਨਹੀਂ ਤੇ ਅੱਜ ਬਹੁਤਿਆਂ ਤੋਂ ਜੱਜ ਨਹੀਂ ਕੀਤਾ ਜਾਂਦਾ। ਤੇ ਨਾਲੇ ਦੇ ਅੱਜ ਵਾਲੇ ਤੇ ਪਹੁੰਚ ਜਾਂਦੇ ਬਾਦਸ਼ਾਹ ਕੋਲ, ਤਾਂ ਅਗਲਾ ਕਹਿਣਾ ਚੱਲ ਹੁਣ ਬਾਦਸ਼ਾਹ ਨੂੰ ਮਿਲ ਪਿਆ, ਗੁਰੂ ਸਾਹਿਬ ਦੀ ਕੋਈ ਗੱਲ ਨਹੀਂ, ਫਿਰ ਮਿਲ ਲਾਂਗੇ ਕਿਤੇ। ਬਿਲਕੁਲ, ਬਹੁਤ ਬੰਦੇ ਨੇ ਨਾ ਜਿਹੜੇ ਜਿਨ੍ਹਾਂ ਦੀ ਬਾਦਸ਼ਾਹਾਂ ਨਾਲ ਸਾਂਝ ਪੈ ਗਈ ਤੇ ਗੁਰੂ ਨਾਲੋਂ ਸਾਂਝ ਤੋੜ ਲਈ ਉਹਨਾਂ ਨੇ। ਬਾਦਸ਼ਾਹ, ਇੱਕ ਰਾਜਾ, ਇੱਕ ਸੀਐਮ ਹੋਣਾ ਅਲੱਗ ਚੀਜ਼ ਹੈ। ਅੱਜ ਕੱਲ ਤੇ ਕੋਈ ਪਿੰਡ ਦਾ ਕੋਈ ਸਰਪੰਚ ਆ ਜੇ, ਉਹਦੀਆਂ ਵੀ ਨਾਲ ਵੀ ਫੋਟੋਆਂ ਖਿਚਾ ਕੇ ਲੋਕਾਂ ਨੇ ਘਰਾਂ ਚ ਲਾਈਆਂ ਹੁੰਦੀਆਂ ਕਿ ਸਾਡੀ ਉਹਦੇ ਨਾਲ ਸਾਂਝ ਹੈ। ਹਾਂ, ਬਸ ਮਤਲਬ ਕਿੱਡੀ ਅਜੀਬ ਗੱਲ ਆ। ਵੇਖੋ, ਬਿਲਕੁਲ ਬਿਲਕੁਲ। ਤੇ ਸਿੱਖ ਦੀ ਜਜਮੈਂਟ ਵੇਖੋ ਕਿੱਡੀ ਕਮਾਲ ਦੀ ਆ ਮਲਕੀਤ ਸਿੰਘ ਦੀ, ਵੀ ਉਹ ਕਹਿੰਦੇ ਵੀ ਨਹੀਂ ਭਾਈ, ਮੈਂ ਤਾਂ ਫਿਰ ਵਾਪਸ ਜਾਣਾ। ਹੁਣ ਇਹ ਆਪਣੇ ਆਪ 'ਚ ਬੜੀ ਗੱਲ ਫਿਰ ਲੰਬੀ ਹੋਣੀ ਆ ਵੀ ਉਹ ਘਾਹ ਦੀ ਪੰਡ ਚੁੱਕਣ ਲੱਗਦਾ ਹੈ। ਕਿਸੇ ਬਾਦਸ਼ਾਹ ਦੇ ਗਾੜੀ ਕੋਈ ਚੀਜ਼ ਰੱਖਣੀ ਤੇ ਉਹ ਤੋਂ ਚੁੱਕਣੀ, ਉਹਦੀ ਆਪਣੇ ਆਪ ਬਹੁਤ ਵੱਡੀ ਨਰਾਦਰੀ ਵੀ ਹੈ ਤੇ ਇੱਕ ਹਿੰਮਤ ਵੀ ਹੈ। ਹਾਂ, ਇੱਧਰ ਚੁੱਕਣ ਵਾਲਿਆਂ ਦੀ ਹਿੰਮਤ ਕਿੱਡੀ ਹੈ, ਤੇ ਇਹਨੂੰ ਇਹ ਵੀ ਪਤਾ ਵੀ ਜੇ ਚੁੱਕੂਗਾ ਤੇ ਇਹਦੀ ਨਰਾਦਰੀ ਹੋਣੀ ਹੈ, ਤੇ ਰਿਐਕਟ ਕਿੱਦਾਂ ਦਾ ਕਰ ਸਕਦਾ। ਕਿਉਂਕਿ ਜੇ ਗੁਰੂ ਸਾਹਿਬ ਨੂੰ ਬਿਨਾਂ ਵੇਖਣ ਤੋਂ ਜਾਣਦਾ ਹੋਣਾ ਹੈ, ਤੇ ਉਹ ਜਹਾਂਗੀਰ ਬਾਰੇ ਵੀ ਤਾਂ ਜਾਣਦਾ ਹੋਣਾ ਨਾ ਵੀ ਇਹ ਕਿੱਦਾਂ ਦਾ। ਉਹਨੇ ਘਾਹ ਦੀ ਪੰਡ ਚੁੱਕ ਕੇ ਤੁਰਨ ਲੱਗਾ ਤੇ ਬਾਦਸ਼ਾਹ ਕਹਿੰਦਾ ਵੀ ਇਹ ਮੇਰੀ ਬੜੀ ਇਨਸਲਟ ਹੈ ਇਹਦੇ ਨਾਲ, ਕਿ ਤੂੰ ਘਾਹ ਦੀ ਪੰਡ ਰਹਿਣ ਦੇ, ਤੂੰ ਇਹ ਦੱਸ ਇਹਦੇ ਬਦਲੇ 'ਚ ਤੈਨੂੰ ਕੀ ਚਾਹੀਦਾ। ਉਹ ਕਹਿੰਦਾ ਵੀ ਮੈਨੂੰ ਤਾਂ ਗੁਰੂ ਹੀ ਚਾਹੀਦਾ ਬਦਲੇ 'ਚ। ਬਿਲਕੁਲ, ਉਹ ਹੀ ਵਿਚਾਰ ਚਾਹੀਦੇ। ਉਹ ਕਹਿੰਦਾ ਮੇਰੇ ਕੋਲ ਹੈ ਨਹੀਂ। ਕਹਿੰਦਾ ਫਿਰ ਘਾਹ ਦੀ ਪੰਡ ਚੁੱਕ ਲੈਣ ਦੇ। ਉਹ ਬੜੀ ਇੰਟਰਸਟਿਡ ਗੱਲ ਇਤਿਹਾਸ ਵਿੱਚ ਆਉਂਦੀ ਵੀ ਜਦੋਂ ਘਾਹ ਦੀ ਪੰਡ ਚੁੱਕ ਕੇ ਬਾਹਰ ਨਿਕਲਿਆ ਤਾਂ ਦਰਬਾਰੀ ਕਹਿੰਦਾ ਵੀ ਬਹੁਤ ਕਮਲਾ ਬੰਦਾ ਹੈ। ਕਹਿੰਦਾ ਕਿਉਂ? ਕਹਿੰਦਾ ਬਾਦਸ਼ਾਹ ਤੈਨੂੰ ਘਾਹ ਦੀ ਪੰਡ ਦੇ ਬਦਲੇ ਜੋ ਤੂੰ ਮੰਗਦਾ ਉਹ ਦੇ ਰਿਹਾ ਸੀ, ਉਹ ਦੇ ਰਿਹਾ ਸੀ। ਤੂੰ ਘਾਹ ਦੀ ਪੰਡ ਲੈ ਕੇ ਆ ਗਿਆ ਵੀ ਰਿਆਸਤ ਲੈ ਲਈ ਨੂੰ, ਕੋਈ ਰਾਜ ਦਾ ਟੁਕੜਾ ਲੈ ਲਈ ਨੂੰ, ਤੇ ਏਡੀ ਤੇਰੀ ਘਾਹ ਦੀ ਕੀਮਤ ਪੈ ਰਹੀ ਸੀ। ਤੇ ਸਿੱਖ ਕਹਿੰਦਾ ਉਹ ਕਮਲਿਆ, ਘਾਹ ਦੀ ਕੀਮਤ ਨਹੀਂ, ਇਹ ਤੇ ਗੁਰੂ ਦੇ ਪਿਆਰ ਦੀ ਕੀਮਤ। ਬਿਲਕੁਲ। ਤੇ ਗੁਰੂ ਦੇ ਪਿਆਰ ਦੇ ਬਦਲੇ ਮੇਰੇ ਵਰਗੇ ਬੰਦੇ ਹਜ਼ਾਰਾਂ ਜਾਨਾਂ ਵਾਰ ਸਕਦੇ, ਤੂੰ ਕਿਹੜੇ ਘਾਹ ਦੀ ਪੰਡ ਕਰਦਾ। ਕਹਿੰਦਾ ਜੇ ਮੈਂ ਹੁੰਦਾ ਤੇਰੀ ਜਗ੍ਹਾ ਤੇ ਐ ਨਾ ਕਰਦਾ। ਕਹਿੰਦਾ ਤੂੰ 4 ਪੰਡਾਂ ਘਾਹ ਦੀਆਂ ਲੈ ਜਾ, 4 ਟਰੱਕ ਘਾਹ ਦੇ ਲੈ ਜਾ, ਤੇਰੀ ਜੁਗਤ ਵੀ ਨਹੀਂ ਪੈਣੀ। ਜੁਗਤ ਵੀ ਨਹੀਂ ਪੈਣੀ। ਹਾਂ, ਬਿਲਕੁਲ। ਇਹ ਹੈ ਫੀਲਿੰਗ ਜਿਹੜੀ ਗੁਰੂ ਸਾਹਿਬ ਨੇ ਸਾਡੇ ਨਾਲੇ ਉੱਥੋਂ ਇੰਡਾਇਰੈਕਟ ਮੈਸੇਜ ਇਹ ਵੀ ਸੀਗਾ ਕਿ ਮੈਂ ਤੇਰੇ ਅੱਗੇ ਘਾਹ ਦੀ ਪੰਡ ਚੁੱਕ ਰਿਹਾ, ਹੇ ਰਾਜਨ, ਤੂੰ ਇਸ ਘਾਹ ਦੀ ਪੰਡ ਦੇ ਬਰਾਬਰ ਵੀ ਨਹੀਂ ਹੈ। ਇਹ ਵੀ ਪੱਕ ਬਿਲਕੁਲ ਕਲੀਅਰ ਸੀ। ਕਿੱਡੀ ਪਿਆਰੀ ਗੱਲ ਹੈ ਵੀ ਤੈਨੂੰ, ਤੂੰ ਬਾਦਸ਼ਾਹ ਹੋਏਗਾ, ਪਰ ਮੈਂ ਆਪਣੇ ਆਪ ਨੂੰ ਬਾਦਸ਼ਾਹ ਮੰਨਦਾ ਵੀ ਤੈਨੂੰ ਤਾਂ ਮੈਂ ਘਾਹ ਦੇ ਪੰਡ ਦੇ ਬਰਾਬਰ ਵੀ ਨਹੀਂ ਮੰਨਦਾ। ਬਿਲਕੁਲ ਬਿਲਕੁਲ। ਜਿਵੇਂ ਉਹ ਇੱਕ ਘਟਨਾ ਹੁੰਦੀ ਹੈ ਕਿ ਅਮੀਰ ਹੋਣਾ ਕੀ ਹੈ, ਰਾਜ ਸ੍ਰਿਸ਼ਟ ਕਾ ਹੋਣਾ ਕੀ ਹੈ। ਬੜੀ ਪਿਆਰੀ ਘਟਨਾ ਹੈ ਕਿ ਕੋਈ ਨਵ-ਵਿਆਹਿਆ ਜੋੜਾ ਸੀ, ਉਹਨਾਂ ਦਾ ਛੋਟਾ ਜਿਹਾ ਬੱਚਾ ਸੀ, ਤੇ ਉਹ ਘੁੰਮਣ ਗਏ ਕਿਤੇ, ਤੇ ਜਾਂਦੇ ਜਾਂਦੇ ਇੱਕ ਸੜਕ ਤੇ ਉਹ 5 ਸਟਾਰ ਹੋਟਲ ਵੇਖਿਆ, ਉੱਥੇ ਰੁਕੇ। ਉੱਥੋਂ ਉਹਨਾਂ ਨੇ ਆਪ ਵੀ ਭੋਜਨ ਲਿਆ, ਰੋਟੀ ਪਾਣੀ ਖਾਧਾ, ਤੇ ਬੱਚੇ ਲਈ ਦੁੱਧ ਲਿਆ। ਤੇ ਉਹਨਾਂ ਨੇ ਸੋਚਿਆ ਕਿ ਥੋੜਾ ਬੋਤਲ 'ਚ ਵੀ ਦੁੱਧ ਪਵਾ ਲੈਂਦੇ ਆ ਕਿਉਂਕਿ ਦੂਰ ਜਾਣਾ ਹੈ। ਤੇ ਉਹਨਾਂ ਨੇ ਥੋੜਾ ਜਿਹਾ ਬੋਤਲ 'ਚ ਦੁੱਧ ਪਾਇਆ ਤੇ ਉਹਨਾਂ ਨੇ ਪੁੱਛਿਆ ਕਿ ਕਿੰਨਾ ਬੋਤਲ ਦੇ ਵਿੱਚ ਕਿੰਨੇ ਪੈਸੇ ਆ। ਤੇ ਉਹਨੇ ਵੱਧ ਤੋਂ ਵੱਧ ਬੋਤਲ ਦੇ ਵਿੱਚ 200 ਗ੍ਰਾਮ ਦੁੱਧ ਪੈਂਦਾ ਹੈ, 250 ਗ੍ਰਾਮ ਪੈਂਦਾ, ਤੇ ਉਹਨੇ ਉਹਦਾ 300 ਰੁਪਏ ਲੈ ਲਿਆ। 5 ਸਟਾਰ ਹੋਟਲ, ਬਹੁਤ ਅਮੀਰ ਸੀ। ਜਦੋਂ ਥੋੜੀ ਅੱਗੇ ਗਏ, ਸਫ਼ਰ ਲੰਬਾ ਸੀ, ਤੇ ਬੱਚੇ ਨੂੰ ਫਿਰ ਬਟ ਓਬਵੀਅਸ ਹੈ ਕਿ ਭੁੱਖ ਲੱਗਣੀ ਹੈ। ਬੱਚੇ ਨੂੰ ਦੁਬਾਰਾ ਭੁੱਖ ਲੱਗ ਗਈ। ਜਦੋਂ ਬੱਚੇ ਨੂੰ ਦੁਬਾਰਾ ਭੁੱਖ ਲੱਗ ਗਈ, ਉਹ ਫਿਰ ਕਿਸੇ ਨਾ ਆਸੇ ਪਾਸੇ ਵੇਖਿਆ ਕਿ ਉਹਨੇ ਜਦੋਂ ਸ਼ਹਿਰ ਤੋਂ ਬਹੁਤ ਦੂਰ ਨਿਕਲ ਚੁੱਕੇ ਸੀ, ਇੱਕ ਪਿੰਡ 'ਚ ਗਏ, ਤੇ ਉੱਥੇ ਕੀ ਦੇਖਿਆ ਕਿ ਇੱਕ ਨਿੱਕਾ ਜਿਹਾ ਘਰ ਹੈ, ਤੇ ਉਹਦੇ ਸਾਈਡ ਤੇ ਖਲੋਤੇ ਹੋ, ਤੇ ਉੱਥੋਂ ਉਹਨਾਂ ਨੇ ਆਵਾਜ਼ ਮਾਰੀ ਕਿ ਸਾਡਾ ਬੱਚਾ ਭੁੱਖਾ ਆ ਤੇ ਅਸੀਂ ਉਹਨੂੰ ਦੁੱਧ ਦੇਣਾ ਹੈ, ਤੇ ਤੁਸੀਂ ਥੋੜਾ ਦੇ ਦਿਓ। ਉਹ ਗਰੀਬ ਸੀ ਪਰਿਵਾਰ, ਕਾਨਿਆਂ ਦੀ ਛੱਤ ਪਈ ਹੋਈ ਹੈ, ਤੇ ਉਹਨਾਂ ਨੂੰ ਬੜਾ ਚਾਅ ਚੜਿਆ ਕਿ ਯਾਰ ਕੋਈ ਸਾਡੇ ਘਰ ਆਇਆ। ਉਹਨਾਂ ਨੇ ਆਵਾਜ਼ ਮਾਰੀ ਤੇ ਕਹਿੰਦੇ ਬੈਠੋ ਜੀ।
ਉਹਨਾਂ ਨੇ ਉਹਨਾਂ ਨੂੰ ਵੀ ਚਾਹ ਪਾਣੀ ਪਿਆਇਆ, ਬੱਚੇ ਨੂੰ ਦੁੱਧ ਪਿਆਇਆ ਤੇ ਬੋਤਲ ਭਰ ਕੇ ਲੀਟਰ ਦੀ ਉਹ ਬੱਚੇ ਦੇ ਨਾਲ ਦਿੱਤੀ। ਤੇ ਉਹ ਜਾਣ ਲੱਗੇ ਪੁੱਛਦੇ ਜੀ ਕਿੰਨੇ ਪੈਸੇ? ਉਹ ਕਹਿੰਦੇ ਜੀ ਅਸੀਂ ਬੱਚਿਆਂ ਨੂੰ ਦੁੱਧ ਪਿਆਉਣ ਦੇ ਤੇ ਮਹਿਮਾਨਾਂ ਦੇ ਘਰ ਆਇਆ ਤਾਂ ਪੈਸੇ ਨਹੀਂ ਲੈਣੇ। ਵਾਹ ਵਾਹ, ਕੀ ਬਾਤ। ਤੇ ਹੁਣ ਅਮੀਰੀ ਵੇਖਣੀ ਹੈ, ਇੱਥੋਂ ਸਾਨੂੰ ਵੇਖੀ ਜਾ ਸਕਦੀ ਹੈ। ਇੱਕ 5 ਸਟਾਰ ਹੋਟਲ ਵਾਲਾ ਹੈ, ਬੱਚੇ ਨੂੰ 250 ਗ੍ਰਾਮ ਦੁੱਧ ਦੇ ਰਿਹਾ ਤੇ 300 ਰੁਪਏ ਲੈ ਰਿਹਾ। ਇੱਕ ਗਰੀਬ ਪਰਿਵਾਰ ਹੈ ਤੇ ਉਹਨਾਂ ਨੂੰ ਪਤਾ ਵੀ ਨਹੀਂ ਹੈ ਕਿ ਇਹ ਕੌਣ ਹੈ ਤੇ ਕਿੱਥੋਂ ਆਏ ਹੈ, ਬਟ ਉੱਥੇ ਅਮੀਰੀ ਦਿਲ ਦੀ ਕਿੰਨੀ ਜ਼ਿਆਦਾ ਆ ਤੇ ਉਹ ਭਾਵਨਾ ਹੈ। ਤੇ ਗੁਰੂ ਨਾਨਕ ਸਾਹਿਬ ਜੇ ਭਾਈ ਲਾਲੋ ਦੇ ਘਰ ਜਾ ਕੇ ਠਹਿਰ ਰਹੇ ਆ ਤੇ ਇਹਦਾ ਮਤਲਬ ਸਮਝਦੇ ਆ ਕਿ ਇਹ ਤੋਂ ਵੱਡਾ ਅਮੀਰ ਹੋਰ ਕੋਈ ਨਹੀਂ ਹੋਣਾ। ਬਿਲਕੁਲ ਠੀਕ ਹੈ ਜੀ। ਇੱਕ ਗੱਲ ਜਿਵੇਂ ਹੋਰ ਆਪਾਂ ਸ਼ਾਮਲ ਮਲਕੀਤ ਸਿੰਘ ਜੀ ਚ ਕਰ ਲੈਂਦੇ। ਮੈਂ ਇਹਨੂੰ ਇੱਕ ਵਾਰ ਬੜੀ ਪਿਆਰੀ ਗੱਲ ਕਿਸੇ ਨੇ ਸੁਣਾਈ। ਕਹਿੰਦੇ ਵੀ ਕਿਸੇ ਅਮੀਰ ਦੇ ਘਰ ਕੋਈ ਕੰਮ ਕਰਨ ਵਾਲੀ ਔਰਤ ਤੇ ਉਹ ਹੁਣ ਅਮੀਰੀ ਗਰੀਬੀ ਕੀ ਹੈ, ਸਭ ਰਾਜਾ ਕਿਵੇਂ ਹੁੰਦਾ ਬੰਦਾ। ਉਹ ਕੰਮ ਕਰਦੀ ਸੀ ਤਾਂ ਜਦੋਂ ਉਹਨਾਂ ਦੇ ਜਿਨ੍ਹਾਂ ਦੇ ਮਾਲਕਾਂ ਦੇ ਕੰਮ ਕਰਦੀ ਸੀ ਉਹਨਾਂ ਦੀ ਬੇਟੀ ਦਾ ਵਿਆਹ ਸੀ ਤੇ ਉਹ ਦੁਕਾਨ ਤੇ ਗਈ ਤੇ ਦੁਕਾਨਦਾਰ ਨੂੰ ਕਹਿੰਦੀ ਵੀ ਮੇਰੇ ਮਾਲਕਾਂ ਦੀ ਬੇਟੀ ਦਾ ਵਿਆਹ ਆ, ਕੋਈ ਵਧੀਆ ਤੇ ਮਹਿੰਗਾ ਸੂਟ ਵਿਖਾਇਆ, ਹਨਾ। ਥੋੜੇ ਦਿਨ ਹੋਏ ਉਹਨੇ ਮਤਲਬ ਬਹੁਤ ਮਹਿੰਗਾ ਆਪਣੇ ਵੱਲੋਂ ਸੂਟ ਲਿਆ ਕੇ ਦਿੱਤਾ। ਥੋੜੇ ਦਿਨ ਹੋਏ ਤਾਂ ਉਸ ਤੋਂ ਬਾਅਦ ਉਸ ਜਿਹੜੀ ਉਹ ਨੌਕਰ ਬੀਬੀ ਸੀਗੀ, ਭੈਣ ਸੀ, ਉਹਦੇ ਬੱਚੀ ਦਾ ਆਨੰਦ ਕਾਰਜ ਸੀ, ਵਿਆਹ ਸੀ। ਹੁਣ ਉਹ ਮਾਲਕ ਗਏ ਦੁਕਾਨ ਤੇ ਉਸੇ, ਔਰ ਉਹ ਮਾਲਕ ਦੋਵਾਂ ਨੂੰ ਜਾਣਦਾ ਸੀ। ਇਹ ਉਹਦੇ ਕੰਮ ਕਰਦੀ ਹੈ, ਹਾਂ ਇਹ ਉਹਦੇ ਕੰਮ ਕਰਦੀ ਹੈ। ਉਹ ਉੱਥੇ ਜਾ ਕੇ ਕਹਿੰਦੇ ਵੀ ਸਾਡੇ ਨਾ ਕੰਮ ਵਾਲੀ ਦੇ ਕੁੜੀ ਦਾ ਵਿਆਹ ਆ, ਬੇਟੀ ਦਾ ਵਿਆਹ ਆ, ਤੇ ਕੋਈ ਨਾ ਨੋਰਮਲ ਜਿਹਾ ਸੂਟ ਵਿਖਾ ਦੇ। ਉਹ ਦੁਕਾਨਦਾਰ ਕਹਿੰਦਾ ਯਾਰ ਉਹ ਆਈ ਤਾਂ ਭਾਵੇਂ ਬੀਬੀ ਪੈਦਲ ਸੀ ਪਰ ਦਿਲ ਬੜਾ ਅਮੀਰ ਸੀ। ਇਹ ਉਤਰੇ ਬਹੁਤ ਮਹਿੰਗੀ ਗੱਡੀ ਚੋਂ ਪਰ ਇਹ ਅੰਦਰੋਂ ਬਹੁਤ ਗਰੀਬ। ਉਹੀ ਨਾ ਕਿ ਤੁਹਾਡੀ ਜਿਹੜੀ ਅਮੀਰੀ ਹੈ, ਤੁਹਾਡੀ ਵਿਚਾਰਾਂ ਦੀ ਅਮੀਰੀ ਹੋਣੀ ਚਾਹੀਦੀ ਹੈ ਤੇ ਤੁਹਾਡੇ ਸੁਭਾਅ ਦੀ ਅਮੀਰੀ ਹੋਣੀ ਚਾਹੀਦੀ ਹੈ, ਤੇ ਜਿਹੜੀ ਗੁਰੂ ਨਾਨਕ ਨੇ ਸਿਖਾਈ ਹੈ। ਬਸ ਗੁਰੂ ਨਾਨਕ ਨੇ ਜਿਹੜੀ ਅਮੀਰੀ ਦੀ ਗੱਲ ਕੀਤੀ ਹੈ, ਜਿਹੜੇ ਰਾਜ ਸਿਸ ਦੀ ਗੱਲ ਕੀਤੀ ਹੈ, ਤੇ ਉਹਨਾਂ ਨੇ ਇਹੀ ਕਿਹਾ ਹੈ ਕਿ ਕੋਲ ਭਾਵੇਂ ਤੁਹਾਡੀ ਜੇਬ 'ਚ ਕਿਸੇ ਨੂੰ ਦੇਣ ਦੀ ਨਹੀਂ ਹੈ, ਪਰ ਤੁਹਾਡਾ ਆਸਰਾ ਤੇ ਹੌਸਲਾ ਉਹਨੂੰ ਹੋਣਾ ਚਾਹੀਦਾ ਹੈ ਕਿ ਉਹ ਜ਼ਿੰਦਗੀ ਜੀ ਜਾਵੇ। ਬਸ ਬਾਬੇ ਨਾਨਕ ਦਾ ਫਲਸਫਾ ਇੱਥੋਂ ਹੀ ਮਤਲਬ ਇਹ ਗੱਲ ਕਲੀਅਰ ਹੁੰਦੀ ਹੈ ਕਿ ਰਾਜ ਹੋਣਾ ਤੇ ਰਾਜਿਆਂ ਵਾਂਗ ਜੀਣਾ, ਦੋਵਾਂ ਗੱਲਾਂ 'ਚ ਫਰਕ ਹੈ। ਕਿ ਕਈ ਬੰਦੇ ਡੀਕਦੇ ਰਹਿ ਜਾਂਦੇ ਕਿ ਰਾਜ ਹੋਵੇਗਾ ਫਿਰ ਮਦਦ ਕਰਾਂਗੇ, ਪਰ ਇੱਕ ਹੁੰਦਾ ਹੈ ਕਿ ਬੰਦੇ ਕੋਲ ਹੈ ਕੁਝ ਨਹੀਂ ਫਿਰ ਵੀ ਉਹ ਰਾਜਿਆਂ ਵਾਂਗ ਜੀ ਰਿਹਾ ਹੈ। ਜਿਵੇਂ ਪਿੱਛੇ ਇੱਕ ਸੋਸ਼ਲ ਸਾਈਟਸ ਤੇ ਫੋਟੋ ਘੁੰਮ ਰਹੀ ਸੀ ਕਿ ਗਰੀਬ ਬੱਚਾ ਹੈ, ਉਹਦੇ ਤਨ ਤੇ ਕੋਈ ਕੱਪੜਾ ਨਹੀਂ, ਘੱਟੇ ਨਾਲ ਲਿਪੜਿਆ ਹੋਇਆ ਤੇ 2 ਇੱਟਾਂ ਰੱਖੀਆਂ ਹੋਈਆਂ ਤੇ ਸਾਈਡ ਤੇ 2 ਇੱਟਾਂ ਲਾਈਆਂ ਤੇ ਲੱਤ ਰੱਖ ਕੇ ਰਾਜਿਆਂ ਵਾਂਗ ਬੈਠਾ ਹੋਇਆ। ਹੁਣ ਫੀਲਿੰਗ ਰਾਜਿਆਂ ਵਾਲੀ ਹੈ ਤੇ ਕੋਲ ਭਾਵੇਂ ਕੁਝ ਫੀਲਿੰਗ ਨਹੀਂ। ਤੇ ਇਹੀ ਗੱਲ ਚਮਕੌਰ ਦੀ ਗੜੀ ਚੋਂ ਨਜ਼ਰ ਆ ਰਹੀ ਕਿ ਰਾਜਿਆਂ ਵਾਂਗ ਜਿਉਣਾ। ਜੇ ਸਾਡੇ ਬੱਚਿਆਂ ਨੂੰ ਅੱਜ ਅਮੀਰ ਪੜਨ ਦੀ ਲਾਲਸਾ ਖਤਮ ਹੋ ਕੇ ਤੇ ਰਾਜਿਆਂ ਵਾਂਗ ਜੀਣਾ ਆ ਜਾਏ, ਬਿਲਕੁਲ ਮਾਨਸਿਕ ਦਸ਼ਾ ਉੱਚੀ ਹੋ ਜਾਏ ਤੇ ਆਪਣੇ ਆਪ ਰਾਜੇ ਬਣ ਜਾਏ। ਹਾਂ, ਮਤਲਬ ਬ੍ਰਾਂਡ ਵਿੱਚੋਂ ਖੁਸ਼ੀ ਨਹੀਂ ਲੱਭਣਗੇ, ਖੁਦ ਬ੍ਰਾਂਡਡ ਬਣਨਗੇ। ਬਿਲਕੁਲ ਹਾਂ ਵੀ ਗੁਰੂ ਸਾਹਿਬ ਨੇ, ਤੁਸੀਂ ਦੱਸ ਦਿਓ ਵੀ ਅਜੀਤ ਸਿੰਘ ਨੇ ਕਿਹੜੀ ਵਰਦੀ ਪਾਈ ਸੀ, ਕੋਈ ਫੈਸਲਾ ਨਹੀਂ ਕਰ ਪਰ ਅਜੀਤ ਸਿੰਘ ਜੀ ਕੇ ਕਿਵੇਂ ਗਿਆ, ਇਹ ਇੰਪੋਰਟੈਂਟ ਹੈ। ਬਿਲਕੁਲ ਵੱਡੀ ਗੱਲ ਇਹ ਹੈ। ਤੇ ਅੱਜ ਲੜਾਈ ਲੜੀ ਇਹ ਜਾ ਰਹੀ ਹੈ ਵੀ ਅਸੀਂ ਏਦਾਂ ਦੇ ਆ, ਵੇਖੋ ਕਿੱਡੇ ਵੱਡੇ ਧਰਮੀ ਆ, ਮਤਲਬ ਤੁਸੀਂ ਜੀ ਕਿਵੇਂ ਰਹੇ ਆ, ਉਹ ਕੰਮ ਨਹੀਂ ਕਰ ਰਹੇ। ਜਿਵੇਂ ਗੱਲ ਫਿਰ ਲੰਬੀ ਹੋਏਗੀ ਕਿ ਕੁਝ ਗੱਲਾਂ, ਜਿਵੇਂ ਰਾਜੇ ਨੇ ਆਪਣੇ ਦਰਬਾਰ 'ਚ ਹੋਕਾ ਦਵਾਇਆ ਵੀ ਲੋਕਾਂ ਨੂੰ ਨਾ ਰਸਤਾ ਵੰਡੋ, ਤਾਂ ਕਿ ਆਪਾਂ ਜਿਹੜਾ ਆ ਲੋਕਾਂ ਨੂੰ ਰਸਤ ਵੰਡਾਂਗੇ ਜਦੋਂ ਤੇ ਸਾਡੀ ਚਰਚਾ ਹੋਏਗੀ, ਸਾਡੇ ਬਾਰੇ ਏਦਾਂ ਸਾਰੇ ਕਹਿਣਗੇ ਵੀ ਰਾਜਾ ਬੜਾ। ਉੱਥੇ ਇੱਕ ਮੰਗਤਾ ਆ ਗਿਆ, ਜਦੋਂ ਲੋਕ ਲੈਣ ਆਏ ਨਾ, ਮੰਗਤਾ ਲਾਈਨ 'ਚ ਲੱਗ ਗਿਆ। ਉਹ ਲਾਈਨ 'ਚ ਲੱਗ ਜਾਏ, ਜਦੋਂ ਉਹਦੀ ਵਾਰੀ ਆਵੇ ਨਾ ਉਹ ਮਗਰ ਚਲਾ ਜਾਏ। ਵਾਹ ਜੀ ਵਾਹ। ਫਿਰ ਜਾ ਕੇ ਉੱਥੇ ਖੜ ਜਾਏ, ਜਦੋਂ ਫਿਰ ਵਾਰੀ ਆਵੇ ਫਿਰ ਦੂਜੇ ਤੇ। ਸ਼ਾਮ ਨੂੰ ਰਾਜੇ ਦੀ ਚਰਚਾ ਨਹੀਂ ਹੋ ਰਹੀ, ਸਾਰੇ ਕਹਿੰਦੇ ਯਾਰ ਇੱਕ ਬੰਦਾ ਵੇਖਿਆ ਉੱਥੇ, ਕਿਆ ਯਾਰ ਕਮਾਲ ਸੀ ਬੰਦਾ ਉਹ। ਲੋਕ ਆਪਣੀ ਵਾਰੀ ਲਈ ਮਰ ਰਹੇ ਸੀ, ਉਹ ਵਾਰੀ ਦੂਜਿਆਂ ਨੂੰ ਦੇ ਰਹੇ। ਤੇ ਰਾਜਾ ਕਹਿੰਦਾ ਯਾਰ ਸੁਧੋ ਉਹਨੂੰ, ਉਹ ਕਿਹੜਾ ਬੰਦਾ ਆ ਜਿਹੜਾ ਵੰਡਿਆ ਮੈਂ, ਚਰਚਾ ਉਹਦੀ ਹੋ ਰਹੀ ਹੈ। ਤੇ ਰਾਜਾ ਨੂੰ ਕਹਿੰਦਾ ਵੀ ਤੂੰ ਤੇਰਾ ਨਾਂ ਕਿਉਂ ਲੈ ਰਿਹਾ? ਕਹਿੰਦੇ ਬਸ ਰਾਜਾ ਫਰਕ ਇਹ ਹੈ ਕਿ ਜੋ ਤੇਰੇ ਕੋਲ ਸੀ ਉਹ ਤੂੰ ਵੰਡਿਆ, ਜੋ ਮੇਰੇ ਕੋਲ ਸੀ ਮੈਂ ਵੰਡਿਆ, ਪਰ ਫਰਕ ਇਹ ਹੈ ਤੂੰ ਲੋਕਾਂ ਦਾ ਲੋਕਾਂ 'ਚ ਵੰਡਿਆ, ਮੈਂ ਆਪਣਾ ਲੋਕਾਂ 'ਚ। ਵਾਹ ਜੀ ਵਾਹ। ਮੈਂ ਜਿਹੜਾ ਮੈਨੂੰ ਆ ਰਿਹਾ ਸੀ ਉਹ ਮੈਂ ਦੂਜਿਆਂ ਨੂੰ, ਜਿਹਨੂੰ ਬਾਣੀ ਸਤ ਸੰਤੋਖ ਕਹਿ ਦਿੰਦੀ, ਸੰਤੋਖ ਦੀ ਗੱਲ, ਉਹ ਰਾਜੇ ਗੁਰੂ ਸਾਹਿਬ ਜੀ ਸਾਨੂੰ ਬਣਾ ਕੇ ਗਏ। ਵਾਹ ਜੀ ਵਾਹ ਜੀ, ਕਿਆ ਗੱਲ, ਬਿਲਕੁਲ ਠੀਕ ਹੈ ਜੀ। ਸੋ ਦਿਲ ਦਾ ਅਮੀਰ ਹੋਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ। ਉਹ ਇਫੈਕਟ ਕਰਦਾ ਆ
ਕਿ ਤੁਸੀਂ ਦਿਲੋਂ ਕਿੰਨੇ ਅਮੀਰ ਹੋ। ਅਮੀਰ ਤੁਹਾਡੇ ਕੋਲ ਦੇਣ ਲਈ ਕੁਝ ਨਹੀਂ ਹੈ, ਪਰ ਤੁਹਾਡਾ ਦਿੱਤਾ ਹੋਇਆ ਕਿਸੇ ਨੂੰ ਹੌਸਲਾ, ਦਿੱਤੀਆਂ ਹੋਈਆਂ ਚੰਗੀਆਂ ਵਿਚਾਰਾਂ ਉਸ ਬੰਦੇ ਨੂੰ ਚੰਗਾ ਰਾਹ ਦਿਖਾ ਦਿੰਦੀਆਂ। ਸੋ ਬੜੀਆਂ ਘਟਨਾਵਾਂ ਨੇ ਇਤਿਹਾਸ ਵਿੱਚੋਂ ਜੋ ਸਾਂਝੀਆਂ ਕੀਤੀਆਂ ਜਾ ਸਕਦੀਆਂ। ਸੋ ਦਰਸ਼ਕ ਜਨਾਂ ਨੂੰ ਦੱਸ ਦਈਏ, ਜਿਹੜੇ ਵੀਰਾਂ ਦਾ ਇਹ ਸਵਾਲ ਸੀ ਕਿ ਰਾਜ ਸ੍ਰਿਸ਼ਟਿਕਾ ਲਈ ਕੀ ਹੁੰਦਾ ਹੈ, ਭਾਈ ਸਾਹਿਬ ਹੋਣਾ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਉਹਨੂੰ ਕਲੀਅਰ ਕਰਨ ਦਾ ਯਤਨ ਕੀਤਾ ਹੈ ਕਿ ਤੁਹਾਡੀ ਦਿਲ ਦੀ ਅਮੀਰੀ, ਤੁਹਾਡੀ ਵਿਚਾਰਾਂ ਦੀ ਅਮੀਰੀ ਦਾ ਹੋਣਾ ਬਹੁਤ ਲਾਜ਼ਮੀ ਹੈ। ਜਦੋਂ ਤੁਸੀਂ ਦਿਲੋਂ ਅਮੀਰ ਹੋ, ਜਦੋਂ ਤੁਸੀਂ ਵਿਚਾਰਾਂ ਕਰਕੇ ਅਮੀਰ ਹੋ, ਜਦੋਂ ਤੁਹਾਨੂੰ ਰਾਜਿਆਂ ਵਾਂਗ ਰਹਿਣਾ ਤੇ ਰਾਜਿਆਂ ਵਾਂਗ ਜਿਉਣਾ ਆ ਗਿਆ, ਉਸ ਵਕਤ ਤੁਹਾਡੀ ਜ਼ਿੰਦਗੀ ਬਿਲਕੁਲ ਖੁਸ਼ਹਾਲ ਹੋਏਗੀ। ਬਿਲਕੁਲ ਇਹ ਫੈਕਟ ਹੈ, ਇਹੀ ਗੱਲ ਹੈ। ਹਾਂ ਬਿਲਕੁਲ, ਕਿਉਂਕਿ ਜਿਵੇਂ ਤੁਸੀਂ ਅਕਸਰ ਇਹ ਗੱਲ ਕਰਦੇ ਹੁੰਦੇ ਆ ਕਿ ਬ੍ਰਾਂਡਡ ਪਾਉਣ ਦੇ ਨਾਲੋਂ ਬ੍ਰਾਂਡਡ ਬਣਨਾ ਹੈ, ਬ੍ਰਾਂਡਡ ਸੋਚ ਬਣਨੀ ਹੈ। ਕਿਉਂਕਿ ਕਈ ਖਾਦੀ ਦੇ ਕੱਪੜੇ ਪਾ ਕੇ ਵੀ ਬੇਈਮਾਨੀ ਕਰ ਜਾਂਦੇ ਆ ਤੇ ਕਈ ਬ੍ਰਾਂਡਡ ਪਾ ਕੇ ਵੀ ਬੇਈਮਾਨੀ ਕਰ ਜਾਂਦੇ। ਕੱਪੜਿਆਂ ਨਾਲ ਨਹੀਂ ਜੱਜ ਕਰ ਸਕਦੇ। ਜਿਵੇਂ ਤੁਸੀਂ ਅਕਸਰ ਗੱਲ ਕਰਦੇ ਹੁੰਦੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਕੱਪੜਿਆਂ ਦਾ ਜ਼ਿਕਰ ਨਹੀਂ ਹੈ, ਬਾਬਾ ਅਜੇ ਸਿੰਘ ਦੇ ਬੱਚੇ ਦਾ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਬੱਚਾ ਸੀ ਅਜੇ ਸਿੰਘ, ਉਹਦੇ ਕੱਪੜਿਆਂ ਦਾ ਜ਼ਿਕਰ ਨਹੀਂ ਹੋਏਗਾ ਕਿ ਕਿਹੜੀ ਬ੍ਰਾਂਡ ਸੀਗੀ, ਬਟ ਉਹਦਾ ਵਿਚਾਰ ਕੀ ਸੀ 4 ਸਾਲ ਦੇ ਵਿੱਚ, ਕਿਵੇਂ ਸ਼ਹਾਦਤ ਉਸ ਬੱਚੇ ਨੇ ਵੀ ਪੀਤੀ। ਇਹ ਫੈਕਟ ਕਰਦਾ, ਇਹ ਵੱਡੀ ਗੱਲ ਹੈ। ਬਿਲਕੁਲ ਜੀ। ਦੂਸਰਾ ਸਵਾਲ ਇਹਦੇ ਨਾਲ ਰਲਦਾ ਹੀ ਇੱਕ ਹੋਰ ਵੀਰ ਦਾ ਸੀਗਾ ਕਿ ਜਦੋਂ ਆਪਾਂ ਕੱਲ ਦੇ ਦਿਨਾਂ ਦੇ ਵਿੱਚ ਜਾਂ ਪਿਛਲੇ ਦਿਨਾਂ 'ਚ ਤੁਸੀਂ ਵਿਚਾਰਾਂ ਕੀਤੀਆਂ, ਉਹਦੇ ਵਿੱਚ ਇੱਕ ਸਵਾਲ ਆਇਆ ਸੀਗਾ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੰਡਿਤ ਮੁੱਲਾ ਛਾਡੇ ਦੋ, ਹੈ ਨਾ, ਦੋਵਾਂ ਉਹਨਾਂ ਨੂੰ ਤਿਆਗਣ ਦੀ ਗੱਲ ਹੈ ਕਿ ਉਹਨਾਂ ਦੀ ਵਿਚਾਰਧਾਰਾ ਤਿਆਗਣ ਦੀ ਗੱਲ ਹੈ। ਇਵਨ ਕਿ ਸਰੀਰ ਕਰਕੇ ਤੁਹਾਡਾ ਸੰਬੰਧ, ਤੁਹਾਡੀ ਮਿੱਤਰਤਾ, ਤੁਹਾਡੀ ਦੋਸਤੀ ਕਿਸੇ ਨਾਲ ਵੀ ਹੋ ਸਕਦੀ ਹੈ, ਉਹਦਾ ਕੋਈ ਵਿਰੋਧ ਨਹੀਂ ਹੈ। ਪਰ ਜਦੋਂ ਤੁਸੀਂ ਵਿਚਾਰਾਂ ਕਰਕੇ ਉਹਨੂੰ ਮਜ਼ਹਬ ਦੇ ਵਿੱਚ ਲੈ ਕੇ ਆਉਂਦੇ ਆ ਤੇ ਉੱਥੇ ਅਸੀਂ ਕਿਵੇਂ ਦਾ ਰਿਐਕਟ ਕਰਾਂਗੇ? ਜਿਹੜੀ ਤੁਸੀਂ ਕੱਲ ਇਸਲਾਮ ਧਰਮ ਦੀ ਗੱਲ ਕਰ ਰਹੇ ਸੀਗੇ ਕਿ ਇਸਲਾਮ ਧਰਮ ਦੇ ਵਿੱਚ ਉਹਨਾਂ ਨੇ ਔਰਤ ਨੂੰ ਜਿਹੜਾ ਇਸ ਤਰੀਕੇ ਨਾਲ ਸਮਝ ਲਿਆ ਹੈ, ਉਹਨਾਂ ਦੇ ਵਿੱਚ ਸੁੰਨਤ ਕਰਨ ਦੀ ਜਿਹੜੀ ਉਹ ਇੱਕ ਰਿਵਾਜ ਜੋ ਪੈ ਗਿਆ ਆ, ਤੇ ਉਹ ਜਿਹੜਾ ਆ ਕਿ ਉਹਨਾਂ ਦੇ ਗ੍ਰੰਥਾਂ ਦੇ ਵਿੱਚ, ਉਹਨਾਂ ਦੀ ਕੁਰਾਨ ਦੇ ਵਿੱਚ ਲਿਖਿਆ ਹੈ ਕਿ ਉਹਨਾਂ ਦੀ ਕੋਈ ਹੋਰ ਸ਼ਰ੍ਹਾ ਹੈ ਕਿ ਜਿਹਦੇ ਮੁਤਾਬਿਕ ਉਹ ਲੋਕ ਇਦਾਂ ਦਾ ਜ਼ਿੰਦਗੀ ਜਿਉਣ ਲੱਗ ਪਏ ਨੇ। ਹਾਂ, ਉਹਦੇ ਚ 2 ਚੀਜ਼ਾਂ ਆ ਮਲਕੀਤ ਸਿੰਘ ਜੀ। ਵੀ ਵੇਖੋ, ਇੱਕ ਤਾਂ ਪਹਿਲੀ ਗੱਲ ਇਹ ਹੈ ਵੀ ਜਿਹੜੇ ਧਰਮ ਗ੍ਰੰਥ ਨੇ ਨਾ, ਹਾਂਜੀ, ਉਹ ਬਹੁਤੀ ਵਾਰ ਵਿਆਖਿਆਕਾਰਾਂ ਨੇ ਲੋਕਾਂ ਦੇ ਸਾਹਮਣੇ ਰੱਖਣੇ ਹੁੰਦੇ ਆ। ਠੀਕ ਹੈ, ਹਾਂਜੀ। ਉਹਦੇ ਚ ਕੀ ਕਰਦੇ ਆ ਵੀ ਜਿਹੜੀ ਇਸਲਾਮ ਦੀ ਸ਼ਰ੍ਹਾ ਆ, ਹਾਂਜੀ, ਹਨਾ, ਸ਼ਰ੍ਹਾ ਵਿੱਚ ਇਹ ਗੱਲਾਂ ਬਕਾਇਦਾ ਲਿਖੀਆਂ ਆ ਕਿ ਔਰਤ ਜਿਹੜੀ ਹੈ, ਔਰ ਅੱਜ ਵੀ ਇਹਨੂੰ ਤੁਸੀਂ ਅੱਜ ਵੀ ਕਿਸੇ ਮੁਸਲਮਾਨ ਵੀਰ ਨਾਲ ਗੱਲ ਕਰੋਗੇ ਤਾਂ ਇਹਨੂੰ ਸਿੰਪਲ ਵੀ ਜੇ ਸੌਖਾ ਸਮਝਣਾ ਹੋਵੇ ਨਾ, ਵੀ ਕਿਸੇ ਮਸਜਿਦ ਵਿੱਚ ਔਰਤ ਨੂੰ ਜਾਣ ਦੀ ਪਰਮਿਸ਼ਨ ਉਹ ਨਹੀਂ ਦੇ ਰਹੇ। ਤੁਸੀਂ ਪਿੱਛੇ ਜੇ ਘਟਨਾ ਵੇਖੀ ਹੋਣੀ ਹੈ, ਮੇਰਠ ਇਲਾਕੇ ਵਿੱਚ ਨਾ ਕੁਝ ਮੁਸਲਮਾਨ ਬੱਚੀਆਂ ਗੁਰਦੁਆਰਾ ਸਾਹਿਬ ਗਈਆਂ ਤੇ ਜਦੋਂ ਬਾਹਰ ਨਿਕਲੀਆਂ ਤਾਂ ਰੋ ਰਹੀਆਂ ਸੀ। ਤੇ ਉਹ ਜਿਹੜੇ ਉੱਥੇ ਸੇਵਾਦਾਰ ਦੇ ਭਾਈ ਸਾਹਿਬ ਸਨ, ਉਹਨਾਂ ਨੂੰ ਲੱਗਿਆ ਵੀ ਇੱਕ ਤਾਂ ਬੱਚੀਆਂ ਮੁਸਲਮਾਨ ਨੇ, ਇੱਕ ਗੁਰਦੁਆਰੇ ਨਿਕਲ ਰਹੀਆਂ ਆ, ਵੀ ਇਹ ਨਾ ਹੋਵੇ ਵੀ ਇਹਨਾਂ ਨੂੰ ਕਿਸੇ ਨੇ ਕੁਝ ਕਹਿਤਾ ਹੋਵੇ ਜਾਂ ਦੀ ਗੱਲ। ਤੇ ਜਿਹੜਾ ਮੇਰਠ ਇਲਾਕਾ ਹੈ ਉਹ ਜ਼ਿਆਦਾਤਰ ਮੁਸਲਮਾਨ ਵੀਰ ਉਸ ਇਲਾਕੇ 'ਚ ਬਹੁਤੇ ਰਹਿੰਦੇ ਆ। ਤੇ ਉਹ ਜਦੋਂ ਲਾਗੇ ਜਾ ਕੇ ਉਹਨੂੰ ਬੱਚਿਆਂ ਨੂੰ ਪੁੱਛਿਆ ਵੀ ਬੱਚੇ ਤੁਸੀਂ ਕਿਉਂ ਰੋ ਰਹੇ ਹੋ, ਕਿ ਤੁਹਾਨੂੰ ਕੋਈ ਮੁਸ਼ਕਲ ਹੋਈ ਹੈ, ਤੁਹਾਨੂੰ ਕਿਸੇ ਨੇ ਕੁਝ ਕਿਹਾ ਹੈ? ਤੇ ਉਹ ਬੱਚੀਆਂ ਕਹਿੰਦੀਆਂ ਵੀ ਨਹੀਂ, ਸਾਡੀਆਂ ਅੱਖਾਂ 'ਚ ਹੰਝੂ ਜ਼ਰੂਰ ਆ, ਪਰ ਇਸ ਗੱਲ ਲਈ ਨਹੀਂ ਆ ਵੀ ਸਾਨੂੰ ਕੋਈ ਦੁੱਖ ਹੈ। ਇਹ ਰੋਣਾ ਸਾਡਾ ਇਸ ਕਰਕੇ ਹੈ ਵੀ ਜੇ ਬਾਬਾ ਨਾਨਕ ਧਰਤੀ ਤੇ ਪੈਦਾ ਨਾ ਹੁੰਦਾ ਤੇ ਸ਼ਾਇਦ ਅਸੀਂ ਸਾਰੀ ਜ਼ਿੰਦਗੀ ਕਦੀ ਧਰਮ ਸਥਾਨ ਦੇ ਅੰਦਰ ਨਾ ਜਾਂਦੇ। ਵਾਹ ਜੀ ਵਾਹ, ਬਿਲਕੁਲ ਠੀਕ ਹੈ। ਕਿਉਂਕਿ ਇਸਲਾਮ ਵਿੱਚ ਅੱਜ ਵੀ ਔਰਤ ਨੂੰ ਧਰਮ ਸਥਾਨ ਤੇ ਜਾਣ ਦੀ ਪਾਬੰਦੀ ਜਿਹੜੀ ਆ ਉਹ ਉਦਾਂ ਹੀ ਬਰਕਰਾਰ ਆ। ਸੋ ਉਹਨਾਂ ਦੀਆਂ ਸ਼ਰ੍ਹਾ ਜਿਹੜੀਆਂ ਜਾਂ ਉਹਨਾਂ ਦੀਆਂ ਜਿਹੜੀਆਂ ਮਨੌਤਾਂ ਆ, ਉਹਨਾਂ ਵਿੱਚ ਇਹ ਗੱਲਾਂ ਬਕਾਇਦਾ ਲਿਖੀਆਂ ਆ। ਠੀਕ ਹੈ। ਜਿਹੜੀ ਕੁਰਾਨ ਸ਼ਰੀਫ ਦੀ ਗੱਲ ਹੈ, ਉਹਦੇ 'ਚ ਸਿੱਧੇ ਤੌਰ ਤੇ ਇਹ ਗੱਲਾਂ ਏਦਾਂ ਨਹੀਂ ਲਿਖੀਆਂ ਹੋਈਆਂ, ਪਰ ਉਹਨੂੰ ਕੀ ਕੀਤਾ ਆ ਵੀ ਗੱਲ ਜਿਵੇਂ ਸਾਡੇ ਵਾਲੇ ਪੁਜਾਰੀਆਂ ਨੇ, ਜਿਵੇਂ ਸਾਡੇ ਵਾਲੇ ਸਟ੍ਰਕਚਰ ਨੇ ਵੀ ਆਪਣਾ ਗੱਲ ਹੋਰ ਲਈ ਹੈ, ਉਹਨੂੰ ਇਹ ਕਾਨੂੰਨ ਬਣਾ ਕੇ, ਵਿਧੀ ਵਿਧਾਨ ਬਣਾ ਕੇ ਜਿਹੜਾ ਆ ਉਹਨਾਂ ਨੇ ਉਹ ਸਾਬਤ ਕਰਤਾ। ਤੇ ਆਪਾਂ ਬੜੀ ਵਾਰ ਗੱਲ ਕਰਦੇ ਹੁੰਦੇ ਆ ਵੀ ਜੇ ਤੁਸੀਂ ਅੱਜ ਸਿੱਖੀ ਨੂੰ ਠੀਕ ਕਰਨਾ ਤੇ ਤੁਹਾਨੂੰ ਦੂਜਿਆਂ ਦੇ ਕਰਮਕਾਂਡ ਖਤਮ ਕਰਨ ਤੋਂ ਪਹਿਲਾਂ, ਜਦੋਂ ਪਿਛਲੇ ਦਿਨ ਵੀ ਆਪਾਂ ਗੱਲ ਕੀਤੀ ਸੀ, ਤੁਹਾਨੂੰ ਸਿੱਖੀ ਦੇ ਵਿਹੜੇ 'ਚੋਂ ਕਰਮਕਾਂਡ ਖਤਮ ਕਰਨੇ ਪੈਣੇ ਤਾਂ ਕਿ ਕੋਈ ਦੂਜਾ ਬੰਦਾ ਨਾ ਕਵੇ ਯਾਰ ਇਹਨਾਂ 'ਚ ਵੀ ਕਰਮਕਾਂਡ ਠੀਕ ਹੈ, ਤੁਸੀਂ ਕਹਿਤਾ ਵੀ ਗਲਤ ਨੇ, ਇਹਨਾਂ 'ਚ ਵੀ ਗਲਤ ਨੇ, ਪਰ ਤੁਹਾਡੇ ਆਲੇ ਵਾਲਿਆਂ ਕੋਲ ਕੀ ਖਿਆਲ ਹੈ? ਸੋ ਏਦਾਂ ਹੀ ਉਹਨਾਂ ਦੀਆਂ ਸ਼ਰ੍ਹਾ ਵਿੱਚ ਇਹ ਗੱਲਾਂ ਲਿਖੀਆਂ ਆ। ਅੱਜ ਵੀ ਉਹ ਏਦਾਂ ਹੀ ਔਰਤ ਪ੍ਰਤੀ ਜਾਂ
ਜਿਹੜੇ ਆ ਕੁਝ ਚੀਜ਼ਾਂ ਇਦਾਂ ਹੀ ਪ੍ਰਵਾਨ ਕਰਦੇ ਆ। ਤਾਂ ਕਰਕੇ ਬਾਬੇ ਦੀ ਬਾਣੀ ਨੇ ਇਹਨਾਂ ਚੀਜ਼ਾਂ ਦਾ ਡੰਕੇ ਦੀ ਚੋਟ ਤੇ ਵਿਰੋਧ ਕੀਤਾ ਵੀ ਜੇ ਤੁਸੀਂ ਧਰਮ ਵਿੱਚ, ਜੇ ਤੁਸੀਂ ਇਹਨੂੰ ਧਰਮ ਮੰਨਦੇ ਆ, ਇਹਦੇ ਚ ਇਹ ਗੱਲਾਂ ਬਾਹਰ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰੋ। ਤੇ ਉਹਨਾਂ ਦੇ ਸ਼ਰ੍ਹਾ ਜਾਂ ਉਹਨਾਂ ਦੀ ਜਿਹੜੀ ਮਨੌਤ ਆ ਉਹ ਇਹਨਾਂ ਨੂੰ ਮੰਨਦੀ ਹੈ। ਮਤਲਬ ਜਿਵੇਂ ਆਪਣੇ ਪੁਜਾਰੀਵਾਦ ਦੇ ਵਿੱਚ, ਜਿਵੇਂ ਇੱਕ ਸਵਾਲ ਹੋਰ ਜੀ ਇਹਦੇ ਨਾਲ ਰਿਲੇਟਡ ਹੈ ਭਾਈ ਸਾਹਿਬ, ਕਿ ਮੰਨ ਲਓ ਕਿ ਜਿਵੇਂ ਤੁਸੀਂ ਉਹ ਮੁਸਲਮਾਨ ਬੱਚੀਆਂ ਦੀ ਗੱਲ ਸਾਂਝੀ ਕੀਤੀ ਕਿ ਉਹਨਾਂ ਦੀ ਇੱਕ ਭਾਵਨਾ ਸੀ ਗੁਰਦੁਆਰਾ ਸਾਹਿਬ ਆ ਕੇ, ਤੇ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਜਿਹੜਾ ਆ ਉਹ ਬੜੇ ਸਤਿਕਾਰਤ ਸ਼ਬਦਾਂ ਦੇ ਵਿੱਚ ਉਹਨਾਂ ਦਾ ਸਨਮਾਨ ਵੀ ਕੀਤਾ, ਤੇ ਉਹਨਾਂ ਨੂੰ ਇਹ ਗੱਲ ਵੀ ਉਹਨਾਂ ਦੀ ਭਾਵਨਾ ਸੀ ਬੜੀ ਪਿਆਰੀ। ਜੇ ਅੱਜ ਵੀ ਮੰਨ ਲਓ ਕਿ ਸਾਡੀਆਂ ਬੱਚੀਆਂ, ਕੁਛ ਬੜੀਆਂ ਬੱਚੀਆਂ ਹੋਣਗੀਆਂ ਜਿਨ੍ਹਾਂ ਦੀ ਦਿਲੀ ਰੀਝ ਹੋਏਗੀ ਕਿ ਮੈਂ ਐਡਾ ਸੋਹਣਾ ਕੀਰਤਨ ਕਰਦੀ ਹਾਂ, ਮੈਂ ਇੰਨਾ ਸੋਹਣਾ ਗਾ ਲੈਂਦੀ ਹੈ, ਤੇ ਜਿਵੇਂ ਬਾਕੀ ਰਾਗੀ ਸਾਹਿਬਾਨ ਜਿਹੜੇ ਨੇ ਉਹ ਦਰਬਾਰ ਸਾਹਿਬ ਦੀ ਹਦੂਦ ਅੰਦਰ ਬੈਠ ਕੇ ਕੀਰਤਨ ਕਰਦੇ ਨੇ, ਤੇ ਕਾਸ਼ ਮੈਂ ਵੀ ਕਰਾਂ। ਇਹ ਕਿਤੇ ਉਧਰੋਂ ਹੀ ਉੱਠ ਕੇ ਗੱਲ ਸਾਡੇ 'ਚ ਤੇ ਨਹੀਂ ਆ ਗਈ ਕਿਤੇ ਕਿ ਜਿੱਦਾਂ ਉਹਨਾਂ ਨੇ ਮੁਕੰਮਲ ਤੌਰ ਤੇ ਪਾਬੰਦੀ ਲਾਈ ਸੀ ਕਿ ਤੁਸੀਂ ਜਾ ਨਹੀਂ ਸਕਦੇ, ਤੇ ਸਾਡੇ ਵਾਲਿਆਂ ਨੇ ਮਤਲਬ ਏਦਾਂ ਕਰ ਲਿਆ ਕਿ ਜਾਓ ਤੇ ਜ਼ਰੂਰ, ਕਿਉਂਕਿ ਤੁਸੀਂ ਪੈਸੇ ਚੜਾ ਕੇ ਆਣੇ, ਤੁਸੀਂ ਮੱਥਾ ਟੇਕ ਕੇ ਆਉਣਾ। ਜੇ ਉਹ ਕਹਿਣਗੇ ਤੁਸੀਂ ਜਾ ਹੀ ਨਹੀਂ ਸਕਦੇ ਤੇ ਫਿਰ ਤੇ ਗੁੱਲ ਕਰਦੀ ਰਹਿ ਜਾਏਗੀ, ਹੋਰ ਬੜੀਆਂ ਸਮੱਸਿਆਵਾਂ ਬਣ ਜਾਣਗੀਆਂ। ਉਹਨਾਂ ਨੇ ਜਾਣ ਤੱਕ ਤੇ ਠੀਕ ਰੱਖ ਲਿਆ, ਪਰ ਉਸ ਜਗ੍ਹਾ ਦੇ ਉੱਤੇ ਬੈਠ ਕੇ ਕੀਰਤਨ ਕਰਨ ਤੇ ਜਿਹੜੀ ਹੈ ਉਹ ਪਾਬੰਦੀ ਜੀ ਲੱਗ ਗਈ। ਪਾਬੰਦੀ ਮੰਨ ਲਾਂਗੇ, ਭਾਵੇਂ ਕਿ ਲਿਖਤੀ ਕੋਈ ਨਹੀਂ ਹੈਗਾ ਕਿ ਤੁਸੀਂ ਨਹੀਂ ਕਰ ਸਕਦੇ, ਤੇ ਨਾ ਹੀ ਇਹ ਹੈ ਕਿ ਤੁਸੀਂ ਜਾ ਕੇ ਕਰ ਸਕਦੇ ਆ, ਕਿਉਂਕਿ ਜੱਸਾ ਸਿੰਘ ਆਹਲੂਵਾਲੀ ਜੀ ਦੀ ਮਾਤਾ ਜੀ ਤੋਂ ਬਾਅਦ ਵਿੱਚ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੀਰਤਨ ਕਰਨ ਦੀ ਇਜਾਜ਼ਤ ਕਿਸੇ ਨੂੰ ਦਿੱਤੀ ਹੋਈ, ਔਰਤਾਂ ਨੇ ਕੀਰਤਨ ਕਿਤੇ ਨਾ ਕਿਤੇ। ਇਹ ਵੀ ਇਸ ਗੱਲ ਨੂੰ ਕੋਰਿਲੇਟ ਤੇ ਨਹੀਂ ਕਰ ਸਕਦੇ ਆਪਾਂ ਕਿ ਉਹਨਾਂ ਚ ਉੱਠ ਕੇ ਗੱਲ ਸਾਡੇ ਚ ਆ ਗਈ ਹੋਏ। ਹਾਂ ਬਿਲਕੁਲ ਇਦਾਂ ਹੀ ਹੈ। ਵੇਖੋ ਗੱਲ ਜਿਹੜੀ ਪਿਛਲੇ 3 ਦਿਨਾਂ ਚ ਵੀ ਆਪਾਂ ਕੀਤੀ ਨਾ, ਬਾਣੀ ਦੇ ਉਹ ਸ਼ਬਦ ਸਾਰੇ ਲੈ ਕੇ ਤੇ ਆਪਾਂ ਉਹਨਾਂ ਸ਼ਬਦਾਂ ਵਿੱਚ ਰਹਿ ਕੇ, ਵੀ ਗੱਲ ਤਾਂ ਇਹ ਹੈ ਵੀ ਤੁਹਾਡੇ ਕੋਲ ਇੰਨੀ ਕੀਮਤੀ ਵਿਰਾਸਤ ਹੈ, ਤੁਸੀਂ ਇੰਨੇ ਮਹਾਨ ਵਿਰਸੇ ਦੇ ਮਾਲਕ ਹੋ ਜਿਹਦਾ ਬਦਲ ਕੋਈ ਨਹੀਂ, ਜਿਹਦਾ ਮੁਕਾਬਲਾ ਕੋਈ ਨਹੀਂ, ਜਿਹਦੇ ਸਾਹਮਣੇ ਕੋਈ ਚੈਲੰਜ ਨਹੀਂ ਕਰ ਸਕਦਾ, ਜਿਹਨੂੰ ਸਵਾਲ ਨਹੀਂ ਹੋ ਸਕਦੇ, ਜਿਹਨੂੰ ਕਿਸੇ ਕੈਟੇਗਰੀ 'ਚ ਖੜਾ ਨਹੀਂ ਕੀਤਾ ਜਾ ਸਕਦਾ। ਤੁਸੀਂ ਦੂਜਿਆਂ ਦੀਆਂ ਗੱਲਾਂ ਕਿਉਂ ਪ੍ਰਵਾਨ ਕਰਦੇ ਆ, ਹਨਾ? ਬਿਲਕੁਲ ਠੀਕ ਇਸੇ ਤਰ੍ਹਾਂ ਇਹ ਜਿਹੜੀ ਗੱਲ ਆ ਵੀ ਸਾਡੇ ਵਿੱਚ ਵੀ ਉਹੋ ਹੀ ਗੱਲਾਂ ਕਿਸੇ ਨਾ ਕਿਸੇ ਰੂਪ ਵਿੱਚ ਜਿਹੜੀਆਂ ਉਹ ਆ ਗਈਆਂ, ਤੇ ਅਸੀਂ ਬੜੀ ਅਜੀਬ ਗੱਲ ਆ। ਵੇਖੋ ਤੁਸੀਂ ਜਦੋਂ ਇਦਾਂ ਦੀ ਗੱਲ ਕੀਤੀ ਜਾਂਦੀ ਹੈ ਨਾ ਵੀ ਭੈਣਾਂ ਸ਼ਾਮਲ ਨਹੀਂ ਕੀਤੀਆਂ ਜਾ ਸਕਦੀਆਂ, ਤਾਂ ਫਿਰ ਉਹ ਸਵਾਲ ਤਾਂ ਸਾਡੇ ਤੇ ਵੀ ਉਦਾਂ ਹੀ ਹੋਣਗੇ। ਹਾਂ ਬਿਲਕੁਲ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਮੰਨਦੇ ਤਾਂ ਸਾਡੇ ਵੀ ਪੁਜਾਰੀ ਵਰਗ ਵੱਲੋਂ ਜਾਂ ਕਹਿ ਲਓ ਵੀ ਮਰਦ ਪ੍ਰਧਾਨ ਸਮਾਜ ਨੇ ਇਹ ਗੱਲਾਂ ਸਾਡੇ ਤੇ ਥੋਪ ਦਿੱਤੀਆਂ। ਜਿਵੇਂ ਮੇਰੇ ਨਾਲ ਪਿਛਲੇ ਦਿਨੀ ਨਾ ਇੱਕ ਵੀਰ ਚਰਚਾ ਕਰਦਾ ਸੀ ਪੰਜਾਂ ਪਿਆਰਿਆਂ ਦੇ ਵਿਸ਼ੇ ਤੇ। ਉਹ ਕਹਿੰਦਾ ਤੁਸੀਂ ਕੀਰਤਨ ਦੀ ਗੱਲ ਕਰਦੇ ਹੋ, ਪੰਜਾਂ ਪਿਆਰਿਆਂ 'ਚ ਵੀ ਭੈਣਾਂ ਸ਼ਾਮਲ ਨਹੀਂ ਹੋ ਸਕਦੀਆਂ, ਬੜਾ ਜਿਵੇਂ ਵਿਵਾਦ ਰਹਿੰਦਾ। ਤੇ ਮੈਂ ਉਹਨਾਂ ਨੂੰ ਕਿਹਾ ਵੀ ਕਿਉਂ ਨਹੀਂ ਹੋ ਸਕਦੀਆਂ? ਕਹਿੰਦੇ ਵੀ ਗੁਰੂ ਸਾਹਿਬ ਨੇ ਸ਼ਾਮਲ ਨਹੀਂ ਕੀਤੀਆਂ। ਮੈਂ ਕਿਹਾ ਵੀ ਜਿਹੜੇ ਹੁਣ 5 ਪਿਆਰੇ ਤੁਸੀਂ ਲਾ ਲੈਂਦੇ ਆ, ਇਹ ਕਿਹੜੇ ਗੁਰੂ ਸਾਹਿਬ ਨੇ ਸ਼ਾਮਲ ਕੀਤੇ? ਉਹ ਤਾਂ ਦਇਆ ਸਿੰਘ ਨੂੰ ਸ਼ਾਮਲ ਕੀਤਾ ਨਾ। ਉਹ ਤੋਂ ਬਾਅਦ ਫਿਰ ਤੁਹਾਨੂੰ ਕਿਹਨੇ ਕਹਿਤਾ ਵੀ ਤੁਸੀਂ ਆਪਣੇ ਪਿੰਡ 'ਚੋਂ ਕਰਤਾਰ ਸਿੰਘ ਨੂੰ, ਆਪਣੇ ਪਿੰਡ 'ਚੋਂ ਮੇਜਰ ਸਿੰਘ ਨੂੰ ਜਿਹੜਾ 5 ਪਿਆਰਾ ਬਣਾ ਸਕਦੇ ਹੋ? ਸੋ ਜੇ ਬੀਬੀਆਂ ਸ਼ਾਮਲ ਨਹੀਂ ਕੀਤੀਆਂ ਤਾਂ ਫਿਰ ਬੰਦੇ ਕਹਿੰਦੇ ਨਹੀਂ, ਫਿਰ ਕੈਟਾਗਰੀ ਤੇ ਉਹੀ ਹੈ ਨਾ, ਬੰਦੇ ਤਾਂ ਨਹੀਂ। ਫਿਰ ਨਾਲੇ ਉਹ ਬੜੀ ਅਜੀਬ ਜੀ ਇੱਕ ਦਲੀਲ ਉਸ ਵੀਰ ਨੇ ਦਿੱਤੀ, ਕਹਿੰਦੇ ਵੀ 5 ਪਿਆਰੇ ਹੁੰਦੇ ਆ, ਪਿਆਰੀਆਂ ਨਹੀਂ ਹੁੰਦੀਆਂ। ਕਹਿੰਦਾ ਮੈਂ ਜਦੋਂ ਉਹਨੇ ਇਹ ਗੱਲ ਕਹੀ ਤੇ ਮੈਂ ਕਿਹਾ ਪਹਿਲੀ ਗੱਲ ਤਾਂ ਤੇਰੇ ਨਾਲ ਗੱਲ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਮਤਲਬ ਕੀ ਗੱਲ ਕਰੋਗੇ ਜਿਹੜੀ ਕਾਮਨ ਸੈਂਸ ਇੱਥੇ ਖਲੋਤੀ ਹੈ? ਜਿਹੜਾ ਬੰਦਾ ਇੱਥੇ ਖੜਾ ਵਾ ਪਿਆਰੇ ਤੇ ਪਿਆਰੀ ਦਾ ਫਰਕ। ਤੇ ਉਹ ਉਹਨੇ ਦਿਨੀ ਮੈਂ ਉਹਨੂੰ ਪੁੱਛਿਆ, ਪ੍ਰਤਿਭਾ ਪਾਟਿਲ ਉਸ ਵੇਲੇ ਆਪਣੇ ਦੇਸ਼ ਦੇ ਰਾਸ਼ਟਰਪਤੀ ਸੀਗੇ। ਮੈਂ ਉਹਨੂੰ ਕਿਹਾ ਵੀ ਇਸ ਵੇਲੇ ਆਪਣੇ ਦੇਸ਼ ਦਾ ਰਾਸ਼ਟਰਪਤੀ ਕੌਣ ਹੈ? ਤੇ ਕਹਿੰਦਾ ਵੀ ਪ੍ਰਤਿਭਾ ਪਾਟਿਲ। ਉਹ ਰਾਸ਼ਟਰਪਤੀ ਕਿਉਂ ਨਹੀਂ? ਮੈਂ ਫਿਰ ਕਿਹਾ, ਮੈਂ ਕਿਹਾ ਯਾਰ ਉਹ ਤਾਂ ਰਾਸ਼ਟਰਪਤੀ ਹੋਈ ਨਾ, ਉਹ ਪਤੀ ਕਿਵੇਂ ਹੋ ਸਕਦੀ ਹੈ? ਆਗੇ ਜਦੋਂ ਹੁਣ MP ਹੈ ਨਾ, ਮੈਂਬਰ ਆਫ ਪਾਰਲੀਮੈਂਟ ਹੈ ਜਾਂ MLA ਹੈ, ਬੜੀਆਂ ਬੀਬੀਆਂ MP ਹੈਗੀਆਂ ਨੇ ਜਾਂ MLA ਹੈਗੀਆਂ, ਫਿਰ ਉੱਥੇ ਕੀ ਬੋਲੋਗੇ? ਕੀ ਬੋਲੋ? ਪ੍ਰਿੰਸੀਪਲ ਨੂੰ ਕੀ ਕਹੋਗੇ? ਹਾਂ ਪ੍ਰਿੰਸੀਪਲ ਕਹਾਂਗੇ ਆਪਾਂ। ਵੀ ਜੇ ਹੁਣ ਮੰਨ ਲਓ ਕੋਈ ਡਾਕਟਰ ਹੈ ਤਾਂ ਡਾਕਟਰ ਹੀ ਹੈ ਬਸ। ਜੇ ਟੀਚਰ ਕਹੋਗੇ ਤੁਸੀਂ ਤਾਂ ਟੀਚਰ ਹੀ ਆਏਗਾ, ਭਾਵੇਂ ਜੈਂਟਸ ਹੋਵੇ ਤਾਂ ਭਾਵੇਂ। ਇਦਾਂ ਹੀ ਪਿਆਰੇ ਉਹ ਪੋਸਟ ਹੈ, ਇੱਕ ਰੈਂਕ ਹੈ, ਉਹਦਾ ਅਹੁਦੇ ਦਾ ਨਾਮ ਹੈ, ਉੱਥੇ ਕੋਈ ਵੀਰ ਭੈਣ ਦਾ ਤਾਂ ਰੌਲਾ ਹੀ ਨਹੀਂ। ਤਾਂ ਸਾਡੇ ਵਿੱਚ ਵੀ ਇਹ ਗੱਲਾਂ ਇਦਾਂ ਹੀ ਨੇ। ਇੱਥੇ ਇੱਕ ਰਿਲੇਟਡ ਸਵਾਲ ਤੁਸੀਂ ਪਿੱਛੇ ਗੱਲ ਕਰ ਗਏ ਹੋਣੇ, ਤੇ ਸ਼ਾਇਦ ਦਰਸ਼ਕ ਜਨਾਂ ਦਾ ਵੀ ਹੋਵੇ। ਪਿਛਲੇ ਦਿਨਾਂ ਦੇ ਵਿੱਚ ਮੈਨੂੰ ਵੀ ਇਹ ਸਵਾਲ ਕਾਫੀ ਪੁੱਛੇ ਗਏ ਕਿ ਆਪਾਂ ਨਗਰ ਕੀਰਤਨ ਕੱਢਦੇ ਹਾਂ। ਵੈਸੇ ਤਾਂ ਚਲੋ ਨਗਰ ਕੀਰਤਨ ਦਾ ਕਨਸੈਪਟ ਬੜਾ ਡਿਫਰੈਂਟ ਸੀਗਾ, ਤੇ ਉਹਦੇ ਵਿੱਚ ਨਾ ਕੀ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਹੁੰਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ 5 ਪਿਆਰੇ ਹੁੰਦੇ ਆ। ਤੇ ਜਿਹੜਾ ਪਿਛਲੇ ਦਿਨਾਂ 'ਚ ਵੀ ਇਹ ਗੱਲ ਚੱਲੀ ਸੀ ਕਾਫੀ ਵੱਡੇ ਪੱਧਰ ਦੇ ਉੱਤੇ, ਤੇ ਕਈ ਲੋਕਾਂ ਨੇ ਵਿਰੋਧ ਵੀ ਕੀਤਾ, ਕਈ ਲੋਕਾਂ ਨੇ ਐਕਸੈਪਟ ਵੀ ਕੀਤੀ ਕਿ ਉਹ ਅਗਵਾਈ 5 ਪਿਆਰਿਆਂ ਦੀ ਹੈ ਕਿ ਅਗਵਾਈ ਗੁਰੂ ਗ੍ਰੰਥ ਸਾਹਿਬ ਦੀ ਹੈ।
ਕਿਉਂਕਿ ਮੋਸਟਲੀ ਜਦੋਂ ਨਗਰ ਕੀਰਤਨ ਚ ਹੋ ਰਿਹਾ ਹੁੰਦਾ ਤੇ ਇਹ ਕਿਹਾ ਜਾ ਰਿਹਾ ਹੁੰਦਾ ਹੈ ਕਿ ਅਗਵਾਈ ਪੰਜ ਪਿਆਰੇ ਕਰ ਰਹੇ ਆ ਜਾਂ ਪੰਜ ਪਿਆਰੇ ਅਗਵਾਈ ਕਰਨਗੇ। ਹੁਣ ਨਾਲ ਗੁਰੂ ਗ੍ਰੰਥ ਸਾਹਿਬ ਵੀ ਹੈਗੇ ਆ। ਹੁਣ ਉੱਥੇ ਗੁਰੂ ਗ੍ਰੰਥ ਸਾਹਿਬ ਭਾਵ ਗਿਆਨ ਵਿਚਾਰਧਾਰਾ ਜਿਹੜੀ ਦਿੱਤੀ ਹੋਈ ਹੈ ਉਹਨੇ ਅਗਵਾਈ ਕਰਨੀ ਹੈ ਕਿ ਜਿਹੜੇ ਪੰਜ ਸਰੀਰ ਜਾ ਰਹੇ ਹੈਗੇ ਆ ਉਹ ਭਾਵੇਂ ਵੱਖੋ ਵੱਖਰੇ ਪਿੰਡਾਂ ਚੋਂ ਇਕੱਠੇ ਕੀਤੇ ਆ ਭਾਵੇਂ ਇੱਕੇ ਪਿੰਡ ਚੋਂ ਹੀ ਇਕੱਠੇ ਕੀਤੇ ਆ, ਉਹਨਾਂ ਦੀ ਅਗਵਾਈ ਜਿਹੜੀ ਹੈ ਸਰਕਾਰ ਨਹੀਂ ਹੈ। ਨਹੀਂ ਬਿਲਕੁਲ ਉਹੀ ਗੱਲ ਨਾ ਵੀ ਜਿਹੜੀ ਸਾਡੇ 'ਚ ਗੱਲ ਸਰੀਰ ਤੇ ਸ਼ਬਦ ਵਾਲੀ ਹੈ ਨਾ ਉਹ ਅਜੇ ਸਾਡੇ ਖਾਨੇ ਬੈਠ ਨਹੀਂ ਨਾ ਰਹੀ ਚੰਗੀ ਤਰ੍ਹਾਂ, ਸਮਝ ਨਹੀਂ ਨਾ ਆ ਰਹੀ। ਤੇ ਕਿਉਂਕਿ ਸਮੁੱਚਾ ਸਿੱਖ ਜਗਤ ਜੇ ਇਹਨੂੰ ਹੋਰ ਥੋੜਾ ਵੱਡਾ ਕਰਕੇ ਤੁਸੀਂ ਗੱਲ ਕਰ ਲਓ ਕਿ ਸਮੁੱਚਾ ਵਰਲਡ, ਪੂਰੀ ਦੁਨੀਆ, ਜੇ ਅਸੀਂ ਇਮਾਨਦਾਰੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਦੁਨੀਆ ਨੂੰ ਦੱਸੀਏ ਤੇ ਪੂਰੀ ਦੁਨੀਆ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕਬੂਲਣ ਲਈ ਤਿਆਰ ਹੈ ਤੇ ਕਬੂਲੂਗੀ। ਪਰ ਗੱਲ ਇਹ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਨਾ ਕਰਕੇ ਅਸੀਂ ਜਿਹੜਾ ਆ ਉਹ ਏਦਾਂ ਕਹਿ ਰਹੇ ਨੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ। ਠੀਕ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਪੰਜ ਪਿਆਰੇ ਨੇ, ਪੰਜ ਪਿਆਰਿਆਂ ਦੀ ਅਗਵਾਈ ਹੇਠ ਤੁਸੀਂ ਕਹਿ ਸਕਦੇ ਆ ਵੀ ਬਾਕੀ ਸਾਰੀ ਗੱਲ ਚੱਲ ਸਕਦੀ ਹੈ। ਪਰ ਉਹ ਸ੍ਰੇਸ਼ਟ ਹੈ ਨਾ, ਜਿਹੜਾ ਉੱਤਮ ਗੱਲ ਹੈ ਜਿਹੜੀ ਉਹ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਰਹਿਣੀ। ਤੇ ਅਸੀਂ ਬਚਣਾ ਵੀ ਤਾਂ ਹੀ ਆ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੀ ਗੱਲ ਹੀ ਪ੍ਰਵਾਨ ਕਰਾਂਗੇ, ਜੇ ਉਸ ਬੰਨੇ ਹੀ ਸਾਰਾ ਜਿਹੜਾ ਸਾਡਾ ਝੁਕਾਅ ਹੋਏਗਾ ਹਰ ਪੱਖ ਤੋਂ, ਅਸੀਂ ਤਾਂ ਹੀ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਆ ਉਹ ਨਜਿੱਠ ਸਕਦੇ ਹਾਂ ਔਰ ਹਰ ਇੱਕ ਮਸਲੇ ਦਾ ਹੱਲ ਜਿਹੜਾ ਆ ਉਹ ਲੱਭ ਸਕਦੇ ਹਾਂ। ਅਗਵਾਈ ਗੁਰੂ ਗ੍ਰੰਥ ਸਾਹਿਬ ਦੀ ਹੋਏਗੀ ਕਿਉਂਕਿ ਇੱਕ ਪਿਰਤ ਪੈਂਦੀ ਜਾ ਰਹੀ ਹੈ ਸਾਡੇ। ਤਾਂ ਹੀ ਇਹ ਵੀ ਹੁੰਦਾ ਹੈ ਕਿ ਉਹ ਚੀਜ਼ਾਂ ਪੰਜ ਪਿਆਰਿਆਂ ਨੂੰ ਵੱਡੇ ਪੱਧਰ ਦੇ ਉੱਤੇ ਪੰਜ ਜਥੇਦਾਰ ਦੇ ਜੁੜੇ ਥੱਲੇ ਆ ਜਾਂਦੀ ਹੈ ਗੱਲ। ਪੰਜਾਂ ਪਿਆਰੇ ਪੰਜ ਜਥੇਦਾਰਾਂ ਦੇ ਜੁੜੇ ਤੋਂ ਥੱਲੇ ਨਿਕਲਦੀ ਹੈ ਤੇ ਫਿਰ ਪਿੰਡ ਦੇ ਜਿਹੜੇ ਬਹੁਤ ਵਾਰ ਪੰਜ ਹੁੰਦੇ ਆ ਪੰਜ ਪਿਆਰੇ ਜਾਂ ਕੋਈ ਵੀ ਪੰਜ ਪਿਆਰੇ ਖੜੇ ਹੋ ਕੇ ਤੇ ਅਗਵਾਈ ਦੀ ਗੱਲ ਕਰਦੇ ਆ। ਫਿਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਵੀ ਕੌਮ ਦੇ ਵਿੱਚ ਦੁਬਦਾਵਾਂ ਪੈਦਾ ਕਰਦੀਆਂ ਨੇ ਤੇ ਕੌਮ ਦਿਨੋਂ ਦਿਨ ਵੰਡੀ ਜਾਂਦੀ ਹੈ। ਭਾਵੇਂ ਕਿ ਅੱਜ ਹਰ ਇੱਕ ਬੰਦਾ ਕਹਿ ਰਿਹਾ ਹੈ ਕਿ ਮੈਂ ਕੌਮ ਦਾ ਅਹਿਮ ਪਾਰਟ ਹਾਂ, ਮੇਰੇ ਮੁਤਾਬਿਕ ਚੱਲੋ, ਪਰ ਜਦੋਂ ਜਦੋਂ ਇਹ ਗੱਲਾਂ ਚੱਲਦੀਆਂ ਤੇ ਕਿਤੇ ਨਾ ਕਿਤੇ ਇਹ ਚੀਜ਼ਾਂ ਵੀ ਦੋਸ਼ੀ ਨੇ। ਕਿਉਂਕਿ ਉਹਨਾਂ ਦੀ ਇੰਨੀ ਸਮਝ ਨਹੀਂ ਹੈ, ਇੰਨੀ ਮੈਚੁਰਿਟੀ ਨਹੀਂ ਹੈ ਕਿ ਭਾਵੇਂ ਕਿ ਜੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਵੀ ਜਾ ਰਹੇ ਹੈਗੇ ਤੇ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਕੁਛ ਨਹੀਂ ਹੁੰਦਾ ਕਿੱਧਰ ਲੈ ਕੇ ਜਾਣਾ ਕਿੱਧਰ ਨਹੀਂ। ਤੇ ਉਹਦੇ ਅੱਗੇ ਵੀ ਕੋਈ ਬੰਦਾ ਇੱਕ ਪਿੰਡ ਦਾ ਆਪਣੇ ਸਾਡੇ ਇਲਾਕੇ ਦੇ ਵਿੱਚ ਹੀ ਨਗਰ ਕੀਰਤਨ ਨਿਕਲਦਾ ਹੈ ਤੇ ਉਹ ਪਿਛਲੇ 10-15 ਸਾਲ ਤੋਂ ਜਿਹੜਾ ਹੈ ਨਾ ਲਗਾਤਾਰ ਉਹ ਕੱਢਦੇ, ਹਰ ਸਾਲ ਕੱਢਦੇ ਗੁਰੂ ਗੋਬਿੰਦ ਸਿੰਘ ਤੇ ਗੁਰੂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ। ਤੇ ਉਹ ਜਿਹੜੇ ਪੰਜ ਪਿਆਰੇ ਹੁੰਦੇ ਆ ਉਹ ਸਾਬਤ ਸੂਰਤ ਹੈ, ਨੋ ਡਾਊਟ। ਤੇ ਜਿਹੜਾ ਬੰਦਾ ਉਹਨਾਂ ਦੀ ਅੱਗੇ ਵੀ ਅਗਵਾਈ ਕਰ ਰਿਹਾ ਹੁੰਦਾ, ਉਹਨਾਂ ਦਾ ਜਥੇਦਾਰ ਹੁੰਦਾ ਤੇ ਉਹਦੀ ਦਾੜੀ ਕੱਟੀ ਹੋਈ ਹੈ। ਪਿਛਲੇ 3-4 ਸਾਲ ਤੋਂ ਮੈਂ ਖੁਦ ਦੇਖ ਰਿਹਾ। ਮਤਲਬ ਕਿਤੇ ਨਾ ਕਿਤੇ ਨਗਰ ਕੀਰਤਨ ਕੱਢਿਆ ਜਾ ਰਿਹਾ ਪਰ ਇੰਪਲੀਮੈਂਟੇਸ਼ਨ ਜਿਹੜੀ ਹੈ ਉਸ ਵਿਚਾਰ ਦੀ ਅਜੇ ਤੱਕ ਨਹੀਂ ਅਪਣਾਈ ਜਾ ਰਹੀ। ਨਹੀਂ, ਉਹ ਤਾਂ ਬਹੁਤ ਪਿੱਛੇ ਇੱਥੇ ਇੱਕ ਵਾਰ ਨਾ ਅੰਮ੍ਰਿਤਸਰ ਜ਼ਿਲ੍ਹੇ 'ਚ ਪਿੰਡ ਹੈ ਤੇ ਉੱਥੇ ਨਾ ਉਹ ਗੁਰਦੁਆਰਾ ਉਹਨਾਂ ਨੇ ਆਰੰਭ ਕਰਨਾ ਸੀ ਤੇ ਉਹਨਾਂ ਨੇ ਨਾ ਰੱਖਿਆ ਸੀ ਵੀ ਜਦੋਂ ਅਸੀਂ ਆਰੰਭ ਕਰਾਂਗੇ ਤੇ ਅਖੰਡ ਪਾਠ ਸਾਹਿਬ ਦਾ ਭੋਗ ਪੈਣਾ ਹੈ, ਫਿਰ ਨੀਂਹ ਰੱਖਾਂਗੇ, ਜਿਵੇਂ ਉਹ ਸਾਰਾ ਕੁਝ ਸਾਡਾ ਇੱਕ ਚੱਲਦਾ ਹੈ ਹਨਾ ਪ੍ਰਵਾਨ ਕਰ ਲਿਆ ਹੈ ਅਸੀਂ ਉਹਨਾਂ। ਤੇ ਉਹ ਵਿਚਾਰ ਕਰਨ ਨੂੰ ਮੈਨੂੰ ਸੱਦ ਲਿਆ ਉਹਨਾਂ ਨੇ ਤੇ ਉਹ ਮੇਰੇ ਸੁਭਾਅ 'ਚ ਹੈ ਕਈ ਵਾਰ ਵੀ ਆਪਾਂ ਜਿੱਥੇ ਵੀ ਜਾਣਾ ਹੁੰਦਾ ਜੇ ਆਪਣੇ ਕੋਲ ਟਾਈਮ ਹੋਵੇ ਤੇ ਆਪਾਂ 2-4-10 ਮਿੰਟ ਅੱਧਾ ਘੰਟਾ ਪਹਿਲਾਂ ਚਲੇ ਜਾਈਦਾ। ਅਸੀਂ ਚਲੇ ਗਏ, ਜਲ ਪਾਣੀ ਛਕ ਰਿਹਾ ਸੀ ਤੇ ਬਾਹਰ ਨਾ ਏਦਾਂ ਚਰਚਾ, ਜਿਵੇਂ ਤੁਸੀਂ ਅੰਦਰ ਬੈਠੇ ਆ ਬਾਹਰ ਤੁਹਾਨੂੰ ਗੱਲਾਂ ਸੁਣਨੀਆਂ, ਕਹਿੰਦੇ ਯਾਰ ਪੰਜ ਪਿਆਰੇ ਕੌਣ ਬਣੂਗਾ। ਅੱਛਾ, ਬਾਹਰ ਮਤਲਬ ਪੰਜ ਪਿਆਰੇ ਲੱਭ ਰਹੇ ਹੋ, ਉਧਰੋਂ ਨੀਂਹ ਰੱਖਣੀ ਹੈ, ਉਧਰੋਂ ਪੰਜ ਪਿਆਰੇ ਲੱਭ ਰਹੇ ਹੋ। ਉਹ ਕਹਿੰਦੇ ਯਾਰ ਫਲਾਣੇ ਨੂੰ ਬਣਾ ਲਓ, ਉਹਨੂੰ ਬਣਾਓ ਯਾਰ ਪੰਜ ਪਿਆਰੇ, ਉਹ ਬਣ ਸਕਦਾ। ਉਹ ਕਰਦਿਆਂ 4 ਤੇ ਲੱਭ ਗਏ, ਪੰਜਵਾਂ ਨਾ ਲੱਭੇ। ਚਾਰ ਪਿਆਰੇ ਤਾਂ ਨਾ ਲੱਭ ਲਏ, ਪੰਜਵਾਂ ਦਾ ਇੱਕ ਉੱਥੇ ਹੀ ਕੰਮ ਕਰਨ ਨੂੰ ਕਹਿੰਦਾ ਤੂੰ ਬਣ ਜਾ ਪੰਜ ਪਿਆਰੇ। ਅੱਛਾ, ਉਹ ਕਹਿੰਦਾ ਵੀ ਨਹੀਂ ਯਾਰ ਮੈਂ ਨਹੀਂ ਬਣ ਸਕਦਾ। ਵੀ ਉਹ ਕਹਿੰਦਾ ਕਿਉਂ ਨਹੀਂ ਬਣ ਸਕਦਾ, ਤੂੰ ਖਲੋਣਾ ਹੀ ਆ ਉੱਥੇ। ਇਹ ਕਹਿੰਦਾ ਅਰਦਾਸ ਮੈਨੂੰ ਆਉਂਦੀ ਆ, ਤੂੰ ਖਲੋਣੀ ਆ ਬਸ। ਉਹ ਕਹਿੰਦਾ ਵੀ ਨਹੀਂ ਖਲੋਣਾ ਤਾਂ ਹੈਗਾ, ਮੈਂ ਤਾਂ ਕੁਰਬਾਨ ਵੀ ਨਹੀਂ ਪਾਈ। ਅੱਛਾ, ਮੈਨੂੰ ਨਾ ਅਸਲ ਮੈਂ ਅੰਦਰ ਹਾਸਾ ਵੀ ਯਾਰ ਇਹ ਬੰਦੇ ਵੇਖੋ ਤੇ ਅਗਵਾਈ। ਅੱਛਾ, ਕਿੰਨੇ ਲੋਕ ਉੱਥੇ ਉਹਨਾਂ ਨੂੰ, ਜੇ ਮੈਂ ਸੁਣ ਰਿਹਾ ਅੰਦਰ ਕਿੰਨੇ ਲੋਕ ਸੁਣ ਰਹੇ ਹੋਣਗੇ। ਅੱਛਾ, ਜਿਹੜੇ ਪਿੰਡ ਦੇ ਹੀ ਨੌਜਵਾਨ ਆ ਉਹ ਵੀ ਜਾਣਦੇ ਹੋਣਗੇ। ਉਹਨੂੰ ਕਹਿੰਦੇ ਕੋਈ ਨਹੀਂ ਕੁਰਬਾਨ ਨਹੀਂ ਹੈਗੀ, ਅੰਦਰ ਹੈਗੀ ਦੇਖ ਕਰਨ ਵਾਲੀ, ਉਹ ਤੂੰ ਪਾਲਾ ਘੜੀ ਦੀ ਘੜੀ ਤੇ ਪਾਉਣੀ ਹੈ। ਤੇ ਮੈਂ ਫਿਰ ਉਹਨਾਂ ਨੂੰ, ਮੇਰੇ ਤੋਂ ਰਿਹਾ ਨਾ ਗਿਆ ਆਪਣੇ ਸੁਭਾਅ 'ਚ। ਅੱਜ ਮੈਂ ਜਦੋਂ ਉੱਥੇ ਗੱਲ ਕੀਤੀ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਘੱਟੋ ਘੱਟ ਤੁਸੀਂ ਇੰਨੀ ਤਿਆਰੀ ਕਰ ਲਈ ਯਾਰ, 5 ਬੰਦੇ ਤੇ ਆਪਣੇ ਪਿੰਡ ਤੋਂ ਲੱਭ ਲੈਂਦੇ ਸਵਾਦ। ਬਿਲਕੁਲ ਬਿਲਕੁਲ, ਹਾਂ ਹਨਾ, ਵੀ ਜਿਨ੍ਹਾਂ ਤੇ ਤੁਸੀਂ ਟਰਸਟ ਕਰ ਸਕਦੇ ਹੋ ਜਾਂ ਜਿਹੜੇ ਖੁਦ ਤੇ ਟਰਸਟ ਕਰਦੇ ਹੋਣ, ਜਿਨ੍ਹਾਂ ਨੂੰ ਖੁਦ ਤੇ ਯਕੀਨ ਹੋਵੇ ਵੀ ਠੀਕ ਹੈ ਅਸੀਂ ਅਰਦਾਸ ਕਰਾਂਗੇ, ਕੋਈ ਗੱਲ ਨਹੀਂ ਵੀ ਅਸੀਂ। ਸੋ ਉਹ ਜਿਹੜੀ
ਜੇ ਤਾਂ ਉਹਨੂੰ ਲਿਆ ਜਾਂਦਾ ਨਾ ਸਹੀ ਅਰਥਾਂ 'ਚ ਕੌਮੀਅਤ ਦੀ ਭਾਵਨਾ, ਇਹ ਇੱਕ ਵੱਖਰਾ ਚੈਪਟਰ ਹੋ ਜਾਣਾ। ਕਿਸੇ ਦਿਨ ਮਲਕੀਤ ਸਿੰਘ ਜੀ ਆਪਾਂ ਇਹਦੇ ਤੇ ਚਰਚਾ ਕਰਾਂਗੇ ਵੀ ਜਿਹੜੀ ਪੰਜ ਪ੍ਰਧਾਨੀ ਵਾਲੀ ਗੱਲ ਜਾਂ ਜਿਹੜੀ ਪੰਜਾਂ 'ਚ ਪਰਮੇਸ਼ਰ ਵਾਲੀ ਗੱਲ, ਵੀ ਜਿਵੇਂ ਪੰਜਾਂ 'ਚ ਪਰਮੇਸ਼ਰ ਹੈ ਤੇ ਏਦਾਂ ਬਹੁਤ ਬੰਦੇ ਇਹੋ ਜਿਹੇ ਖੜੇ ਹੋ ਜਾਣਗੇ ਵੀ ਸਾਡੇ ਪੰਜਾਂ 'ਚ ਪਰਮੇਸ਼ਰ ਹੈ, ਸਾਡੇ ਵਾਲੇ ਸੁਣ ਲਓ, ਹਨਾ। ਵੀ ਕੱਲ ਨੂੰ 4-5 ਬਾਬੇ ਖੜੇ ਹੋ ਜਾਣਗੇ, ਕਹਿਣਗੇ ਸਾਡੇ 'ਚ ਪਰਮੇਸ਼ਰ ਵਸਦਾ ਆ। ਤੇ ਉਹ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਗੁਰੂ ਦੀ ਰੋਸ਼ਨੀ ਵਿੱਚ ਜਾਂ ਉਹ ਸਾਰੇ ਸੰਦਰਭ 'ਚ ਵੇਖਣੀਆਂ ਪੈਣੀਆਂ। ਗੱਲਾਂ ਬਹੁਤ ਪਿਆਰੀਆਂ ਸਨ, ਪਰ ਜੇ ਉਹਨਾਂ ਨੂੰ ਜਿਵੇਂ ਸਰਬੱਤ ਖਾਲਸਾ, ਹੁਣ ਤੁਸੀਂ ਉਹ ਸਰਬੱਤ ਖਾਲਸਾ ਬਣਾ ਲਿਆ ਪਿੱਛੇ ਜੋ ਸਾਡੇ ਬੰਦਿਆਂ ਨੇ, ਕਹਿੰਦੇ ਇਹਦੇ 'ਚ ਕੌਮ ਦੇ ਫੈਸਲੇ ਹੋਣਗੇ। ਫੈਸਲਾ ਕੌਮ ਦਾ ਕੋਈ ਹੋਇਆ ਨਹੀਂ, ਆਪਣੇ ਤਾਂ ਇਹ ਅਸੀਂ ਹਰ ਇੱਕ ਚੀਜ਼ ਨੂੰ ਕੰਡੈਮ ਕਰਨ ਵਾਲੇ ਬੰਦੇ ਤੁਰੇ ਹੋਏ ਆ। ਉਹ ਬੜੀ ਅਜੀਬ ਗੱਲ ਆ ਔਰ ਇਹਨੂੰ ਸਮਝਣ ਦੀ ਲੋੜ ਆ। ਉਹੀ ਨਾ ਕਿ ਇਦਾਂ ਫਿਰ ਦੁਵਿਧਾਵਾਂ ਜ਼ਿਆਦਾ ਪੈ ਜਾਣਗੀਆਂ ਕਿ ਵੈਸੇ ਵੀ ਸਾਡੀ ਕੌਮ ਦੀ ਬਦਕਿਸਮਤੀ ਕਹਿ ਲਓ, ਤੇ ਇਹਨੂੰ ਸਾਰਥਿਕਤਾ ਤੇ ਮੇਰੇ ਮੁਤਾਬਿਕ ਤੇ ਨਹੀਂ ਕਿਹਾ ਜਾ ਸਕਦਾ, ਬਦਕਿਸਮਤੀ ਕਹਿ ਲਓ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਇੱਕ ਦੀ ਗੱਲ ਕਰਦਾ ਹੈ, ਉਹ ਇੱਕ ਸਾਰਿਆਂ ਵਿੱਚ ਵਸੇ ਹੋਣ ਦੀ ਗੱਲ ਕਰਦਾ ਆ, ਤੇ ਸਭ ਤੋਂ ਵੱਧ ਜਥੇਬੰਦੀਆਂ ਉਹਨਾਂ ਵਿੱਚ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੀ ਜਿਹੜੀ ਗੱਲ ਕਰਦਾ ਹੈ, ਜਿਹਦੀ ਗੱਲ ਹੀ ਇੱਕੋ ਤੋਂ ਸ਼ੁਰੂ ਹੁੰਦੀ ਹੈ, ਇੱਕ ਓਂਕਾਰ ਤੋਂ ਸ਼ੁਰੂ ਹੁੰਦੀ ਹੈ। ਉਹਨਾਂ ਦੇ ਮੰਨਣ ਵਾਲੇ ਤੇ ਉਹਨਾਂ ਨੂੰ ਪੂਜਣ ਵਾਲੇ, ਸਵੇਰੇ ਸ਼ਾਮ ਮੱਥਾ ਟੇਕਣ ਵਾਲੇ ਵੀ ਜੇ ਵੇਖੇ ਜਾਣ ਤੇ ਸਭ ਤੋਂ ਵੱਧ ਅੱਜ ਦੇ ਦੌਰ ਦੇ ਵਿੱਚ ਜੱਟੋ ਫਾਟੇ ਹੋਏ ਕਰਦੇ ਨੇ। ਇਹਨਾਂ ਦੇ ਪਿੱਛੇ ਰੀਜ਼ਨ ਇਹੀ ਹੈ ਕਿ ਅਗਵਾਈ, ਜਿਹੜੀ ਗੱਲ ਤੁਸੀਂ ਕਰਕੇ ਗਏ ਕਿ ਪੰਜਵੇਂ ਨੇ ਕੀਤੀ ਹੈ, ਜਿਹਨੇ ਕਿਰਪਾਨ ਵੀ ਨਹੀਂ ਹੈ। ਦੇਖੋ ਕਿੱਥੋਂ ਸਮਝ ਲੈ ਆਓਗੇ ਤੁਸੀਂ। ਮੰਨ ਲਓ ਕਿ ਨਗਰ ਕੀਰਤਨ ਦੇ ਵਿੱਚ ਕੋਈ ਅਚਨਚੇਤ ਕੋਈ ਫੈਸਲਾ ਲੈਣਾ ਪੈ ਗਿਆ, ਇਹੋ ਜਿਹਾ ਬੰਦਾ ਕੀ ਫੈਸਲਾ ਲਏਗਾ? ਇਹੋ ਜਿਹਾ ਬੰਦਾ ਤੇ ਫਿਰ ਕਹੇਗਾ ਨਾ ਕਿ ਜਗਰਾਤੇ ਵਾਲਿਆਂ ਵੱਲ ਵੀ ਆ ਜਾਓ ਤੇ ਇਧਰ ਵੀ ਆ ਜਾਓ ਤੇ ਇਹਨੂੰ ਮੱਥਾ ਟੇਕਣਾ। ਉਹਨੂੰ ਕਿਸੇ ਨੇ ਪੁੱਛ ਲਿਆ ਵੀ ਭਾਈ ਸਾਹਿਬ ਜੀ ਇਹ ਪੰਜ ਪਿਆਰੇ ਆ, ਪੀਆਰ ਨੇ ਸਲਾਹ ਲੈ ਲੈਣੀ ਤੇ ਮੰਨ ਲਓ ਕਿਸੇ ਨੇ ਏਦਾਂ ਹੀ ਪੁੱਛ ਲਿਆ ਵੀ ਨਸ਼ਾ ਕਰ ਲੈਣਾ ਚਾਹੀਦਾ, ਉਹ ਪੰਜਵਾਂ ਕਹੂਗਾ ਮੈਂ ਤਾਂ ਆਪ ਕਦੀ ਕਰ ਲੈਣਾ। ਪਿੱਛੇ ਜਿਹਾ ਦੁਆਬੇ ਏਰੀਏ ਦੇ ਵਿੱਚ ਵੀ ਇਹ ਘਟਨਾ ਵਾਪਰੀ ਸੀ। ਜਾਂ ਨੂੰ ਕੋਈ ਬੰਦਾ ਆਣ ਕੇ ਕਹਿ ਦੇ ਕਿ ਭਾਈ ਸਾਹਿਬ ਜੀ ਕੇਕ ਕੱਟ ਲੈਣਾ ਚਾਹੀਦਾ, ਕਹਿੰਦਾ ਮੈਂ ਤਾਂ ਆਪ ਬੱਚਿਆਂ ਦੇ ਬਰਥਡੇ ਤੇ ਕੱਟਦਾ। ਉਹੀ ਚੀਜ਼ਾਂ ਹੋ ਜਾਣਗੀਆਂ ਨਾ। ਚਲੋ ਨਾਲ ਦੀ ਗੱਲ, ਸਵਾਲ ਇਹ ਵੀ ਆ ਗਿਆ ਕਿ ਭਾਈ ਸਾਹਿਬ ਅੱਜ ਕੱਲ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਪਿਛਲੇ ਸੰਦਰਭ ਦੇ ਵਿੱਚ ਤੁਸੀਂ ਗੱਲ ਕੀਤੀ ਆ, ਹੁਣੇ ਆਪਾਂ ਕਰਕੇ ਗਏ ਕਿ ਕੁਝ ਗੱਲਾਂ ਦੂਜਿਆਂ ਦੇ ਧਰਮਾਂ ਵਿੱਚੋਂ, ਉਹ ਹਿੰਦੂ ਧਰਮ ਵਿੱਚੋਂ ਜਾਂ ਮੁਸਲਮਾਨ ਧਰਮ ਦੇ ਵਿੱਚੋਂ ਸਾਡੇ ਚ ਆ ਗਈਆਂ। ਤੇ ਇਸ ਵਕਤ ਜਿਹੜੀ ਸਭ ਤੋਂ ਵੱਡਾ ਕਲੈਸ਼ ਹੈ ਨਾ, ਉਹ ਹੈ ਈਸਾਈਅਤ। ਈਸਾਈਅਤ ਦਾ ਪ੍ਰਭਾਵ ਮੈਨੂੰ ਲੱਗਦਾ ਹੈ ਕਿ ਮੌਜੂਦਾ ਦੌਰ ਦੇ ਵਿੱਚ ਸਾਡੇ ਸਿੱਖ ਜ਼ਿਆਦਾ ਕਬੂਲ ਰਹੇ ਆ। ਪਿੰਡਾਂ ਦੇ ਪਿੰਡ ਆ ਗੋਇੰਦਵਾਲ ਸਾਹਿਬ ਦੇ ਬਾਰੇ ਮੈਨੂੰ ਪਿੱਛੇ ਜੇ ਇੱਕ ਵੀਰ ਨੇ ਦੱਸਿਆ ਕਿ ਗੋਇੰਦਵਾਲ ਸਿੱਖੀ ਦਾ ਧੁਰਾ ਹੈ, ਤੇ ਇਹਨੂੰ ਉਸ ਜਗ੍ਹਾ ਕਰਕੇ ਸਤਿਕਾਰਿਆ ਜਾਂਦਾ ਜਿੱਥੋਂ ਕਦੀ 22 ਮੰਜੀਆਂ ਸਥਾਪਿਤ ਕੀਤੀਆਂ ਗੁਰੂ ਅਮਰਦਾਸ ਪਾਤਸ਼ਾਹ ਜੀ, ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ। ਉਹ 22 ਮੰਜੀਆਂ ਤੋਂ ਬਾਅਦ 52 ਪੀੜ੍ਹੇ ਸਥਾਪਿਤ ਕੀਤੇ, ਭਾਵ ਕਿ ਇੱਥੋਂ ਵੱਖ-ਵੱਖ ਤਰੀਕੇ ਦੇ ਪ੍ਰਚਾਰਕ ਨਿਕਲੇ। ਤੇ ਅੱਜ ਵੀ ਉੱਥੇ ਬਹੁਤ ਵੱਡਾ ਗੁਰਦੁਆਰਾ ਜਿਹੜਾ ਬੌਲੀ ਸਾਹਿਬ ਹੈ ਉੱਥੇ ਹੈ, ਤੇ ਅੱਜ ਵੀ ਹਰ ਐਤਵਾਰ ਉੱਥੇ ਲੱਖਾਂ ਲੋਕ ਨਤਮਸਤਕ ਹੋਣ ਆਉਂਦੇ ਆ, ਪੁੰਨਿਆਂ ਤੇ ਲੱਖਾਂ ਲੋਕ ਨਤਮਸਤਕ ਹੋਣ ਆਉਂਦੇ ਆ, ਤੇ ਗਾਏ ਬਗਾਏ ਤਾਂ ਲੋਕ ਡੇਲੀ ਰੂਟੀਨ ਦੇ ਵਿੱਚ ਅਨੇਕਾਂ ਆਉਂਦੇ ਨੇ। ਉਹ ਮੈਨੂੰ ਵੀਰ ਨੇ ਦੱਸਿਆ ਕਿ ਉਸ ਏਰੀਏ ਦੇ ਵਿੱਚ ਇੱਕ ਈਸਾਈ ਵੀਰ ਆਉਂਦਾ ਆ ਇਧਰੋਂ ਕਪੂਰਥਲੇ ਵੱਲੋਂ। ਅੱਛਾ। ਤੇ ਉਸ ਇਕੱਲੇ ਬੰਦੇ ਨੇ ਦੱਸਦਾ ਕਿ 200 ਪਰਿਵਾਰ ਆਪਣੇ ਨਾਲ ਜੋੜ ਰਿਹਾ ਹੈ। ਤੇ ਇਹਦਾ ਮਤਲਬ ਜੇ ਸਿੱਖੀ ਦਾ ਧੁਰਾ ਕਹੇ ਜਾਣ ਵਾਲੇ ਗੋਇੰਦਵਾਲ ਸਾਹਿਬ ਦੇ ਇਹ ਹਾਲਾਤ ਨੇ, ਤੇ ਬਾਕੀ ਪਿੰਡਾਂ ਦੇ ਵਿੱਚ ਕੀ ਹੋਏਗਾ? ਕੀ ਤੁਸੀਂ ਕਹਿਣਾ ਚਾਹੁੰਦੇ ਆ ਕਿ ਇੱਥੇ ਥੋੜਾ ਜਿਹਾ ਵਿਸਤਾਰ ਨਾਲ ਜ਼ਰੂਰ ਚਾਨਣਾ ਪਾਓ, ਕਿਉਂਕਿ ਇਹ ਵੀ ਇੱਕ ਅਹਿਮ ਵਿਸ਼ਾ ਅੱਜ ਦੇ ਦੌਰ 'ਚ ਬਣਦਾ ਜਾ ਰਿਹਾ ਕਿ ਇੱਕ ਹਿੰਦੂ ਗ੍ਰੰਥਾਂ ਦਾ ਪ੍ਰਭਾਵ ਸਾਡੇ ਗ੍ਰੰਥਾਂ 'ਚ ਵੀ ਆਇਆ ਹੈ, ਨੋ ਡਾਊਟ। ਬਿਲਕੁਲ। ਉਹ ਗ੍ਰੰਥ ਭਾਵੇਂ ਸੂਰਜ ਪ੍ਰਕਾਸ਼ ਗ੍ਰੰਥ ਮੰਨ ਲਓ, ਤੇ ਸੂਰਜ ਪ੍ਰਕਾਸ਼ ਗ੍ਰੰਥ ਦੀ ਸਿੱਖੀ ਜਿਹੜੀ ਹੈ ਉਹ ਸਾਡੇ ਬਹੁਤੇ ਸਿੱਖ ਅਪਣਾ ਕੇ ਬੈਠੇ ਹੋਏ। ਇਹਦਾ ਮਤਲਬ ਉਹ ਜਿਹੜੀ ਸੰਤੋਖ ਸਿੰਘ ਚੂੜਾਮਣੀ ਦਾ ਗ੍ਰੰਥ ਦਾ ਜਿਹੜਾ ਪ੍ਰਚਾਰ ਹੈ ਉਹ ਉਹਨਾਂ ਗ੍ਰੰਥਾਂ ਚੋਂ ਨਿਕਲ ਕੇ ਆਇਆ ਹੈ। ਤੇ ਕੀ ਅੱਜ ਈਸਾਈਅਤ ਦਾ ਵੀ ਪ੍ਰਭਾਵ ਸਾਡੇ ਬੱਚਿਆਂ ਤੇ ਇਸੇ ਤਰੀਕੇ ਦਾ ਹੈ, ਜਾਂ ਕਿਵੇਂ ਉਹ ਤੋਂ ਅਸੀਂ ਬਚ ਸਕਦੇ ਹਾਂ? ਮੈਨੂੰ ਲੱਗਦਾ ਵੀ ਦੋ ਚੀਜ਼ਾਂ ਆ। ਦੇਖੋ, ਇਹੀ ਗੱਲ ਆ ਵੀ ਮਲਕੀਤ ਸਿੰਘ ਦੀ ਵੀ ਸਾਡੀਆਂ ਜਿਹੜੀਆਂ ਜ਼ਿੰਮੇਵਾਰ ਅਦਾਰੇ ਆ ਨਾ, ਉਹਨਾਂ ਨੇ ਸਮੇਂ ਸਿਰ ਵਧੀਆ ਰੋਲ ਪਲੇ ਨਹੀਂ ਕੀਤਾ। ਜਦੋਂ ਤੁਸੀਂ ਚੀਫ ਖਾਲਸਾ ਦੀਵਾਨ ਬਾਰੇ ਪੜ੍ਹੋਗੇ ਨਾ ਇਤਿਹਾਸ ਵਿੱਚੋਂ ਸਾਡੇ ਪੁਰਖਿਆਂ ਨੇ, ਉਹ ਅਸਲ 'ਚ ਆਈ ਇਸੇ ਗੱਲ ਤੋਂ ਹੀ ਕਿ ਤੁਹਾਡੇ ਬੱਚਿਆਂ ਨੇ ਐਜੂਕੇਸ਼ਨ ਲੈਣ ਤਾਂ ਜਾਣਾ ਹੈ,
ਤੇ ਜਿੱਥੇ ਉਹ ਐਜੂਕੇਸ਼ਨ ਲੈਣਗੇ ਨਾ, ਸੁਭਾਵਿਕ ਗੱਲ ਆ ਵੀ ਉਹਨਾਂ ਦਾ ਮਾਈਂਡ ਸੈਟ ਹੌਲੀ ਹੌਲੀ ਉਦਾਂ ਦਾ ਹੋ ਜਾਊਗਾ। ਹਾਲਾਂਕਿ ਗੁਰਮਤ ਕਹਿੰਦੀ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਹੈ ਨਾ, ਜਾਂ ਗੁਰ ਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਵੇ ਮਾਨ। ਸਭ ਤੋਂ ਵੱਧ ਵਿਦਿਆ ਦੀ, ਐਜੂਕੇਸ਼ਨ ਦੀ, ਗੁਰਮਤ ਦੀ, ਪੜ੍ਹਾਈ ਦੀ, ਸਿਆਣੇ ਹੋਣ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਆ। ਪਰ ਇੰਨੀ ਐਜੂਕੇਸ਼ਨ ਅਦਾਰਿਆਂ ਤੇ ਸਾਡੇ ਅਦਾਰਿਆਂ ਨੇ ਕੰਮ ਨਹੀਂ ਕੀਤਾ ਜਿੰਨਾ ਉਹਨਾਂ ਨੇ ਕੀਤਾ। ਉਹ ਫੈਕਟਰ ਸਾਡੇ ਤੇ ਏਡਾ ਵੱਡਾ ਪ੍ਰਭਾਵ ਪਾ ਗਿਆ ਵੀ ਤੁਸੀਂ ਗੁਰਦੁਆਰੇ ਮੱਥਾ ਟੇਕਦੇ 99% ਲੋਕਾਂ ਨੂੰ ਵੇਖੋਗੇ ਨਾ, ਸਾਡੀ ਰਹਿਤ ਮਰਿਆਦਾ 'ਚ ਮੱਥਾ ਟੇਕਣ ਦਾ ਵਿਧਾਨ ਵੀ ਲਿਖਿਆ ਹੈ ਵੀ ਤੁਸੀਂ ਗੁਰਦੁਆਰੇ ਜਾਣਾ ਹੈ, ਦੋਵੇਂ ਹੱਥ ਜੋੜਦੇ ਆ, ਵੀਰ ਆਸਣ ਦੇ ਵਿੱਚ ਤੁਸੀਂ ਜਿਹੜਾ ਨਕਮਸਤਕ ਹੋਣਾ ਆ, ਤੇ ਤੁਸੀਂ ਉਸ ਵੇਲੇ ਆਪਣਾ ਜਿਹੜਾ ਖੱਬਾ ਗੋਡਾ ਆ ਉਹਨੂੰ ਤੁਸੀਂ ਉੱਪਰ ਰੱਖਣਾ ਹੈ, ਸੱਜੇ ਗੋਡੇ ਨੂੰ ਥੱਲੇ ਰੱਖਣਾ ਹੈ। ਇਹ ਬੜਾ ਇੱਕ ਉਹ ਇਦਾਂ ਹੀ ਕਿਉਂ ਹੈ? ਕਈ ਬੰਦੇ ਹੁਣ ਕਹਿਣਗੇ ਲੈ ਇਹ ਵੀ ਤਾਂ ਕਰਮਕਾਂਡ ਹੀ ਹੋ ਗਿਆ, ਫਿਰ ਇਦਾਂ ਹੀ ਕਿਉਂ ਮੱਥਾ ਟੇਕਣਾ? ਉਹ ਵੀਰ ਆਸਣ ਦਾ ਮਤਲਬ ਹੁੰਦਾ ਵਾ ਸੁਚੇਤ ਰਹਿਣਾ, ਮਤਲਬ ਤੁਹਾਡਾ ਅਵੇਅਰ ਰਹਿਣਾ। ਮੱਥਾ ਟੇਕਣ ਲੱਗਿਆ ਵੀ ਅਵੇਸਲੇ ਨਹੀਂ ਹੋਣਾ ਤੁਸੀਂ। ਹੁਣ ਵੇਖੋ ਕਿਤਿਓਂ ਆ ਗਿਆ ਸਾਡੇ ਮੱਥਾ ਪੈਣਾ ਏਦਾਂ ਲੰਮੇ ਪੈ ਜਾਣਾ ਸਾਰਾ ਹੀ ਨਿਢਾਲ। ਉਹ ਆਇਆ ਆ ਉਹ ਜੋਗ ਮਤ ਵਿੱਚੋਂ, ਹਿੰਦੂਇਜ਼ਮ ਵਿੱਚੋਂ। ਜਿਹੜਾ ਮੱਥਾ ਟੇਕਣਾ ਸਾਡੇ ਗੁਰਦੁਆਰੇ ਏਦਾਂ ਤੁਸੀਂ ਵੇਖੋ ਐ ਹੱਥ ਜੋੜ ਕੇ ਮੱਥਾ ਟੇਕਣਗੇ, ਫਿਰ ਏਦਾਂ ਹੱਥ ਲਾ ਕੇ ਇੱਥੇ ਟੇਕਣਗੇ। ਇਹ ਆਇਆ ਈਸਾਈਅਤ ਵਿੱਚੋਂ। ਈਸਾਈਅਤ ਦੇ ਵਿੱਚੋਂ ਕ੍ਰਾਸ ਬਣਾਉਣ ਦੀ ਕੋਸ਼ਿਸ਼ ਕਰ, ਹਾਂ, ਜਿਹੜਾ ਉਹ ਕ੍ਰਾਸ ਚਿੰਨ੍ਹ ਵਾਇਆ ਜਾ ਰਿਹਾ ਉਹ ਆਇਆ ਈਸਾਈਅਤ ਵਿੱਚੋਂ। ਹੁਣ ਜਦੋਂ ਕੋਈ ਲੰਮਾ ਪੈਂਦਾ ਨਾ, ਤੇ ਕਈ ਸਾਡੇ ਵਰਗੇ ਗਿਆਨੀ ਬੰਦੇ ਵੇਖੋ ਇਹ ਬੜਾ ਕਰਮਕਾਂਡੀ ਹੈ, ਇਹ ਤਾਂ ਗਲਤ ਹੈ ਜੀ, ਇਹ ਤਾਂ ਸਿੱਖੀ ਬਨਾਰਸ ਵਾਲੀ ਹੋ ਗਈ। ਅੱਛਾ, ਜਦੋਂ ਕੋਈ ਐਂ ਕਰਦਾ ਕਹਿੰਦਾ ਲੈ ਇਹਦੇ ਨਾਲ ਕੀ ਹੋ ਗਿਆ? ਮਤਲਬ ਜੇ ਬਨਾਰਸ ਵਾਲੀ ਸਿੱਖੀ ਤੁਹਾਡੇ ਹੱਡੀ ਬਹਿ ਗਈ, ਤੁਸੀਂ ਤਾਂ ਵੀ ਖਤਮ ਹੋਣਾ ਹੈ। ਜੇ ਤੁਹਾਡੇ ਹੱਡਾਂ 'ਚ ਇਹ ਗੱਲਾਂ ਬਹਿ ਗਈਆਂ, ਤੁਸੀਂ ਤਾਂ ਵੀ ਖਤਮ ਹੋਣਾ ਹੈ। ਉੱਥੋਂ ਹੀ ਆਇਆ। ਹੁਣ ਜਿਵੇਂ ਤੁਸੀਂ ਕਹਿੰਦੇ ਇਕੱਲਾ ਬੰਦਾ 200 ਬੰਦੇ ਨੂੰ ਗਾਈਡ ਕਰ ਰਿਹਾ ਹੈ, ਇਕੱਲੇ ਦੀ ਨਹੀਂ ਜੀ। ਮੈਨੂੰ ਐਂ ਲੱਗਦਾ ਆ ਵੀ ਅਸੀਂ, ਸਾਡਾ ਪੜ੍ਹਿਆ ਲਿਖਿਆ ਬਹੁਤ ਜਿਹੜਾ ਤਬਕਾ ਆ ਨਾ, ਉਹਨਾਂ ਨੂੰ ਗੁਰਮਤ ਦਾ ਊੜਾ ਨਹੀਂ ਆਉਂਦਾ। ਤੁਸੀਂ ਉਹਨਾਂ ਨੂੰ ਪੁੱਛੋ ਇੱਕ ਓਂਕਾਰ ਕਹਿਣਗੇ ਨਹੀਂ ਪਤਾ। ਪਰ ਜੇ ਉਹਨਾਂ ਨੂੰ ਤੁਸੀਂ ਕੇਕ ਕੱਟਣ ਬਾਰੇ ਕਹਿ ਦੋ, ਬੁਲਾਇਆ ਫਿਰ ਕੀ ਹੋ ਗਿਆ? ਕੇਕ ਕੱਟਣ ਨਾਲ ਕਿਹੜੀ ਗੁਰਮਤ ਨੂੰ ਫਰਕ ਪੈ ਜਾਂਦਾ? ਮਤਲਬ ਜੇ ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਜੀ ਦਾ 500 ਸਾਲਾ ਮਨਾਇਆ ਗਿਆ ਤੇ ਉੱਥੇ ਵੀ ਕੇਕ ਕੱਟਿਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦਾ 450 ਸਾਲਾ ਮਨਾਇਆ ਕੇਕ ਕੱਟ ਕੇ। ਮਤਲਬ ਕਿੱਡੀ ਅਜੀਬ ਗੱਲ ਹੈ। ਇਹ ਚੀਜ਼ ਉਧਰੋਂ ਆਈ ਹੈ। ਹਾਂ, ਇਹ ਉੱਥੋਂ ਆਈ ਹੈ। ਸਾਡੇ ਘਰਾਂ ਵਿੱਚ ਵੀ ਤੁਸੀਂ ਵੇਖੋ ਨਿੱਕੀਆਂ ਨਿੱਕੀਆਂ, ਹੁਣ ਕਿਉਂਕਿ ਗੱਲ ਫਿਰ ਲੰਬੀ ਹੋਏਗੀ, ਵੀ ਤੁਸੀਂ ਆਨੰਦ ਕਾਰਜ ਵੇਖ ਲਓ। ਮੈਂ ਚੰਗੇ ਭਲੇ ਕਹਿੰਦੇ ਭਾਉਂਦੇ ਗਿਆਨੀਆਂ ਨੂੰ ਜਾਣਦਾ ਜਿਹੜੇ ਕਹਿੰਦੇ ਵੀ ਅਸੀਂ ਨਾ ਬਹੁਤ ਸਿੱਖੀ, ਸਾਨੂੰ ਸਮਝ ਆ ਗਈ, ਸਾਡੇ ਖੋਪੜ 'ਚ ਸਿੱਖੀ ਵੜ ਗਈ। ਉਹ ਬੰਦੇ ਵਿਆਹਾਂ ਤੇ ਰਿੰਗ ਸ਼ਰਮਣੀ ਕਰ ਰਿਹਾ। ਪੁੱਛੋ ਉਹਨਾਂ ਨੂੰ ਕਿੱਥੋਂ ਆਈ ਹੈ? ਮੈਂ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਘਟਨਾ ਹੋਰ ਤਾਂ ਦੱਸਦਾ। ਇੱਥੇ ਵੀ ਨਾ ਮਤਲਬ ਆਪੋ ਆਪਣੀ ਸੋਚ ਕੰਮ ਕਰਦੀ ਹੈ। ਪਿੱਛੇ ਜੇ ਅਸੀਂ, ਮੈਂ ਨਾਮ ਨਹੀਂ ਲੈਣਾ, ਉਹਨਾਂ ਦਾ ਚੰਗੇ ਰਿਲੇਸ਼ਨ ਨੇ ਆਪਣੇ, ਤੇ ਮੈਂ ਉਸ ਵਕਤ ਉਹਨਾਂ ਨੂੰ ਟੋਕਿਆ ਵੀ। ਧੰਨਵਾਦ ਦੀ ਗੱਲ ਹੈ ਯਾਰ, 8 ਜਾਂ 9 ਦੀ ਗੱਲ। ਮੈਂ ਧੰਨਵਾਦ ਗਿਆ ਤੇ ਗੱਲ ਚੱਲੀ, ਕਿਸੇ ਨੇ ਸਵਾਲ ਕੀਤਾ ਕਿ ਸਿੱਖ ਧਰਮ ਸਾਰਿਆਂ ਦਾ ਸਾਂਝਾ ਧਰਮ ਹੈ, ਕਿਵੇਂ? ਮੈਂ ਬੋਲਣ ਲੱਗਾ ਸੀ ਤੇ ਉਹ ਪ੍ਰਿੰਸੀਪਲ ਸਾਹਿਬ ਨੇ ਮੈਨੂੰ ਰੋਕ ਲਿਆ, ਕਹਿੰਦੇ ਮੈਂ ਦਿੰਦਾ ਜੀ ਜਵਾਬ। ਮੈਂ ਕਿਹਾ ਹਾਂਜੀ ਦੱਸੋ ਜੀ, ਤੁਸੀਂ ਦੇ ਲਓ, ਸਿਆਣੇ ਸੀ ਉਮਰ ਦੇ ਵਿੱਚ। ਮੈਂ ਚੁੱਪ ਕੀਤਾ ਰਿਹਾ। ਤੇ ਕਹਿੰਦਾ ਜੀ ਵੇਖੋ, ਜਦੋਂ ਸਾਡਾ ਵਿਆਹ ਹੁੰਦਾ ਨਾ, ਜਿਹੜੀ ਗੱਲ ਤੁਸੀਂ ਕਰਨ ਲੱਗੀ, ਜਦੋਂ ਕਹਿੰਦਾ ਸਾਡਾ ਵਿਆਹ ਹੁੰਦਾ ਨਾ, ਤੇ ਉਦੋਂ ਸਭ ਤੋਂ ਪਹਿਲਾਂ ਹੁੰਦੀ ਰਿੰਗ ਸੈਰੇਮਨੀ। ਆਂਦਾ ਉਹ ਈਸਾਈਆਂ ਚੋਂ ਆਈ। ਆਂਦਾ ਉਸ ਤੋਂ ਬਾਅਦ ਚ ਲਾਵਾਂ ਹੁੰਦੀਆਂ, ਕਹਿੰਦਾ ਉਹ ਹਿੰਦੂਆਂ ਚੋਂ ਆਈਆਂ। ਤੇ ਨਾਲ ਕਹਿੰਦਾ ਉਸ ਤੋਂ ਬਾਅਦ ਚ ਇੱਕ ਵਰਣਮਾਲਾ ਪਾਈ ਜਾਂਦੀ ਹੈ, ਤੇ ਕਹਿੰਦਾ ਵਰਣਮਾਲਾ ਪਾਈ ਜਾਂਦੀ ਉਹ ਹਿੰਦੂਆਂ ਚੋਂ ਪਾਈ ਜਾਂਦੀ, ਉਹ ਵੀ ਆਪਣੇ ਚ ਪਾਈ ਜਾਂਦੀ। ਕਹਿੰਦਾ ਇਹਦਾ ਮਤਲਬ ਵੇਖੋ ਕਿ ਅਸੀਂ ਉਹਨਾਂ ਵਾਲੇ ਕੰਮ ਅਸੀਂ ਸਾਰੇ ਰਲ ਮਿਲ ਕੇ ਕਰਦੇ ਹਾਂ, ਤੇ ਸਾਡਾ ਧਰਮ ਸਾਂਝਾ ਹੋ ਗਿਆ। ਇਹਦੀ ਵਿਆਖਿਆ ਐਵੇਂ ਕਰ ਰਹੇ ਨੇ ਲੋਕ। ਉਹੀ ਨਾ, ਤੇ ਵੇਖੋ ਸਾਂਝੀਵਾਲਤਾ ਦਾ ਉਪਦੇਸ਼ ਕੱਢ ਲਿਆ ਨਾ। ਹੁਣ ਇਹ ਚੀਜ਼ਾਂ ਆ ਵੀ ਜੇ ਬ੍ਰਾਹਮਣ ਤੁਹਾਡੀ ਕਿਰਪਾਨ, ਜੇ ਇਹ ਜਨੇਊ ਬਣ ਜਾਏ ਤੇ ਖਤਰਾ ਬਹੁਤ ਵੱਡਾ ਹੈ ਹਨਾ। ਜੇ ਤੁਹਾਡੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹਵਨ ਕਰਨ ਤੇ ਸਿੱਖੀ ਦੀ ਜੜੀ ਤੇਲ ਦੇ। ਪਰ ਜੇ ਕੇਕ ਕੱਟੇ ਜਾਣ, ਸਾਡੇ ਧਰਮ ਪ੍ਰਚਾਰਕ ਵੀ ਜਾਂ ਸਾਡੇ ਧਾਰਮਿਕ ਬੰਦੇ ਵੀ ਜੇ ਕੇਕ ਏਦਾਂ, ਤੇ ਸਮਝੋ ਸਿੱਖੀ ਜੜੀ ਤੇਲ ਉਹਨਾਂ ਨੇ ਦੇਤਾ ਹਨਾ, ਵੀ ਉਹ ਆਪਣਾ ਢੰਗ ਹੋ ਸਕਦਾ। ਅੱਛਾ, ਫਿਰ ਉਹ ਬੰਦੇ, ਪਤਾ ਕੀ ਹੁੰਦਾ, ਜਿਹੜਾ ਨਾਰਮਲ ਬੰਦਾ ਕੋਈ ਕੰਮ ਕਰਦਾ ਕੋਈ ਗੱਲ ਨਹੀਂ, ਹਾਲਾਂਕਿ ਗੱਲ ਤਾਂ ਨਾਰਮਲ ਵੀ ਨਹੀਂ। ਸਿੱਖ ਤਾਂ ਜਿਵੇਂ ਪਿਛਲੇ ਦਿਨ ਭਾਈ ਛੱਜੂ ਵੀ ਉਹ ਮਹਾਨ ਹੀ ਸਿੱਖ ਹੈ, ਭਾਂਡੇ ਮਾਂਜਣ ਵਾਲਾ ਵੀ। ਪਰ ਜਦੋਂ ਕੋਈ ਤੁਸੀਂ ਪਬਲਿਕਲੀ ਜਿਹੜਾ ਫੇਮਸ ਚਿਹਰਾ ਆ, ਜਦੋਂ ਉਹ ਏਦਾਂ ਕਰਦਾ ਨਾ, ਤੇ ਉਹਦੇ ਮਗਰ ਜਿਹੜੇ ਬੰਦਿਆਂ ਨੂੰ ਨਾ
ਉਹ ਇਸ ਕਰਕੇ ਨਹੀਂ ਲੜ ਰਹੇ ਹੁੰਦੇ ਵੀ ਇਹਨੇ ਕਰ ਲਿਆ, ਤੇ ਉਹ ਲੜ ਤਾਂ ਰਹੇ ਹੁੰਦੇ ਵੀ ਸਾਨੂੰ ਮਿਲ ਗਈ ਖੋਲਣ, ਸਾਨੂੰ ਮਿਲ ਗਈ। ਜਿਵੇਂ ਆਮ ਕੋਈ ਵਿਆਹ ਸ਼ਾਦੀ ਹੋਵੇ ਨਾ, ਤੇ ਲੋਕ ਉਡੀਕ ਕਰਦੇ ਆ ਕਿ ਕਦੋਂ ਜੋੜੀ ਬੈਠੇ ਤੇ ਅਸੀਂ ਸ਼ਗਨ ਪਾਈਏ। ਹਾਂ, ਇਦਾਂ ਹੀ ਜਦੋਂ ਧਾਰਮਿਕ ਸਮਾਗਮ ਹੁੰਦੇ ਆ ਤੇ ਲੋਕ ਵੇਟ ਕਰ ਰਹੇ ਹੁੰਦੇ ਕਿ ਕਦੋਂ ਕੇਕ ਕੱਟੇ ਤੇ ਅਸੀਂ ਅੱਗੇ ਜਾਈਏ। ਕਿਤੇ ਨਾ ਕਿਤੇ ਗੁਰਬਾਣੀ ਨਾਲੋਂ ਟੁੱਟ ਕੇ ਇਹੋ ਜਿਹੇ ਜਿਹੜੇ ਕਰਮ ਕਾਂਡ ਨੇ ਇਹਨਾਂ ਨਾਲ ਲੋਕ ਜੁੜ ਜਾਂਦੇ ਨੇ। ਬਹੁਤੇ ਬੱਚੇ ਜਿਹੜੇ ਨੇ ਉਹ ਵੇਟ ਕਰਦੇ ਨੇ ਕਿ ਕੇਕ ਕੱਟਿਆ ਜਾਣਾ ਤੇ ਉਦੋਂ ਅਸੀਂ ਜਾਣਾ। ਤੇ ਬਹੁਤਿਆਂ ਨੂੰ ਕਈ ਵਾਰ ਤੁਸੀਂ ਵੀ ਸਮਾਗਮ ਦੀਆਂ ਫੋਟੋਆਂ ਅਕਸਰ ਵੇਖੋਗੇ ਪ੍ਰੋਗਰਾਮਾਂ ਦੇ ਉੱਤੇ, ਤੇ ਕੀ ਹੁੰਦਾ ਆ ਕਿ ਕੇਕ ਵੱਡੇ ਸਾਰੇ ਦੀ ਫੋਟੋ ਪਾਈ ਹੁੰਦੀ ਹੈ ਤੇ ਪ੍ਰਬੰਧਕ ਕਮੇਟੀ ਵੀ ਨਾਲ ਖਲੋਤੀ ਹੁੰਦੀ ਹੈ। ਉੱਥੇ ਕੀ ਸ਼ਬਦ ਪੜਿਆ ਗਿਆ, ਕਿਹੜੀ ਸ਼ਬਦ ਦੀ ਕਿਹੜੇ ਭਾਈ ਨੇ ਕੀ ਵਿਆਖਿਆ ਕੀਤੀ, ਉਹ ਗੁਰਮਤਿ ਦੇ ਅਨੁਕੂਲ ਸੀ ਜਾਂ ਨਹੀਂ ਸੀ, ਇਸ ਚੀਜ਼ ਦੀ ਕੈਪਸ਼ਨ ਕਦੀ ਨਹੀਂ ਤੁਸੀਂ ਵੇਖੋ, ਪਰ ਫੋਟੋਆਂ ਸਾਰੀਆਂ ਪਾ ਦਿੱਤੀਆਂ ਜਾਂਦੀਆਂ। ਇਹਦਾ ਮਤਲਬ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਿੱਥੇ ਅਸੀਂ ਪਹਿਲਾਂ ਸਫ਼ਰ ਕਰ ਰਹੇ ਸੀ ਕਿ ਇਹ ਹਿੰਦੂ ਮਤ ਦਾ ਪ੍ਰਭਾਵ ਸਾਡੇ ਤੇ ਸੀ ਜਾਂ ਮੁਸਲਿਮਸ ਦਾ ਪ੍ਰਭਾਵ ਸਾਡੇ ਤੇ ਸੀ, ਹੁਣ ਤੀਜੀ ਚੀਜ਼ ਦਾ ਪ੍ਰਭਾਵ ਜਿਹੜਾ ਆ ਉਹ ਕ੍ਰਿਸਚੀਅਨਿਟੀ ਦਾ ਵੀ ਆ ਗਿਆ, ਈਸਾਈਅਤ ਦਾ ਵੀ ਆ ਗਿਆ। ਅੱਛਾ ਮਲਕੀਤ ਸਿੰਘ ਜੀ, ਇੱਕ ਹੋਰ ਗੱਲ ਇਹਦੇ ਨਾਲ ਵੇਖੋ, ਉਹ ਬੰਦੇ ਜਿਹੜੇ ਆ ਨਾ, ਆਪਣੇ ਆਪ 'ਚ ਤਾਂ ਅੱਜ ਤੱਕ ਮੰਨਿਆ ਜਾਂਦਾ ਵੀ ਬ੍ਰਾਹਮਣ ਬਹੁਤ ਚਲਾਕ ਆ, ਪਰ ਮੈਨੂੰ ਐਂ ਲੱਗਦਾ ਵੀ ਇਸ ਵੇਲੇ ਈਸਾਈ ਬਹੁਤ ਚਲਾਕ ਨੇ, ਬਹੁਤ ਤੇਜ਼ ਨੇ ਬੰਦੇ। ਇੰਨਾ ਢੰਗ ਹੈ ਇਹਨਾਂ ਬੰਦਿਆਂ ਕੋਲ। ਤੁਸੀਂ ਇੰਡੀਆ 'ਚ ਈਸਾਈ ਨਾਲ ਗੱਲ ਕਰ ਲਓ, ਹਰ ਕਰਾਮਾਤ ਨੂੰ ਪ੍ਰਮੋਟ ਕਰ ਰਹੇ ਵੀ ਸਾਡੇ ਕੋਲੋਂ ਪੱਥਰੀ ਕੱਢ ਦਾਂਗੇ, ਸਾਡੇ ਕੋਲੋਂ ਪੁਰਾਣੀ ਤੋਂ ਪੁਰਾਣੀ ਪੀੜ ਦੂਰ ਕਰ ਦਾਂਗੇ। ਇਹੀ ਇਹਨਾਂ ਦਿਨਾਂ 'ਚ ਨਹੀਂ ਕਿਤੇ ਨਜ਼ਰ ਆਇਆ ਕਰੋਨਾ ਨਹੀਂ ਕੱਢਿਆ ਇਹਨਾਂ ਨੇ, ਉਹ ਇੱਥੋਂ ਤੱਕ ਦਾਵਾ ਕਰਦੇ ਸੀ ਕਿ ਬੰਦਾ ਮਰ ਜੇ ਤਾਂ ਤੁਸੀਂ ਸਾਡੇ ਕੋਲ ਆਏ, ਅਸੀਂ ਜੀਂਦਾ ਕਰ ਦਾਂਗੇ। ਯਾਨੀ ਕਿ ਵੇਖੋ ਹੁਣ ਜਦੋਂ ਸਾਡੇ ਵਾਲੇ ਵੀ ਇਸ ਬਿਮਾਰੀ ਦਾ ਸ਼ਿਕਾਰ ਹੋਏ, ਇਹ ਵੀ ਤੁਸੀਂ ਕਿਸੇ ਗੋਰੇ ਨਾਲ ਕੈਨੇਡਾ ਗੱਲ ਕਰੋਗੇ, ਇੰਗਲੈਂਡ ਗੱਲ ਕਰੋਗੇ, ਉਹ ਕਰਾਮਾਤ ਨੂੰ ਪ੍ਰਮੋਟ ਨਹੀਂ ਕਰਨਗੇ ਕਿਉਂਕਿ ਉਹ ਕੰਟਰੀ ਪ੍ਰਮੋਟ ਨਹੀਂ ਕਰਦੇ। ਬਿਲਕੁਲ ਠੀਕ ਹੈ ਹਨਾ। ਤੇ ਸਾਡੇ ਬੰਦਿਆਂ ਨੂੰ ਐ ਲੱਗ ਵੀ ਇਹ ਤਾਂ ਯਾਰ ਆਪ ਚਾਵੇਂ ਚੁੱਲੇ ਆ, ਜਿੱਥੇ ਜਾਂਦੇ ਆ ਉਦਾਂ ਦਾ ਢਾਲ ਲੈਂਦੇ ਆ ਆਪਣੇ ਆਪ ਨੂੰ। ਤੁਹਾਡੇ 'ਚ ਤਾਂ ਨਿਆਰਾ ਪਾਨੇ, ਤੁਸੀਂ ਤਵੀ ਤੇ ਬਹਿ ਕੇ ਵੀ ਉਹੋ ਜਿਹੇ ਆ। ਇਹੀ ਕਰਾਮਾਤ ਹੈ। ਹਾਂ ਕਿ ਤੱਤੀ ਤਵੀ ਹੈ, ਅੱਗ ਬਲ ਰਹੀ ਹੈ, ਤੇ ਹੱਕ ਸੱਚ ਦੀ ਗੱਲ ਦੇ ਲਈ ਤੁਸੀਂ ਕਹੋ, ਤੁਹਾਨੂੰ ਕੋਈ ਆ ਕੇ ਕਵੇ ਕਿ ਯਾਰ ਆਹ ਗੱਲ ਜਿਹੜੀ ਤੂੰ ਗ੍ਰੰਥ 'ਚ ਲਿਖੀ ਹੈ ਜਾਂ ਜਿਹੜੀ ਗੱਲ ਤੁਹਾਡੀਆਂ 5 ਪੀੜ੍ਹੀਆਂ ਨੇ ਹੁਣ ਤੱਕ ਪ੍ਰਚਾਰੀ ਹੈ, ਬਾਬੇ ਨਾਨਕ ਤੋਂ ਲੈ ਕੇ ਤੇ ਗੁਰੂ ਅਰਜਨ ਸਾਹਿਬ ਤੱਕ, ਕਿ ਇਹ ਗਲਤ ਹੈ, ਤੇ ਉਹ ਕਵੇ ਨਹੀਂ ਇਹ ਠੀਕ ਹੈ। ਉਹ ਕਵੇ ਜੇ ਇਹ ਠੀਕ ਹੈ ਤੈਨੂੰ ਜਾਨ ਦੇਣੀ ਪਏਗੀ, ਤੇ ਉਹ ਬੰਦਾ ਕਵੇ ਯਾਰ ਜਾਨ ਦੇ ਦੂੰਗਾ, ਇਹ ਗੱਲ ਠੀਕ ਹੈ। ਉਹਨੂੰ ਸਹੀ ਪ੍ਰਮੋਟ ਕਰਨ ਦੇ ਲਈ ਜਾਂ ਸਹੀ ਸਥਾਪਿਤ ਕਰਨ ਦੇ ਲਈ ਸ਼ਹਾਦਤ ਦੇਣੀ, ਭਾਵ ਸ਼ਹਾਦਤ ਦੇਣੀ। ਇਸੇ ਕਰਕੇ ਤੇ ਗੁਰੂ ਅਰਜਨ ਸਾਹਿਬ ਜੀ ਦੁਨੀਆ ਦੇ ਪਹਿਲੇ ਸ਼ਹੀਦ ਨੇ। ਇਹ ਤੋਂ ਵੱਡੀ ਕਰਾਮਾਤ ਹੋਰ ਕੀ ਹੋ ਸਕਦੀ? ਬਿਲਕੁਲ। ਤੇ ਸਾਡੇ ਲੋਕਾਂ ਨੂੰ ਲੱਗਦਾ ਹੈ ਕਿ ਕਰਾਮਾਤ ਹੈ ਕਿ ਬਾਬਾ ਅੱਖਾਂ ਬੰਦ ਕਰਦਾ, ਉਹ ਛੱਤ ਨੂੰ ਜਾ ਕੇ ਵੱਜਦਾ। ਰਬਾਬ ਤੇ ਬਾਬੇ ਨਾਨਕ ਨੂੰ ਰਬਾਬ ਦੇ ਚੜਾ ਛੱਡਿਆ ਲੋਕਾਂ ਨੇ। ਚਾਦਰ ਤੇ ਮਹਾਰਾਜ ਨੇ ਸਫ਼ਰ ਕੀਤਾ, ਚਾਦਰ ਸਾਹਿਬ ਗੁਰਦੁਆਰਾ ਗੁਜਰਾਤ 'ਚ ਬਣਿਆ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਸਾਡੇ ਚੋਂ, ਜੇ ਤੁਸੀਂ ਬ੍ਰਾਹਮਣਿਜ਼ਮ ਤੋਂ ਬਚਣਾ ਨਾ, ਅੱਜ ਇਹਦੇ ਤੋਂ ਬਚਣਾ ਵੀ ਬਹੁਤ ਜ਼ਰੂਰੀ ਹੈ। ਇੱਕ ਚੀਜ਼ ਭਾਈ ਸਾਹਿਬ ਨਾਲ ਲੱਗਦੀ ਹੈ, ਸਮਾਂ ਮੈਨੂੰ ਲੱਗਦਾ ਕਾਫੀ ਹੋ ਗਿਆ, ਪਰ ਚਲੋ ਆਪਾਂ ਨਾਲ ਦੀ ਨਾਲ ਇਹ ਵੀ ਗੱਲ ਕਲੀਅਰ ਕਰ ਜਾਈਏ ਕਿਉਂਕਿ ਅਗਲੇ ਵਿਸ਼ੇ 'ਚ ਇਸ ਗੱਲ ਨੂੰ ਜੋੜਨਾ ਬੜਾ ਔਖਾ ਹੋਏਗਾ। ਸਿੱਖ ਰੋਜ਼ਾਨਾ ਅਰਦਾਸ ਕਰਦਾ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਸਰਬੱਤ ਦੇ ਭਲੇ ਦੇ ਵਿੱਚ ਕਿਹੜੇ ਕਿਹੜੇ ਲੋਕ ਆਉਂਦੇ ਨੇ, ਤੇ ਜੇ ਇਹ ਕਰਮਕਾਂਡੀ ਲੋਕ ਨੇ, ਜਾਂ ਹਿੰਦੂ ਧਰਮ ਦੇ ਵਿੱਚੋਂ ਕਰਮਕਾਂਡ ਆ ਰਹੇ ਨੇ, ਜਾਂ ਮੁਸਲਿਮ ਧਰਮ ਦੇ ਵਿੱਚੋਂ ਕਰਮਕਾਂਡ ਆ ਰਹੇ ਨੇ, ਈਸਾਈਅਤ ਦੇ ਵਿੱਚੋਂ, ਇਹਨੂੰ ਥੋੜਾ ਜਿਹਾ ਬਰੀਫਲੀ ਕਰੋ ਕਿਉਂਕਿ ਕਈ ਵਾਰ ਇਹਨਾਂ ਚੀਜ਼ਾਂ ਤੇ ਵੀ ਵਿਵਾਦ ਖੜੇ ਹੁੰਦੇ ਨੇ ਕਿ ਤੁਸੀਂ ਧਰਮ ਦੀ ਤੋਹੀਨ ਕਰਤੀ ਹੈ, ਤੁਸੀਂ ਧਰਮ ਨੂੰ ਮਾੜਾ ਕਹਿ ਦਿੱਤਾ ਹੈ। ਪਰ ਇੱਕ ਪਾਸੇ ਅਸੀਂ ਸਾਡੀ ਜਿਹੜਾ ਇੱਕ ਭਾਵਨਾ ਹੈ ਨਾਨਕ ਨਾਮ ਚੜ੍ਹਦੀ ਕਲਾ ਵਾਲੀ ਗੱਲ ਹੈ, ਸਰਬੱਤ ਦੇ ਭਲੇ ਦੀ ਗੱਲ ਹੈ, ਇਹਨਾਂ ਦੋਵਾਂ ਚੀਜ਼ਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਨਹੀਂ ਮਲਕੀਤ ਸਿੰਘ ਜੀ, ਗੱਲ ਤਾਂ ਉਹੀ ਆ ਨਾ, ਵੇਖੋ ਵੀ ਬਾਣੀ ਨੂੰ ਜਦੋਂ ਅਸੀਂ ਆਪਣੇ ਢੰਗ ਨਾਲ ਪੇਸ਼ ਕਰਨ ਲੱਗ ਪਏ ਨਾ, ਬਾਣੀ 'ਚ ਸ਼ਬਦ ਆਉਂਦਾ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਠੀਕ ਹੈ ਜੀ। ਸਾਡੇ ਰਾਗੀਆਂ ਦਾ ਹੋਵੇ ਭਲਾ, ਇਹਨਾਂ ਨੇ ਕਿਸੇ ਖੁਸ਼ੀ ਦੇ ਸਮਾਗਮ ਤੇ ਜਾਣਾ ਤੇ ਇਹ ਸ਼ਬਦ ਦੀ ਤਿਆਰੀ ਕਰ ਜਾਂਦੇ ਆ, ਜੋ ਮੰਗੇ ਠਾਕੁਰ ਆਪਣੇ ਤੇ। ਹੁਣ ਪਰਿਵਾਰ ਦੇ ਦਿਮਾਗ 'ਚ ਕੀ ਬਿਠਾਤਾ ਕਿ ਜੋ ਵੀ ਮੰਗੋਗੇ। ਹਾਂ, ਉਸੇ ਸ਼ਬਦ ਵਿੱਚ ਵੇਖੋ, ਜਦੋਂ ਤੁਸੀਂ ਰਹਾਉ ਵਾਲਾ ਬਣ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਔਗਣ ਸਭ ਮੇਟੇ, ਦਿਆਲ ਪੁਰਖ ਬਖਸ਼ੇ। ਜਦੋਂ ਔਗਣਾ ਨੂੰ ਮਾੜਾ ਕਹਿਣਾ, ਉਦੋਂ ਇਹ ਨਾ ਕੋਈ ਕਵੇ ਵੀ ਮੇਰੀ ਨਿੰਦਿਆ ਹੋ ਰਹੀ ਹੈ। ਬਿਲਕੁਲ। ਹੁਣ ਉਹ ਮੰਨ ਲਓ ਵੀ ਤੁਸੀਂ ਕਹਿ ਰਹੇ ਆ ਵੀ ਨਸ਼ਾ ਸਿਹਤ ਲਈ ਹਾਨੀਕਾਰਕ ਹੈ, ਤੇ ਸ਼ਰਾਬ ਪੀਣ ਵਾਲਾ ਬੰਦਾ ਕਵੇ ਯਾਰ ਤੂੰ ਕੱਲ ਸਰਬੱਤ ਦੇ ਭਲੇ ਦੀ ਗੱਲ ਕਰਦਾ ਸੀ, ਅੱਜ ਤੂੰ ਮੇਰੀ
ਸਾਰੀ ਜ਼ਿੰਦਗੀ ਤਬਾਹ ਕਰਕੇ ਰੱਖਦੀ। ਬਿਲਕੁਲ। ਹੁਣ ਇੱਕ ਵਿਕਾਰ ਭੋਗਣ ਇਤਿਆਂ ਤੇ ਨਹੀਂ ਕਿ ਕਿਤੇ ਜਿਹੜਾ ਸਾਡੇ ਸਰਬੱਤ ਦੇ ਭਲੇ ਨੂੰ ਜੋ ਅੱਜ ਡੈਫੀਨੇਸ਼ਨ ਦਿੱਤੀ ਜਾ ਰਹੀ ਹੈ, ਜੋ ਅੱਜ ਪਰਿਭਾਸ਼ਾ ਦਿੱਤੀ ਜਾ ਰਹੀ ਹੈ, ਗਾਂਧੀਵਾਦ ਵਾਲੀ ਤੇ ਨਹੀਂ ਆ ਗਈ ਕਿਤੇ? ਅੱਖਾਂ ਮੀਟਣ, ਬਿਲਕੁਲ ਅੱਖਾਂ ਮੀਟ ਛੱਡੋ ਤੁਸੀਂ। ਹਾਂ ਬਿਲਕੁਲ। ਤੂੰ ਉਹੀ ਗੱਲ ਨਾ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਸਾਂਝੇ ਦਾ ਮਤਲਬ ਈਸਾਈਆਂ ਵਾਲਾ ਵੀ ਕਰ ਲਓ, ਬ੍ਰਾਹਮਣ ਵਾਲਾ ਵੀ ਕਰ ਲਓ, ਕਿਉਂਕਿ ਇਸੇ ਤੇ ਸਰਬੱਤ ਪੱਲੇ ਦੇ ਧਾਰਨੀ ਹੈ ਹਨਾ। ਤਾਂ ਹੀ ਤੇ ਸਾਰਾ ਪੰਜਾਬ ਮੜੀਆਂ ਪੂਜਣ ਲਾਤਾ ਸਾਡਾ। ਬਿਲਕੁਲ। ਵੀ ਇਹਦੇ ਚ ਵੀ ਰੱਬ ਹੀ ਵੱਸਦਾ ਆ। ਫਿਰ ਕੀ ਹੋਇਆ ਵੀ ਐਵੇਂ ਸਾਨੂੰ ਬੜੀ ਅਜੀਬ ਜੀ ਇੱਧਰ ਅੰਮ੍ਰਿਤਸਰ ਜ਼ਿਲ੍ਹੇ 'ਚ ਸਮਾਗਮ ਸੀ, ਅਸੀਂ ਉੱਥੇ ਗਏ ਤੇ ਉਹ ਸਾਰਾ ਪਰਿਵਾਰ ਬੜਾ ਵਧੀਆ, ਮਾਤਾ ਨਾ ਉਹਨਾਂ ਦੀ ਮੰਨੇ ਤੇਲ ਪਾਉਣ ਤੋਂ ਕਬਰ ਤੋਂ। ਉਹ ਕਹਿੰਦੇ ਮੈਂ ਨਹੀਂ ਜੀਂਦੇ ਜੀ ਕਬਰ ਤੋਂ ਤੇਲ ਪਾਉਣ ਵੜ ਸਕਦੇ। ਉਹ ਸਾਨੂੰ ਕਹਿੰਦੇ ਵੀ ਮਾਤਾ ਨਾਲ ਗੱਲ ਕਰ। ਉਹ ਮੈਂ ਕਿਹਾ ਜੇ ਤੁਹਾਡੀ ਗੱਲ ਨਹੀਂ ਸੁਣੀ ਮਾਤਾ, ਮੇਰੀ ਕਿਤੇ ਸੁਣਨੀ ਵੀ ਕੋਈ ਨਹੀਂ, ਪਾ ਲੈਣ ਤੋਂ ਮਾਤਾ ਨੇ 2-4 ਕਿਲੋ ਤੇਲ ਪਾਉਣਾ, ਉਸ ਤੋਂ ਬਾਅਦ ਕਿਹਨੇ ਪਾਉਣਾ, ਤੁਸੀਂ ਨਾ ਪਾਇਓ। ਕਹਿੰਦੇ ਨਹੀਂ ਗੱਲ ਤੇ ਕਰੋ। ਅਸੀਂ ਮਾਤਾ ਨਾਲ ਗੱਲ ਕੀਤੀ, ਮਾਤਾ ਜੀ ਨਾ ਪਾਇਆ ਕਰੋ ਤੇਲ, ਤੁਸੀਂ ਵੀ ਕੋਈ ਗੱਲ ਨਹੀਂ, ਉਹ ਤੇਲ ਕਿਸੇ ਗਰੀਬ ਨੂੰ ਦੇ ਦਿਆ ਕਰੋ, ਕੰਮ ਆ ਜਾਓ। ਉੱਥੇ ਰੋਡ 'ਚ ਆਉਣੇ ਕੁੱਤੇ ਪੀ ਲੈਂਦੇ ਆ, ਤੇ ਕੁੱਤਿਆਂ ਨਾਲੋਂ ਤੁਹਾਡੇ ਪਿੰਡ 'ਚ ਕਿੰਨੇ ਗਰੀਬ ਲੋਕ ਆ, ਵੀ ਕਿਸੇ ਜਦੋਂ ਗਰੀਬ ਦੇ ਤੜਕਾ ਲੱਗ ਜੂ, ਜੋਤ ਜਗ ਜੂ ਕਿਸੇ ਦੀ। ਉਹ ਮਾਤਾ ਜੀ ਪਤਾ ਕਹਿੰਦੇ, ਕਹਿੰਦੀ ਨਹੀਂ ਮੈਂ ਤੇ ਮੁਸਲਮਾਨਾਂ ਦੀ ਜੋਤ ਜਗਾਉਣੀ। ਮੈਂ ਕਿਉਂ? ਕਹਿੰਦੀ ਮੈਂ ਜਦੋਂ ਗੁਰੂ ਅਰਜਨ ਸਾਹਿਬ ਦੀ ਫੋਟੋ ਵੇਖਦੀ ਮੈਨੂੰ ਤਾਂ ਮੁਸਲਮਾਨ ਵੀ ਨਾਲ ਇੱਕੋ ਜਿਹੇ ਲੱਗਦੇ, ਮਤਲਬ ਤਵੀ ਤੇ ਭਾਉਣ ਵਾਲੇ ਤੇ ਬਹਿਣ ਵਾਲੇ ਇੱਕੋ ਜਿਹੇ ਲੱਗਦੇ। ਸੋ ਜਦੋਂ ਮਾਨਸਿਕਤਾ ਇੱਥੇ ਲਿਆਣ ਕੇ ਖੜੀ ਕਰ ਦਿੱਤੀ ਜਾਏ ਨਾ ਸਾਡੀ, ਫਿਰ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਸਰਬੱਤ ਦੇ ਭਲੇ ਦਾ ਮਤਲਬ ਆ। ਜਦੋਂ ਬਾਣੀ 'ਚ ਗੱਲ ਆਉਣੀ ਆ ਨਾ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਗੱਲ ਜਾਂ ਸਾਡੇ ਕੌਮੀਅਤ ਦੀ ਗੱਲ, ਅਸੀਂ ਸਰਬੱਤ ਦਾ ਭਲਾ ਕਰਦੇ ਹਾਂ, ਕੋਈ ਸ਼ੱਕ ਨਹੀਂ, ਪਰ ਔਗਣ ਨਹੀਂ ਆਉਣ ਦੇਣੇ। ਕਿਉਂਕਿ ਬਾਣੀ ਦਾ ਫੈਸਲਾ ਹੈ ਨਾ ਕਿ ਇਹ ਚੀਜ਼ ਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉੱਥੋਂ ਜੋੜ ਕੇ ਗੁਰੂ ਸਾਹਿਬ ਡੰਗੇ ਦੀ ਚੋਟ ਤੇ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾ ਹੋਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ, ਉਜਾੜੇ ਕਾ ਬੰਦ। ਉਹਨਾਂ ਨੂੰ ਉਜਾੜੇ ਕਾ ਬੰਦ ਕਹਿ ਕੇ ਸਰਬੱਤ ਦਾ ਭਲਾ ਕੀਤਾ। ਐਗਜ਼ੈਕਟਲੀ, ਬਿਲਕੁਲ ਬਿਲਕੁਲ। ਬਾਬਰ ਦੀਆਂ ਅੱਖਾਂ 'ਚ ਅੱਖਾਂ ਪਾ ਲੈਣੀਆਂ, ਔਰੰਗੇ ਦਾ ਤਖਤ ਹਿਲਾ ਦੇਣਾ, ਇਹ ਸਰਬੱਤ ਦਾ ਭਲਾ ਹੈ। ਜੇ ਕੋਈ ਚੜ ਕੇ ਵੀ ਆ ਰਿਹਾ ਹੈ ਤੇ ਉਹਨੂੰ ਮਾਤ ਦੇਣੀ, ਉਹਨੂੰ ਪਿਛਲੇ ਪੈਰੀ ਮੋੜਨਾ, ਇਹ ਵੀ ਸਰਬੱਤ ਦਾ ਭਲਾ ਹੈ। ਬਿਲਕੁਲ। ਜੇ ਤਾਰੂ ਸਿੰਘ ਨੂੰ ਜਾਂ ਜੇ ਸਾਡੇ ਗੁਰੂ ਸਾਹਿਬਾਨਾਂ ਨੂੰ, ਹੁਣ ਕਈ ਬੰਦੇ ਕਹਿਣਗੇ ਵੀ ਜਿਵੇਂ ਵੀ ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ, ਜਾਂ ਏਦਾਂ ਕਹਿਣਗੇ ਵੀ ਸਾਨੂੰ ਮਾਰਨਾ ਨਹੀਂ ਕਿਸੇ ਚਾਹੀਦਾ, ਵੀ ਇਹ ਤਾਂ ਰੱਬ ਸਾਰਿਆਂ 'ਚ ਵੱਸਦਾ। ਤੇ ਬੰਦਾ ਸਿੰਘ ਬਹਾਦਰ ਕੈਟਾਗਰੀ ਵਿੱਚ ਖੜਾ ਹੋ ਜਾਊਗਾ ਕਿ ਵਜ਼ੀਰ ਖਾਨ ਨੂੰ ਕਿਉਂ ਮਾਰਿਆ। ਹਾਂ ਬਿਲਕੁਲ। ਪਰ ਉਹਨੂੰ ਮਾਰਨਾ ਹੀ ਸਰਬੱਤ ਦਾ ਭਲਾ ਸੀ। ਜੇ ਉਹਨੂੰ ਨਾ ਮਾਰਿਆ ਜਾਂਦਾ, ਪਤਾ ਨਹੀਂ ਕਿੰਨੇ ਬੱਚੇ ਕਿੰਨੇ ਹੋਰ ਨਿਰਦੋਸ਼ ਮਾਰੇ ਜਾਣੇ। ਸੋ ਇਸ ਲਈ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਔਰ ਬੜੀ ਸੰਜੀਦਗੀ ਨਾਲ ਮਲਕੀਤ ਸਿੰਘ ਜੀ ਇਹਨਾਂ ਸਾਰੇ ਵਿਸ਼ਿਆਂ ਤੇ ਬੜੀ ਚਰਚਾ ਕਰਨ ਦੀ ਲੋੜ ਆ ਵੀ ਅਸੀਂ ਬੜੀ ਗਲਤ ਡੈਫੀਨੇਸ਼ਨ ਦੇ ਰਹੇ ਹਾਂ, ਬੜੀਆਂ ਗਲਤ ਪਰਿਭਾਸ਼ਾਵਾਂ। ਇੱਕ ਇਹਦੇ ਨਾਲ ਹੀ ਲੱਗਦੀ ਗੱਲ, ਫਿਰ ਸਭਾ ਬੇਸ਼ੱਕ ਥੋੜਾ ਜ਼ਿਆਦਾ ਹੋ ਰਿਹਾ ਪਰ ਜ਼ਰੂਰੀ ਨੇ ਗੱਲਾਂ, ਕਿਉਂਕਿ ਜਦੋਂ ਇੱਕ ਵਾਰ ਲਿੰਕ ਟੁੱਟ ਜਾਂਦਾ ਆ ਉਸ ਤੋਂ ਬਾਅਦ ਤੁਸੀਂ ਗੱਲ ਨਹੀਂ ਕਰ ਸਕਦੇ। ਜਿਵੇਂ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚਲੀਏ। ਇਹਨੂੰ ਤੁਸੀਂ ਕਿਸ ਕਨਸੈਪਟ ਵਿੱਚੋਂ ਵੇਖਦੇ ਆ? ਇਹਦਾ ਫਿਰ ਸ਼ਰਾਬੀ ਕਹੇਗਾ ਕਿ ਯਾਰ ਮੈਂ ਸ਼ਰਾਬ ਪੀਣਾ ਤੇ ਮੈਨੂੰ ਪੀਣ ਦਿਓ, ਮੇਰੇ 'ਚ ਚੰਗਾ ਗੁਣ ਵੀ ਹੈ ਕਿ ਮੈਂ ਘਰਦਿਆਂ ਨੂੰ ਸਮੇਂ ਸਿਰ ਸਮਾਨ ਸੌਦਾ ਲਿਆ ਕੇ ਦਿੰਦਾ, ਮੈਂ ਆਪਣੇ ਬੱਚਿਆਂ ਨੂੰ ਕਿਤਾਬਾਂ ਲਿਆ ਕੇ ਦਿੰਦਾ, ਮੈਂ ਕਿਸੇ ਦਾ ਮਾੜਾ ਨਹੀਂ ਕਰਦਾ, ਮੈਂ ਕਿਸੇ ਨਾਲ ਧੱਕਾ ਨਹੀਂ ਕਰਦਾ, ਪਰ ਮੈਨੂੰ ਸ਼ਰਾਬ ਪੀਣ ਤੋਂ ਨਾ ਰੋਕੋ। ਕੋਈ ਬੰਦਾ ਕਿਸੇ ਦਾ ਕਤਲ ਕਰਕੇ ਆ ਜਾਏ, ਕਹੇ ਯਾਰ ਮੈਂ ਕਤਲ ਤੇ ਜ਼ਰੂਰ ਕੀਤਾ ਪਰ ਮੈਂ ਚੰਗੇ ਕੰਮ ਵੀ ਬਥੇਰੇ ਕੀਤੇ। ਤੇ ਕੀ ਇਸ ਚੀਜ਼ ਨੂੰ ਆਪਾਂ ਇੱਥੇ ਲਾ ਸਕਦੇ ਹਾਂ ਕਿ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚਲੀਏ? ਨਹੀਂ, ਗੱਲ ਫਿਰ ਇਹ ਹੈ ਨਾ ਮਲਕੀਤ ਸਿੰਘ ਜੀ, ਵੀ ਜਦੋਂ ਬਾਣੀ ਦੀਆਂ ਇੱਕ ਇੱਕ ਪੰਕਤੀਆਂ ਨੂੰ ਆਧਾਰ ਬਣਾ ਕੇ ਕੋਟੇਸ਼ਨਾਂ ਵਰਤ ਕੇ ਅਸੀਂ ਆਪਣੇ ਡਿਸੀਜਨ ਬਾਣੀ ਤੇ ਥੋਪਣ ਲੱਗ ਜਾਾਂਗੇ, ਬਜਾਏ ਇਸ ਦੇ ਵੀ ਬਾਣੀ ਦਾ ਸੰਦਰਭ ਸਮਝ ਕੇ ਅਸੀਂ ਖੁਦ ਦੇ ਡਿਸੀਜਨ ਬਦਲੀਏ। ਫਿਰ ਸਮਝੋ ਵੀ ਅਸੀਂ ਬਾਣੀ ਨੂੰ ਸਮਝ ਕੇ ਡਿਸੀਜਨ ਬਦਲਣਾ ਸੀ, ਅਸੀਂ ਬਾਣੀ ਦੀਆਂ ਪੰਕਤੀਆਂ ਪੜ੍ਹ ਕੇ ਆਪਣੇ ਡਿਸੀਜਨ ਤੇ ਥੋਪ ਦਿੱਤੀਆਂ ਕਿ ਜਿਹੜਾ ਫੈਸਲਾ ਲਿਆ ਬਾਣੀ ਵੀ ਐ ਮੰਨਦੀ ਹੈ। ਬਾਣੀ ਦਾ ਫੈਸਲਾ ਆਪਣੀ ਜ਼ਿੰਦਗੀ ਵਿੱਚ ਲੈਣਾ ਸੀ ਤੇ ਉਹਦੇ ਮੁਤਾਬਿਕ ਫੈਸਲਾ ਕਰਨਾ ਸੀ। ਠੀਕ ਹੈ। ਪਰ ਉਹਦੇ ਨਾਲ ਕੀ ਹੋਇਆ, ਹੁਣ ਇਹ ਗੱਲ ਬਿਲਕੁਲ ਹੀ ਨਿਰਮੂਲੋਂ ਹੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਖਤਮ ਹੋ ਜਾਣਾ ਹੈ। ਜਦੋਂ ਸਾਂਝ ਕਰੀਜੈ ਗੁਣਾ ਕੇਰੀ ਗੱਲ ਕਰਨੀ ਹੈ ਤੇ ਸੱਜਣ ਨੇ ਫਿਰ ਕਹਿ ਦੇਣਾ ਸੀ ਫਿਰ ਕੀ ਹੋਇਆ, ਠੱਗੀਆਂ ਮਾਰਦਾ ਸਰਾਮ ਹੀ ਤੇ ਵੇਖ ਸਰਾਮ ਹੀ ਤੇ ਬਣਾਈ ਹੈ, ਤੇ ਆਏ ਗਏ ਲੋਕਾਂ ਨੂੰ ਰੋਟੀ ਪਾਣੀ ਵੀ ਤੇ ਬਾਬਾ ਤੂੰ ਵੀ ਤਾਂ ਸਰਾਮ ਵੇਖ ਕੇ ਆਇਆ ਨਾ ਵੀ ਇਹ ਏਦਾਂ ਨਹੀਂ। ਬਾਣੀ 'ਚ ਨਾ ਹੁਣ ਗੱਲ ਇਹੋ ਹੀ ਹੈ ਵੀ ਗੁਰਬਾਣੀ 'ਚ ਨਾ ਕਈ ਵਾਰ ਵੈਸੇ ਤਾਂ ਕਦੀ ਨਹੀਂ ਕਿਸੇ ਨੂੰ ਕਿਹਾ ਵੀ ਤੂੰ ਕਿਹਦੇ ਵਰਗਾ ਬਣਨਾ,
ਮਲਕੀਤ ਸਿੰਘ ਨੂੰ ਇਹ ਨਹੀਂ ਕਿਹਾ ਤੂੰ ਫਲਾਣੇ ਵਰਗਾ ਬਣ ਜਾ, ਨਛੱਤਰ ਸਿੰਘ ਨੂੰ ਇਹ ਨਹੀਂ ਕਿਹਾ ਤੂੰ ਉਹਦੇ ਵਰਗਾ ਬਣ ਜਾ, ਪਰ ਇਹ ਗੱਲ ਬਾਣੀ 'ਚ ਡੰਕੇ ਦੀ ਚੋਟ ਤੇ ਕਹੀ ਹੈ ਕਿ ਜੈਸਾ ਸੇਵਾ ਤੈਸੋ ਹੋਵੇ। ਜਿੱਦਾਂ ਦੇ ਨੂੰ ਤੁਸੀਂ ਯਾਦ ਕਰਦੇ ਹੋ ਤੁਸੀਂ ਉਦਾਂ ਦੇ ਹੋ ਜਾਂਦੇ ਆ। ਜਿਹੜੇ ਬੰਦੇ ਕਹਿੰਦੇ ਆ ਨਾ ਵੀ ਸਾਂਝ ਕਰੀ ਜੇ ਗੁਣਾ ਕਰੀ ਸਾਡੀ ਗੱਲ, ਉਹਨਾਂ ਨੂੰ ਕਹੋ ਵੀ ਜੈਸਾ ਸੇਵਾ ਤੈਸੋ ਹੋਵੇ ਬਣ ਕੇ ਵਿਖਾਓ, ਫਿਰ ਤੁਸੀਂ ਇਸ ਪੰਕਤੀ ਦੀ ਗੱਲ ਕਰਿਓ। ਬਹੁਤ ਔਖਾ, ਜਿਹਦੇ ਆਪਣੇ ਬੱਚੇ ਆਖੇ ਨੂੰ ਲੱਗਣ ਉਹ ਕਹਿੰਦਾ ਵੀ ਬਾਬੇ ਨਾਨਕ ਦੇ ਕਿਹੜੇ ਆਖੇ ਲੱਗਣ। ਬਿਲਕੁਲ, ਹਾਂ। ਫਿਰ ਅਗਲਾ ਡਿਸੀਜਨ ਵੀ ਲੈ ਨਾ ਬਾਬੇ ਨਾਨਕ ਵਾਂਗ। ਉਹਨੇ ਵੀ ਕਿਹਾ ਵੀ ਸ੍ਰੀ ਚੰਦ ਮੇਰਾ ਪੁੱਤ ਹੀ ਨਹੀਂ ਹੈ, ਤੂੰ ਜ਼ਿੰਦਗੀ 'ਚ ਫੈਸਲਾ ਲੈ ਕੇ ਵਿਖਾ ਵੀ ਭਾਈ ਲਹਿਣੇ ਨੂੰ ਪੁੱਤ ਬਣਾਉਣਾ। ਕਿੰਨੇ ਕਰਨਗੇ ਫੈਸਲਾ? ਕੋਈ ਨਹੀਂ ਕਰੇਗਾ। ਸੋ ਉਹ ਸਾਰੇ ਪੱਖ ਨੂੰ ਜਦੋਂ ਅਸੀਂ ਬਾਣੀ 'ਚ ਵੇਖਣਾ ਆ, ਉਹਦਾ ਪੱਖ ਇਹ ਹੈ ਕਿ ਜਦੋਂ ਤੁਸੀਂ ਬਾਣੀ ਦੀ ਸਮੁੱਚਤਾ, ਹੁਣ ਗੱਲ ਲੰਬੀ ਹੋਏਗੀ, ਕਬੀਰ ਜੀ ਦੇ 4 ਸ਼ਲੋਕ ਨੇ ਔਰ ਚਾਰੇ ਸ਼ਲੋਕਾਂ ਦੇ ਵਿੱਚ ਉਹ ਬੜੀ ਪਿਆਰੀ, ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ। ਉਹ ਫਿਰ ਏਦਾਂ 4 ਵੀ ਰੋੜਾ ਬਣ ਜਾ, ਰੋੜਾ ਬਣ ਗਿਆ ਤੇ ਕੀ ਹੋ ਗਿਆ, ਤੂੰ ਖੇ ਹੋ ਜਾ, ਖੇ ਹੋ ਗਿਆ ਤੇ ਕੀ ਹੋ ਗਿਆ, ਖੇ ਵੀ ਅੰਗ ਲੱਗਦੀ ਹੈ, ਲੰਮੀ ਗੱਲ ਹੋਣੀ ਹੈ। ਉਹ ਚਾਰੇ ਸ਼ਲੋਕ ਬਾਬਾ ਕਬੀਰ ਜੀ ਦੇ ਜਿਹੜੇ ਆ ਉਹ ਪੜ੍ਹ ਲਿਓ ਕਿਤੇ। ਬਾਬਾ ਕਬੀਰ ਜੀ ਦੇ ਸ਼ਲੋਕਾਂ 'ਚ ਅਖੀਰ ਤੇ ਕਹਿੰਦੇ ਆ ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ। ਹੁਣ ਇਹ ਦੱਸੋ ਵੀ ਹਰੀ ਕਿਸੇ ਨਿਰਦੋਸ਼ ਦਾ ਕਤਲ ਕਰ ਸਕਦਾ, ਨਸ਼ਾ ਕਰ ਸਕਦਾ, ਭੈੜਾ ਕੰਮ ਕਰ ਸਕਦਾ? ਨਹੀਂ ਕਰ ਸਕਦਾ। ਇਸ ਕਰਕੇ ਸਾਨੂੰ ਇਹ ਗੱਲ ਬਾਣੀ 'ਚ ਸਮਝਣ ਦੀ ਲੋੜ। ਬਿਲਕੁਲ, ਕਿ ਜੇ ਆਪਾਂ ਇਹ ਸੋਚਾਂਗੇ ਨਾ ਸਾਂਝ ਕਰੀਜੈ ਗੁਣਾ ਕੇਰੀ, ਫਿਰ ਸਾਰੇ ਹੀ ਗਲਤ ਲੋਕ ਜਿਹੜੇ ਨੇ ਉਹ ਸੁਰਖਰੂ ਹੋ ਜਾਣਗੇ। ਹਾਂ ਬਿਲਕੁਲ, ਸਰਕਾਰਾਂ ਸੁਰਖਰੂ ਹੋ ਜਾਣਗੀਆਂ। ਹਾਂ ਬਿਲਕੁਲ। ਤੇ ਜਿੰਨੇ ਧਰਮ ਗ੍ਰੰਥ ਨੇ ਗੁਰੂ ਗ੍ਰੰਥ ਦੇ ਨਾਮ ਦੇ ਉੱਤੇ ਸਾਡੇ ਤੇ ਥੋਪੇ ਗਏ, ਉਹ ਸਾਰੇ ਸੁਰਖਰੂ ਹੋ ਜਾਣਗੇ ਕਿ ਸਾਡੇ ਜੋ ਚੰਗਾ ਹੈਗਾ ਲੈ ਲਓ। ਇਸੇ ਤਰੀਕੇ ਨਾਲ ਫਿਰ ਬਾਬਾ ਕਬੀਰ ਜੀ ਜਿਹੜੀ ਗੱਲ ਕਹਿੰਦੇ ਨੇ ਨਾ, ਪੰਡਿਤ ਮੁੱਲਾ ਛੱਡੇ ਦੋ, ਹਮਰਾ ਝਗੜਾ ਰਹਾ ਨਾ ਕੋ, ਫਿਰ ਉਹ ਕਨਸੈਪਟ ਹੋਏਗਾ ਕਿ ਛੱਡਣੀਆਂ ਪੈਣਗੀਆਂ ਸਾਰੀਆਂ ਗੱਲਾਂ। ਤੇ ਗੁਣਾ ਦਾ ਸਾਂਝ ਕਰੀਜੈ ਗੁਣਾਕੇਰੀ ਦਾ ਮਤਲਬ ਹੈ ਕਿ ਗੁਣਾ ਦੀ ਹੀ ਸਾਂਝ ਕਰਨੀ ਹੈ। ਅਵਗੁਣਾਂ ਨੂੰ ਇਕੱਠੇ ਕਰਕੇ ਨਹੀਂ ਕਹਿਣਾ ਕਿ ਮੇਰੇ ਕੋਲ 4 ਅਵਗੁਣ ਵੀ ਹੈਗੇ ਤੇ 4 ਗੁਣ ਹੈਗੇ ਤੇ ਤੂੰ ਗੁਣ ਲੈ ਜਾ ਮੇਰੇ ਕੋਲ। ਉੱਥੇ ਸਾਂਝ ਸਿਰਫ ਗੁਣਾ ਦੀ ਹੋਣੀ ਚਾਹੀਦੀ ਹੈ। ਜੇ ਚੋਰ ਹੈ ਤੇ ਉਹਨੂੰ ਚੋਰੀ ਛੱਡ ਕੇ ਗੁਣ ਅਪਣਾਉਣਾ ਹੀ ਪੈਣਾ ਹੈ ਤੇ ਫੇਰ ਹੀ ਗੁਣਾਂ ਦੀ ਸਾਂਝ ਹੋਣੀ ਹੈ। ਬਿਲਕੁਲ ਬਿਲਕੁਲ। ਬਹੁਤ ਧੰਨਵਾਦ ਜੀ। ਸਵਾਲ ਸਾਡੇ ਥੋੜੇ ਹੋਰ ਰਹਿ ਗਏ ਨੇ। ਇੱਕ ਸਵਾਲ ਬਹੁਤ ਅਹਿਮ ਸੀਗਾ, ਕਾਫੀ ਸਵਾਲ ਨੇ। ਇੱਕ ਅੰਤਕਾਲ ਕੀ ਹੈ ਤੇ ਇੱਕ ਕੁਦਰਤ ਹੀ ਕਾਦਰ ਹੈ ਕਿ ਕਾਦਰ ਹੀ ਕੁਦਰਤ ਹੈ। ਇਹਦੇ ਬਾਰੇ ਵੀ ਸੀ ਤੁਸੀਂ 1 ਮਿੰਟ ਦੇ ਵਿੱਚ ਕੋਈ ਗੱਲ ਜਿਹੜੀ ਦੱਸ ਦਿਓ, ਤਾਂ ਕਿ ਵਿਚਾਰ ਆਪਾਂ ਫਿਰ ਕਿਸੇ ਦਿਨ ਵੱਖਰਾ ਵਿਸ਼ਾ ਲੈ ਕੇ ਇੱਥੇ ਸਾਰੇ ਆਪਾਂ ਨੂੰ ਟਾਈਮ। ਮੈਨੂੰ ਲੱਗਦਾ ਵੀ ਇੱਕ ਤਾਂ ਆਪਾਂ ਜਨਮ ਮਰਨ ਤੇ ਹੀ ਮਲਕੀਤ ਸਿੰਘ ਜੀ ਦੀ ਚਰਚਾ ਰੱਖਾਂਗੇ, ਉਹਦੇ 'ਚ ਅੰਤਕਾਲ ਸਪਸ਼ਟ ਹੋਊਗਾ। ਤੇ ਜਿਹੜੀ ਗੱਲ ਕੁਦਰਤ ਤੇ ਕਾਦਰ ਵਾਲੀ ਹੈ, ਇਹ ਵੀ ਥੋੜਾ ਵਕਤ ਮੰਗਦੀ ਹੈ, ਕਿਉਂਕਿ ਜਿਹੜੀ ਕੁਦਰਤ ਸ਼ਬਦ ਹੈ ਉਹ ਬਾਣੀ 'ਚ ਇਸਤਰੀ ਲਿੰਗ ਆਉਂਦਾ ਹੈ ਤੇ ਜਿਹੜਾ ਕਰਤਾ ਸ਼ਬਦ ਹੈ ਉਹ ਪੁਲਿੰਗ ਆਉਂਦਾ ਹੈ। ਇਸ ਕਰਕੇ ਦੂਜੀ ਗੱਲ ਜਿਹੜੀ ਹੈ ਵੀ ਕੁਦਰਤ ਸ਼ਬਦ ਹੈ ਜਿਹੜਾ ਉਹਦਾ ਵਿਆਖਿਆ ਕਰਦੇ ਆ ਗੁਰੂ ਸਾਹਿਬ ਜੀ, ਉਹਨੂੰ ਨਾਸ਼ਵੰਤ ਮੰਨਦੇ ਆ ਤੇ ਜਿਹੜਾ ਕਰਤਾ ਆ ਉਹਨੂੰ ਅਬਿਨਾਸ਼ੀ ਮੰਨਦੇ ਆ। ਹਾਂ, ਕਰਤਾ ਵਸਿਆ ਕੁਦਰਤ 'ਚ ਮੰਨਦੇ ਆ ਵੀ ਗੁਰੂ ਸਾਹਿਬ ਕਿਤੇ ਉਹਨੂੰ ਵੱਖਰਾ ਬੈਠਾ ਨਹੀਂ ਮੰਨਦੇ, ਕੁਦਰਤ ਕਰਕੇ ਵੀ ਕੁਦਰਤ ਵਿੱਚ ਹੀ ਉਹ ਵਸਦਾ ਹੈ। ਸੋ ਇਹ ਲੰਬਾ ਚੌੜਾ ਇੱਕ ਕਨਸੈਪਟ ਆ, ਇਹਦੇ ਤੇ ਆਪਾਂ ਫਿਰ ਚਰਚਾ ਕਰਾਂਗੇ। ਮੈਨੂੰ ਲੱਗਦਾ ਵੀ ਅੱਜ ਵੈਸੇ ਹੀ ਅਸੀਂ ਸਮੇਂ ਥੋੜਾ ਜ਼ਿਆਦਾ ਅੱਗੇ ਲੰਘ ਗਿਆ ਤੇ ਉਹਦੇ ਵਿੱਚੋਂ ਹੀ ਜਿਹੜਾ ਅੰਤਕਾਲ ਦੀ ਗੱਲ ਵੀਰ ਮਲਕੀਤ ਸਿੰਘ ਜੀ ਕਰ ਰਿਹਾ, ਵੀ ਮੈਨੂੰ ਲੱਗਦਾ ਸਾਨੂੰ ਜਨਮ ਮਰਨ ਟੌਪਿਕ ਕਿਸੇ ਦਿਨ ਵਿਚਾਰਨਾ ਚਾਹੀਦਾ ਤੇ ਇਹਦੇ ਨਾਲ ਸੰਬੰਧਿਤ ਹੋਰ ਵੀ ਬਹੁਤ ਸਾਰੇ ਸਵਾਲ ਸਾਡੇ ਕੋਲ ਆਉਣਗੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਡੇ ਕੋਲ ਬਹੁਤ ਸਾਰੇ ਵੀਰ ਭੈਣ ਕਹਿ ਰਹੇ ਸੀ ਵੀ ਜੇ ਤੁਸੀਂ ਸੰਵਾਦ ਦਾ ਟਾਈਮ ਵਧਾ ਲਓ, ਤੇ ਆਪਾਂ ਅਜੇ ਕਰ ਨਹੀਂ ਪਾ ਰਹੇ। ਜੇ ਹੋ ਸਕਿਆ ਵੀ ਸੰਵਾਦ ਦਾ ਸਮਾਂ ਆਪਾਂ ਜੇ 2 ਦਿਨ ਕਰ ਸਕੇ, ਕੋਸ਼ਿਸ਼ ਤਾਂ ਕਰਾਂਗੇ, ਪਰ ਟਾਈਮ ਦਾ ਕੁਝ ਸਾਡੀਆਂ ਪ੍ਰੋਬਲਮ ਨੇ, ਕੁਝ ਸਾਰਾ ਸਿਲਸਿਲਾ ਇਸ ਤਰ੍ਹਾਂ ਦਾ ਹੈ ਤੇ ਅਜੇ ਆਪਾਂ ਮੈਨੇਜ ਨਹੀਂ ਕਰ ਪਾ ਰਹੇ ਉਹਨੂੰ। ਕੋਸ਼ਿਸ਼ ਕਰਾਂਗੇ। ਹਾਂ, ਲਗਭਗ ਅਗਲੇ ਹਫਤੇ ਇੱਦਾਂ ਹੀ ਸ਼ੁੱਕਰ, ਸ਼ਨੀ ਤੇ ਐਤਵਾਰ, ਇਹ 3 ਦਿਨ ਆਪਾਂ ਜਿਹੜਾ ਹੈ ਉਹ ਬਾਣੀ ਵਿੱਚੋਂ ਕੋਈ ਪੱਖ ਲਵਾਂਗੇ ਤੇ ਉਹਦੇ ਤੇ ਆਪਾਂ ਚਰਚਾ ਕਰਾਂਗੇ। ਤੇ ਸੋਮਵਾਰ ਫਿਲਹਾਲ ਵਿਚਾਰ ਚਰਚਾ ਕਰਾਂਗੇ, ਉਹਦੇ ਵਿੱਚ ਆਪਾਂ ਤੁਹਾਡੇ ਸਾਰੇ ਸਵਾਲ ਤੇ ਕੁਝ ਵੀਰ ਜਿਵੇਂ ਕਹਿ ਰਹੇ ਸੀਗੇ ਵੀ ਵੀਰ ਜੀ ਜਪਜੀ ਸਾਹਿਬ ਦੀ ਵਿਆਖਿਆ ਵੀ ਜੇ ਤੁਸੀਂ ਕਰੋ, 2 ਚੀਜ਼ਾਂ ਜਪਜੀ ਸਾਹਿਬ ਦੀ। ਇੱਕ ਤਾਂ ਵਿਆਖਿਆ ਪ੍ਰਿੰਸੀਪਲ ਹਰਭਜਨ ਸਿੰਘ ਹੋਣਾ ਦੀ, ਇੰਟਰਨੈਟ ਤੇ ਜਿਹੜੇ ਵੀਰ ਸੁਣਦੇ ਹੋ, ਪ੍ਰਿੰਸੀਪਲ ਹਰਭਜਨ ਸਿੰਘ ਹੋਣਾ ਦੀ ਜਪ ਬਾਣੀ ਦੀ ਵਿਚਾਰ, ਬਹੁਤ ਪਿਆਰੀ ਵਿਆਖਿਆ ਉਹਨਾਂ ਨੇ ਜਿਹੜੇ ਬੇਸਿਕ ਕਨਸੈਪਟ ਕਲੀਅਰ ਕੀਤੇ ਹੋਏ, ਬਹੁਤ ਸੋਹਣੇ ਪੱਖ ਤੋਂ। ਉਹਨਾਂ ਤੋਂ ਬਾਅਦ ਚ ਉਹਨਾਂ ਦੇ ਨਾਲ ਲੈ ਕੇ ਮਹਿੰਦਰ ਸਿੰਘ ਜੋਸ਼ ਜੀ ਦਾ ਜਿਹੜਾ ਜਪ ਭਾਸ਼ ਹੈ, ਉਹਨੂੰ ਵੀ ਦਰਸ਼ਕ ਜਨ ਵਿਚਾਰ ਸਕਦੇ ਨੇ ਉਹਦੇ ਨਾਲ। ਇਹਦੇ ਨਾਲ ਕੀ ਹੋਏਗਾ ਕਿ ਕਨਸੈਪਟ ਕਲੈਰਿਟੀ ਹੋ ਜਾਏਗੀ। ਹਾਂ, ਤੇ ਹੋਰ ਸੌਖੇ ਅਰਥਾਂ ਵਿੱਚ ਜੇ, ਕਿਉਂਕਿ ਜੇ ਆਪਾਂ ਸਾਰੇ ਹੀ ਇਸ ਬੰਨੇ
ਜਿਵੇਂ ਪ੍ਰੋਫੈਸਰ ਸਰਬਜੀਤ ਸਿੰਘ ਜੀ ਧੁੰਦਾ ਉਹ ਕਰ ਰਹੇ ਹੈਗੇ। ਉਹ ਜਪ ਬਾਣੀ ਦੀ ਵਿਚਾਰ ਕਰ ਰਹੇ ਆ। ਇੱਕ ਹੋਰ ਨੌਜਵਾਨ ਵੀਰ ਹੈ ਕੋਈ, ਉਹਨੂੰ ਮੈਂ ਇੱਕ ਦੋ ਦਿਨ ਫੇਸਬੁੱਕ ਤੇ ਸੁਣਿਆ ਅਮਰੀਕਾ ਤੋਂ, ਉਹ ਵੀ ਬਹੁਤ ਸੋਹਣੀ ਵਿਚਾਰ ਕਰ ਰਿਹਾ ਹੈ ਯੰਗ ਜਨਰੇਸ਼ਨ ਲਈ। ਸੋਹਣੀ ਆ ਸਿੱਖੀ ਲਹਿਰ ਟੀਵੀ ਤੇ ਜਾ ਕੇ ਸਰੋਤੇ ਜਿਹੜੀ ਜਪ ਬਾਣੀ ਦੀ ਵਿਚਾਰ, ਜੇ ਤੁਸੀਂ ਹੁਣ ਮੌਜੂਦਾ ਦੌਰ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਹੋਣਾ ਵਾਲੀ ਤੇ ਜਿਵੇਂ ਮਹਿੰਦਰ ਸਿੰਘ ਜੋਸ਼ ਜਿਨ੍ਹਾਂ ਦੀ ਜਪ ਭਾਸ਼ ਲਿਖਤੀ ਹੈ ਉਹ ਤੁਸੀਂ ਪੜ੍ਹ ਸਕਦੇ ਹੋ, ਤੇ ਪ੍ਰੋਫੈਸਰ ਸਰਬਜੀਤ ਸਿੰਘ ਜੀ ਧੁੰਦਾ ਜੀ ਜਿਨ੍ਹਾਂ ਦੀ ਜਪ ਬਾਣੀ ਦੀ ਵਿਚਾਰ ਸਿੱਖੀ ਲਹਿਰ ਟੀਵੀ ਤੇ ਚੱਲ ਰਹੀ ਹੈ, ਲਗਭਗ ਉਹ ਕੰਪਲੀਟ ਹੋਣ ਵਾਲੀ ਹੈ। ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ। ਉਹ ਉੱਥੇ ਜਿਹੜਾ ਆ ਅਸੀਂ ਸਾਰੇ ਰਲ ਮਿਲ ਕੇ ਇੱਦਾਂ ਅਸੀਂ ਕੋਸ਼ਿਸ਼ ਕਰਾਂਗੇ, ਕਿਉਂਕਿ ਬਾਣੀ 'ਚ ਬਹੁਤ ਸਾਰੇ ਵਾਕਿਆ ਜਿਹੜੇ ਸਾਡੇ ਤੋਂ ਛੁਪੇ ਰਹੇ। ਇੱਕ ਸੁਝਾਅ ਹੋਰ ਵੀਰਾਂ ਦੇ ਇੱਕ ਦੋ ਦੇ ਫੋਨ ਆਏ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਵਿਚਾਰ ਜਪਜੀ ਸਾਹਿਬ ਦੀ ਕਾਫੀ ਜਣਿਆਂ ਨੇ ਕੀਤੀ ਹੋਈ ਹੈ, ਬੜਿਆਂ ਨੇ ਅਰਥ ਕੀਤੇ ਆ, 100 ਤੋਂ ਵੱਧ ਲੋਕਾਂ ਦੇ ਅਰਥ ਲਿਖਤੀ ਵੀ ਮਿਲ ਜਾਣਗੇ। ਤੇ ਉਹ ਵੀਰਾਂ ਨੇ ਬੜਾ ਪਿਆਰਾ ਸੁਝਾਅ ਦਿੱਤਾ ਸੀ, ਪਰ ਥੋੜੇ ਜਿਹੇ ਸਮੇਂ ਦੀ ਇਹਨਾਂ ਦਿਨਾਂ ਫਿਰ ਬੌਂਡਿੰਗ ਹੋ ਗਈ ਹੈ। ਤੇ ਉਹ ਕਹਿੰਦੇ ਸੀਗੇ ਕਿ ਜਪਜੀ ਸਾਹਿਬ ਦੀ ਵੀ ਵਿਚਾਰ ਹੀ ਹੋਵੇ, ਕਿਉਂਕਿ ਉਹਦੇ ਵਿੱਚ ਬੜੇ ਸਵਾਲ ਨੇ, ਬੜੇ ਵਿਸ਼ੇ ਨੇ, ਬੜੀਆਂ ਗੱਲਾਂ ਨੇ। ਤੇ ਕਿੰਨਾ ਮੈਂ ਉਹਨਾਂ ਵੀਰਾਂ ਨੂੰ ਵੀ ਕਿਹਾ ਸੀਗਾ ਕਿ ਅਸੀਂ ਲਾਈਵ ਜੇ ਨਾ ਵੀ ਕਰ ਸਕੇ ਤੇ ਇਸ ਚੀਜ਼ ਦੀ ਰਿਕਾਰਡਿੰਗ ਦੇ ਉੱਤੇ ਕੰਮ ਜ਼ਰੂਰ ਕਰਾਂਗੇ। ਤੇ ਰਿਕਾਰਡਿੰਗਸ ਕਰਕੇ ਬੰਦਾ ਕਿਤੇ ਵੀ ਕਿਸ ਤੋਂ ਵੀ ਵਕਤ ਲੱਗਦਾ ਆ, ਕਿਉਂਕਿ ਲਾਈਵ ਦੇ ਲਈ ਸਾਰਾ ਸਿਨੈਰੀਓ ਦੇਖਣਾ ਪੈਂਦਾ ਹੈ ਉਹਦੇ ਅਕੋਰਡਿੰਗਲੀ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਹੋ ਸਕਿਆ ਤੇ ਅਗਲੇ ਮਹੀਨੇ ਤੋਂ ਜਿਹੜਾ ਆ ਉਹ ਆਪਾਂ ਜਾਂ ਰਿਕਾਰਡਿੰਗ ਜਪਜੀ ਸਾਹਿਬ ਦੀ ਵਿਚਾਰ ਚਰਚਾ ਦੀ, ਵਿਚਾਰ ਨਹੀਂ ਵਿਚਾਰ ਚਰਚਾ, ਕਿਉਂਕਿ ਉਹ 'ਚ ਕਈ ਸਵਾਲ ਨਾਲ ਚੱਲਦੇ ਨੇ, ਕਈ ਗੱਲਾਂ ਚੱਲਦੀਆਂ ਨੇ, ਕਈ ਕਨਸੈਪਟ ਜਿਹੜੇ ਨੇ ਉੱਥੋਂ ਦੀ ਮੈਥੋਲੋਜੀ ਦੇ ਅਕੋਰਡਿੰਗ ਵੇਖਣੇ ਪੈਂਦੇ ਨੇ, ਕਈ ਗੁਰਮਤ ਦੇ ਅਕੋਰਡਿੰਗ। ਸੋ ਉਹਦੇ ਵਿੱਚ ਇਹ ਵੀ ਹੋਏਗਾ ਕਿ ਆਪਾਂ ਸਵਾਲ ਵੀ ਨਾਲ ਲੈ ਸਕਾਂਗੇ ਸਾਰਿਆਂ ਦੇ। ਸੋ ਸਾਰੇ ਦਰਸ਼ਕ ਜਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਨਛੱਤਰ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਬੜੇ ਸੰਜੀਦੇ ਤਰੀਕੇ ਦੇ ਨਾਲ ਆਪਣੀਆਂ ਵਿਚਾਰਾਂ ਨੂੰ ਸਾਡੇ ਸਾਹਮਣੇ ਰੱਖਿਆ। ਕੋਸ਼ਿਸ਼ ਕਰੀਏ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਵਿਚਾਰੀਏ, ਜੋ ਆਸੇ-ਪਾਸੇ ਹੋ ਰਿਹਾ ਹੈ ਉਹਨੂੰ ਆਪਣੇ ਦਿਮਾਗੀ ਪੱਧਰ ਦੇ ਉੱਤੇ ਦਿਮਾਗ ਤੇ ਥੋੜਾ ਜਿਹਾ ਜ਼ੋਰ ਪਾ ਕੇ ਵਾਚਣ ਦਾ ਯਤਨ ਕਰੀਏ ਕੀ ਠੀਕ ਹੈ ਤੇ ਕੀ ਗਲਤ ਹੈ। ਜਿੰਨੀ ਦੇਰ ਤੱਕ ਅਸੀਂ ਆਪ ਸੋਚਣਾ ਸ਼ੁਰੂ ਨਹੀਂ ਕਰਦੇ, ਆਪ ਵਿਚਾਰਨਾ ਸ਼ੁਰੂ ਨਹੀਂ ਕਰਦੇ, ਉਨੀ ਦੇਰ ਤੱਕ ਕਿਸੇ ਦੀਆਂ ਕਹੀਆਂ ਹੋਈਆਂ ਗੱਲਾਂ ਜਾਂ ਕਿਸੇ ਦੀਆਂ ਪ੍ਰਚਾਰੀਆਂ ਹੋਈਆਂ ਗੱਲਾਂ ਸਾਡੇ ਦਿਮਾਗ ਦੇ ਵਿੱਚ ਤੇ ਆ ਜਾਣਗੀਆਂ, ਪਰ ਸਾਡੀ ਜ਼ਿੰਦਗੀ 'ਚ ਨਹੀਂ ਆਉਣਗੀਆਂ। ਸੋ ਕੋਸ਼ਿਸ਼ ਕਰੀਏ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨ ਦੇ ਲਈ ਆਪ ਪੜ੍ਹੀਏ, ਆਪ ਵਿਚਾਰੀਏ, ਆਪ ਖੋਜਣ ਦਾ ਯਤਨ ਕਰੀਏ। ਹੁਣ ਤੱਕ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਸਾਡੇ ਦੋਵਾਂ ਵੀਰਾਂ ਦੇ ਵੱਲੋਂ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।